ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ। ਹੁਣ ਗੱਲ ਆ ਕਿ ਸਵਖਤਾ ਜਿਹਾ ਹੁੰਦਾ ਇਸ ਵਕਤ ਪੰਜਾਬ ਵਾਲੇ ਪਾਸੇ ਗੱਲ ਕਰੀਏ ਤੇ ਸ਼ਾਮਾਂ ਹਨੇਰਾ ਕੁਸਮਸਾ ਜਾਂ ਥੋੜ੍ਹੀਆਂ ਜਿਹੀਆਂ ਜ਼ਿਆਦੀਆਂ ਤਕਾਲਾਂ ਜਿਹੜੀਆਂ ਨੇ ਉਹ ਕੈਨੇਡਾ 'ਚ ਹੁੰਦੀਆਂ, ਤੇ ਇਸ ਵੇਲੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਸੁਣਦੇ ਹੋ। ਨਾਲ ਆਪਣੇ ਪਰਮਵੀਰ ਬਾਠੂ ਜੀ ਨੇ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਾਓ, ਸਿਹਤਾਂ ਕਿਵੇਂ ਆ ਤੁਹਾਡੀਆਂ? ਸਿਹਤਾਂ ਠੀਕ ਨੇ ਜੀ, ਸਿਹਤਾਂ ਚੱਲੀ ਜਾਂਦੀਆਂ ਨੇ, ਬਸ ਰਿੜਿਆ ਜਾਂਦਾ, ਟਾਈਮ ਪਾਸ ਹੋਈ ਜਾਂਦਾ। ਹੋਰ ਦੱਸੋ ਕੀ ਚਾਹੀਦਾ? ਨਹੀਂ, ਗੱਲ ਤੁਹਾਡੀ ਠੀਕ ਆ। ਮਸਲਾ ਤਾਂ ਸਾਰਾ ਟਾਈਮ ਪਾਸ ਦਾ ਹੀ ਆ। ਮੈਂ ਜਦੋਂ ਕਿਤੇ ਕਿਸੇ ਵੀ ਪਿੰਡ ਦੇ ਵਿੱਚ ਜਾਈਏ ਤਾਂ ਬਹੁਤਿਆਂ ਸੱਜਣਾਂ ਦਾ ਇਹੀ ਹੁੰਦਾ, ਜਾਣੀ ਮੈਂ ਚੜ੍ਹਦੀ ਕਲਾ ਦੇਖਦਾ ਹੁੰਨਾ। ਕਈ ਬਹੁਤ ਸਮੱਸਿਆ ਦੇ ਵਿੱਚ ਹੁੰਦੇ ਆਪਣੇ ਸੱਜਣ, ਉਹ ਕਹਿੰਦੇ ਜੀ ਬਸ ਵਧੀਆ, ਬਾਬੇ ਦੀ ਕਿਰਪਾ ਨਾਲ ਸੋਹਣਾ ਟਾਈਮ ਪਾਸ ਹੋਈ ਜਾਂਦਾ। ਤੁਹਾਡੇ ਵਰਗੇ ਭਰਾ ਹੈਗੇ ਆ, ਇੱਦਾਂ ਹੈਗੇ ਆ, ਜਾਣੀ ਉਹ ਦੂਜੇ ਬੰਦੇ ਨੂੰ ਵੀ ਕਿੱਕ ਕਰਕੇ ਭੇਜਦੇ ਆ ਕਿ ਭਾਈ ਕੋਈ ਗੱਲ ਨਹੀਂ, ਤੂੰ ਜਿਹੜੀ ਕੰਧ ਢਾਉਣੀ ਆ ਹੁਣ ਤੂੰ ਢਾਹ ਕੇ ਮੁੜੇਗਾ। ਨਹੀਂ ਚਾਹੀਦਾ ਵੀ ਇੱਦਾਂ। ਵੇਖੋ ਗੱਲ ਹੈ, ਜੋ ਹਾਲਾਤ ਜਿੱਦਾਂ ਜਿਵੇਂ ਆ ਨਾ, ਉਹਨੂੰ ਤੁਸੀਂ ਬਦਲ ਤੇ ਸਕਦੇ ਨਹੀਂ, ਜਾਂ ਤੇ ਵੀ ਆਪਾਂ ਬਦਲ ਸਕਦੇ ਹੋਈਏ। ਤੇ ਮੈਂ ਕਹਾਂ ਵੀ ਉਹ ਰੋਇਆਂ ਵਿਲਕਿਆਂ ਢੇਰੀ ਢਾਇਆਂ ਜਾਂ ਤੇ ਹਾਲਾਤ ਠੀਕ ਹੋ ਜਾਂਦੇ ਹੁਣ, ਇੱਦਾਂ ਤੇ ਹੈ ਨਹੀਂ। ਉਹ ਤੇ ਤੁਰਿਆਂ ਅੱਗੇ ਕੋਈ ਰਾਹ ਲੱਭਿਆਂ ਫੇਰ ਹੀ ਕੁਛ ਨਾ ਕੁਛ ਚਾਨਣਾ ਮਿਲਣਾ। ਇਸ ਕਰਕੇ ਮੈਨੂੰ ਲੱਗਦਾ ਹੁੰਦਾ ਜੋ ਜਿਵੇਂ ਜਿੱਦਾਂ ਹੈ ਉਹਨੂੰ ਆਖਿਆ ਬੰਦਾ ਵੀ ਬਹੁਤ ਵਧੀਆ, ਕੋਈ ਗੱਲ ਨਹੀਂ ਅੱਗੇ ਆਪਾਂ ਹੋਰ ਬਹੁਤ ਵਧੀਆ ਕਰ ਦੇਣਾ। ਸੋ ਠੀਕ ਆ, ਚੱਲੀ ਜਾ ਰਿਹਾ ਕੰਮ। ਬਾਕੀ ਪੰਜਾਬ ਵਾਲੇ ਪਾਸੇ ਨੂੰ ਮੇਰਾ ਖਿਆਲ ਮੋੜਾ ਕੱਟੀਏ ਆਪਾਂ ਖਬਰਾਂ ਵਾਲੇ ਪਾਸਿਓਂ, ਕਿ ਨਹੀਂ? ਇੱਕ ਸਲਾਹ ਜ਼ਰੂਰ ਦੇਣੀ ਆ ਸੰਧਾਲੀਆ ਸਾਹਿਬ। ਜਿੱਥੇ ਜਿੱਥੇ ਜਾਣ ਦਾ ਮੌਕਾ ਮਿਲਿਆ ਨਾ, ਉਹਨਾਂ ਦੇ ਵਿੱਚੋਂ ਕਈ ਪਰਿਵਾਰ ਥੋੜ੍ਹੇ ਜਿਹਾ ਸਰਦੇ ਪੁੱਜਦੇ ਹੁੰਦੇ ਆ, ਜਿਨ੍ਹਾਂ ਨੇ ਘਰੇ ਸਾਫ਼ ਸਫਾਈ ਲਈ ਵੀ ਕੋਈ ਨਾ ਕੋਈ ਬੀਬੀ ਦਾ ਪ੍ਰਬੰਧ ਕੀਤਾ ਹੁੰਦਾ। ਕਈ ਪਰਿਵਾਰਾਂ ਦੇ ਵਿੱਚ ਤਾਂ ਇੱਦਾਂ ਵੀ ਆ ਵੀ ਭਾਂਡੇ ਵੀ ਕੋਈ ਧੋ ਕੇ ਜਾਂਦਾ। ਮਿਲਦੇ ਮੈਨੂੰ ਬਹੁਤ ਘੱਟ ਆ, ਪਰ ਹੈਗੇ ਇੱਦਾਂ ਦੇ ਪਰਿਵਾਰ। ਤੇ ਫਿਰ ਮੁੜ ਕੇ ਮੇਰਾ ਤਾਂ ਜੀ ਸਿਰ ਦੁਖਦਾ ਰਹਿੰਦਾ, ਮੇਰੀਆਂ ਤਾਂ ਜੀ ਲੱਤਾਂ ਪੀੜ ਕਰਦੀਆਂ ਰਹਿੰਦੀਆਂ, ਪਤਾ ਨਹੀਂ ਕੀ ਗੱਲ ਹੋ ਗਈ ਹੈ। ਡਾਕਟਰ ਕਹਿੰਦਾ ਕਿ ਤੁਹਾਨੂੰ ਹੁਣ ਆਹ ਸਮੱਸਿਆ ਆਉਣ ਲੱਗ ਪਈ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਪਹਿਲੀ ਗੱਲ ਕਿ ਕੰਮ ਆਪ ਕਰੋ। ਦੂਸਰੀ ਗੱਲ, ਜੇ ਕਿਸੇ ਦਾ ਰੁਜ਼ਗਾਰ ਨਹੀਂ ਮਾਰਨਾ, ਘੱਟੋ ਘੱਟ ਸਾਰੀ ਦਿਹਾੜੀ ਦੇ ਵਿੱਚ ਅੱਧਾ ਪੌਣਾ ਘੰਟਾ ਐਕਸਰਸਾਈਜ਼ ਤਾਂ ਇੱਦਾਂ ਦੀ ਕਰ ਲਿਆ ਕਰੀਏ ਨਾ, ਜਿਹਦੇ ਨਾਲ ਘੱਟੋ ਘੱਟ ਸਰੀਰ ਦੇ ਸਾਰੇ ਅੰਗ ਥੋੜ੍ਹੇ ਬਹੁਤੇ ਹਿਲਾ ਹਲੂ ਲਈਏ, ਜਿਹਦੇ ਨਾਲ ਕਿ ਘੱਟੋ ਘੱਟ ਅਸੀਂ ਆਪਣਾ ਆਪ ਹੀ ਦਰੁਸਤ ਕਰ ਲਈਏ। ਕਿਉਂਕਿ ਆਹ ਜਿਹੜੀ ਆਦਤ ਪੈ ਗਈ ਨਾ ਹੁਣ ਕਿ ਘਰੇ ਬੈਠੇ ਨਾਟਕ ਦੇਖੀ ਜਾਣਾ, ਨਾਟਕ ਦੇਖਣ ਦੇ ਨਾਲ ਜਿਹੜਾ ਉਹ ਚਟਪਟਾ ਖਾਈ ਜਾਣਾ, ਸਰੀਰ ਸਾਰੀ ਦਿਹਾੜੀ ਹਿਲਾਉਣਾ ਨਹੀਂ। ਤੇ ਉਹਦੇ ਤੋਂ ਬਾਅਦ ਸੰਧਾਲੀਆ ਸਾਹਿਬ ਇੱਕੋ ਹੀ ਡੇਰਾ ਹੁੰਦਾ, ਤੇ ਉਸ ਡੇਰੇ ਦੇ ਮੂਹਰੇ ਜਮਾਂ ਦਾ ਨਿਸ਼ਾਨ ਬਣਿਆ ਹੁੰਦਾ, ਜਾਣੀ ਕਿ ਡਾਕਟਰ ਦਾ। ਦਵਾਈਆਂ ਆ ਗਈਆਂ, ਫਿਜ਼ੀਕਲੀ ਐਕਸਰਸਾਈਜ਼ ਮੈਨੂੰ ਲੱਗਿਆ ਬਹੁਤ ਜ਼ਿਆਦਾ ਘਟੀ ਹੋਈ ਹੈ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ, ਚਾਹੇ ਬੀਬੀਆਂ ਨੇ ਤੇ ਚਾਹੇ ਬੰਦੇ ਨੇ। ਬਾਕੀ ਤੁਹਾਡਾ ਜਿਹੜਾ ਤਜਰਬਾ ਹੋਇਆ ਉਹ ਦੱਸ ਦਿਓ। ਉਹ ਹੀ ਲੱਗਦਾ ਤੈਨੂੰ ਪਰਮਵੀਰ, ਅਸਲੀ ਨਾ ਹੁਣ ਖੁਰਾਕਾਂ ਖਰੂਕਾਂ ਦਾ ਨੁਕਸ ਪੈ ਗਿਆ। ਤੇ ਨਾਲੇ ਜਦੋਂ ਨਾ ਉਦੋਂ ਆਪਰੇਸ਼ਨ ਹੋਇਆ ਸੀ ਤੇ ਉਦੋਂ ਬਾਅਦ ਨਹੀਂ ਫਿਰ ਸਰੀਰ ਵੱਤਰ ਆਇਆ। ਸਾਡਾ ਕਿਹੜਾ ਜੀਅ ਕਰਦਾ ਵਾ ਵੀ ਕਿਸੇ ਨੂੰ ਲਾਈਏ ਨਾਲ। ਮੈਂ ਤੇ ਆਪ ਨਾ ਸਾਰਾ ਕੰਮ ਕਰਨਾ, ਪਰ ਹੁਣ ਕੀ ਕਰੀਏ, ਉਮਰ ਦੇ ਹਿਸਾਬ ਨਾਲ ਹੋ ਜਾਂਦਾ। ਜਦੋਂ ਹਾਂ ਦੋ ਕਰਾਂ ਗੱਲਾਂ, ਜਦੋਂ ਮੈਂ ਘੱਟ ਥੋੜ੍ਹੀ ਢੇਰੀ ਜਿਹੀ ਢਾਹ ਕੇ ਗੱਲ ਕੀਤੀ, ਜੇ ਦੋ ਚਾਰ ਹੋਰ ਲਾਉਣੀਆਂ ਹੁੰਦੀਆਂ ਇਹਦੇ ਵਿੱਚ, ਫਿਰ ਤੁਹਾਡੇ ਵਰਗਾ ਬੰਦਾ ਆਪ ਸਲਾਹ ਦਿੰਦਾ ਹੁੰਦਾ ਤੁਸੀਂ ਨਾ ਥੋੜ੍ਹਾ ਧਿਆਨ ਰੱਖਿਆ ਕਰੋ ਆਪਣਾ, ਦਵਾਈ ਟਾਈਮ ਨਾਲ ਖਾਇਆ ਕਰੋ। ਕੋਈ ਗੱਲ ਨਹੀਂ, ਚਲੋ ਕੰਮ ਦਾ ਕੀ ਆ, ਸਾਰੀ ਉਮਰ ਬਥੇਰਾ ਕੀਤਾ ਅੱਗੇ। ਇੰਨੀ ਗੱਲ ਕਰਕੇ ਤੇ ਮੁੜ ਕੇ ਅਗਲਾ ਦਾ ਵੀ ਯਾਰ ਛੱਡ ਖੜਾ, ਮੈਂ ਇਹਨੂੰ ਕੱਲ੍ਹ ਹੀ ਬੁਲਾ ਲਏ ਦੱਸ। ਨਹੀਂ, ਮੈਂ ਤਾਂ ਇਹ ਵੀ ਸਲਾਹ ਸੰਧਾਲੀਆ ਸਾਹਿਬ, ਜਿਨ੍ਹਾਂ ਦੇ ਬੱਚੇ ਵਿਦੇਸ਼ ਗਏ ਆ ਜਾਂ ਪਰਿਵਾਰ ਦੇ ਮੈਂਬਰ ਵਿਦੇਸ਼ ਗਏ ਆ, ਉਹ ਕਈ ਘਰਾਂ 'ਚ ਇਹ ਵੀ ਸੁਣਨ ਨੂੰ ਮਿਲਿਆ, ਉਹ ਫਿਰ ਨਿਆਣੇ ਕਹਿੰਦੇ ਆ ਕਿ ਬੀਬੀ ਨਾਲੇ ਪਾਪਾ ਤੁਸੀਂ ਬਹੁਤ ਕੰਮ ਕੀਤਾ, ਹੁਣ ਤੁਸੀਂ ਬਹਿ ਕੇ ਖਾਣਾ। ਬਹੁਤ ਚੰਗੀ ਗੱਲ ਹੈ ਕਿ ਜੇ ਤੁਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਸੁਰਖਰੂ ਕਰਨਾ ਚਾਹੁੰਦੇ ਆ, ਇਹਦੇ ਵਿੱਚ ਤੁਸੀਂ ਸਤਿਕਾਰ ਦਿੰਦੇ ਹੋ, ਤੁਸੀਂ ਇੱਜ਼ਤ ਦਿੰਦੇ ਹੋ, ਤੁਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਹੁਣ ਆਰਾਮ ਦੇਣਾ ਚਾਹੁੰਦੇ ਆ। ਪਰ ਇਹ ਨਾ ਹੋਵੇ ਕਿ ਆਪਾਂ ਉਹਨਾਂ ਤੋਂ ਸਾਰੇ ਹੀ ਕੰਮ ਛਡਾ ਲਈਏ, ਆਪਾਂ ਉਹਨਾਂ ਤੋਂ ਸਰੀਰਕ ਤੌਰ ਦੇ ਉੱਤੇ ਤੰਦਰੁਸਤੀ ਖੋਹ ਲਈਏ, ਅਗਲੇ ਬੰਦੇ ਨੂੰ ਮੰਜੇ ਤੇ ਬਿਠਾ ਲਈਏ ਤਾਂ ਸਾਲ 2 ਸਾਲ ਦੇ ਵਿੱਚ ਹੀ ਅਗਲੇ ਬੰਦੇ ਦੇ ਹੱਡ ਜੁੜ ਜਾਣ। ਥੋੜ੍ਹੇ ਬਹੁਤ ਉਹਨਾਂ ਨੂੰ ਗਤੀਵਿਧੀਆਂ ਕਰਨ ਦਿਓ। ਮਸਲਾ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਤੋਂ ਪੈਸੇ ਕਮਾਉਣੇ ਆ ਜਾਂ ਉਹਨਾਂ ਨੇ ਕੁਛ ਹੋਰ ਕਰਨਾ, ਪਰ ਬੰਦੇ ਦਾ ਰੂਟੀਨ ਬਣਿਆ ਹੁੰਦਾ, ਸਵੇਰੇ ਉੱਠੂਗਾ, ਚਾਹੇ ਉਹ ਬੀਬੀ ਹੈ ਚਾਹੇ ਉਹ ਬੰਦਾ ਹੈ, ਘੜੀ ਲੱਤ ਗੋਡੇ ਹੱਡ ਪੈਰ ਜਿਹੜੇ ਉਹਦੇ ਹਿੱਲਣਗੇ ਤਾਂ ਉਹ ਤੰਦਰੁਸਤ ਰਹੂਗਾ। ਜਦੋਂ ਤੁਸੀਂ ਆਓਗੇ ਤਾਂ ਉਹਨਾਂ ਦੀ ਖਬਰ ਲੈਣ ਨਹੀਂ ਆਓਗੇ। ਜਦੋਂ ਤੁਸੀਂ ਵਿਦੇਸ਼ੋਂ ਆਓਗੇ ਤਾਂ ਉਹ ਤੁਹਾਨੂੰ ਉੱਠ ਕੇ ਭੱਜ ਕੇ ਜੱਫੀ ਪਾ ਕੇ ਗੇਟ ਤੇ ਤੇਲ ਬੋਤਲ ਦੇ ਵਿੱਚੋਂ ਸਰੋਂ ਦਾ ਚੋਂਦੇ ਮਿਲਣਗੇ। ਆਪਾਂ ਫਿਰ ਖਬਰ ਥੋੜ੍ਹੀ ਲਈ ਜਾਣੀ ਹੈ ਕਿ ਭਾਈ ਇੱਕ ਬੰਦੇ ਦੀ, ਕਈ ਵਾਰੀ ਅਸੀਂ ਇਹ ਵੀ ਕਹਿੰਦੇ ਪੱਕੀ ਡਿਊਟੀ ਲਾਤੀ ਆਪਾਂ ਬੰਦੇ ਦੀ ਕਿ ਭਾਈ ਤੂੰ ਟੈਲੀਫੋਨ ਆਨ ਰੱਖਣਾ ਹੈ, ਜਦੋਂ ਬੀਬੀ ਪਾਪਾ ਤੈਨੂੰ ਟੈਲੀਫੋਨ ਕਰਨ ਰਾਤ ਬਰਾਤੇ ਤੂੰ ਗੱਡੀ ਚੱਕਣੀ ਹੈ, ਗੱਡੀ ਦੇ ਵਿੱਚ ਤੇਲ ਭਰਾ ਕੇ ਰੱਖਣਾ, ਸਿੱਧਾ ਡਾਕਟਰ ਤੇ ਲੈ ਜਾਣਾ। ਇਹ ਬਹੁਤ ਵਧੀਆ ਸਹੂਲਤ ਹੈ, ਇਹ ਬੜੀ ਚੰਗੀ ਸਹੂਲਤ ਹੈ, ਪਰ ਆਪਾਂ ਇੱਥੇ ਤੱਕ ਕੱਪੜਾ ਨਹੀਂ ਕਿਉਂ ਦੇਣੇ? ਸੋ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਲਈ ਸੰਧਾਲੀਆ ਸਾਹਿਬ ਮੈਂ ਚਿੰਤਤ ਜ਼ਰੂਰ ਹਾਂ। ਹਾਲਾਂਕਿ ਹੋ ਸਕਦਾ ਕਈ ਬੰਦੇ ਇਹ ਵੀ ਕਹਿਣ ਯਾਰ ਤੇਰੀ ਬਹੁਤ ਸਿਹਤ ਆ, ਤੁਸੀਂ ਦੇ ਦਿਓ ਸਲਾਹ, ਤੁਹਾਡੀ ਸ਼ਾਇਦ ਮੰਨ ਲੈਣ। ਨਹੀਂ, ਉਹ ਵੀ ਇਹਦਾ ਵੀ ਇੱਕ ਡਾਇਲੋਗ ਹੈਗਾ, ਕੀ ਦੱਸੀਏ ਪਰਮਵੀਰ, ਹੈ ਨਹੀਂ ਸਰੀਰਾਂ ਚੁਣ ਕੋ, ਹੈ ਨਾ, ਬਾ ਫਲਾਟ ਹੀ ਆ ਉਹ ਵੀ, ਬਸ ਨਾ ਦਵਾਈਆਂ ਦੁਈਆਂ ਨਾ ਹੋ ਗਈ।
ਇਹ ਵੈਸੇ ਗੱਲ ਤੁਹਾਡੀ ਠੀਕ ਆ, ਜਿਹੜਾ ਮਤਲਬ ਆਪਾਂ ਕਿਸੇ ਵੇਲੇ ਕਹਿਣਾ ਵੀ ਨਹੀਂ ਹੁਣ ਬਹੁਤ ਕੰਮ ਕਰ ਲਿਆ, ਧੀਆਂ ਪੁੱਤ ਕੰਮ ਕਰਨਗੇ, ਬਾਪੂ ਹੁਣ ਤੂੰ ਮੌਜ ਕਰਨੀ ਆ, ਤੇ ਉਹ ਬਾਪੂ ਜਿਹੜਾ ਸਾਰੀ ਉਮਰ ਆਪ ਝੋਨੇ 'ਚ ਤੇ ਕਣਕ 'ਚ ਤੇ ਹੋਰ ਬਾਕੀ ਫਸਲਾਂ 'ਚ ਯੂਰੀਆ ਆਪ ਪਾਉਂਦਾ ਰਿਹਾ ਹੁੰਦਾ, ਉਸੇ ਬਾਪੂ ਦਾ 2.5 ਸਾਲ ਬਾਅਦ ਯੂਰੀਆ ਕੰਟਰੋਲ 'ਚ ਨਹੀਂ ਆਉਣ ਡਿਆ, ਡਾਕਟਰ ਆਖਿਆ ਇਹਦਾ ਵਾਧਾ ਜੀ, ਇਹ ਨਾ ਜੀ ਗੋਡੇ ਵਿੰਗੇ ਹੋਣ ਦਾ ਕਾਰਨ ਇਹੋ ਹੀ ਹੈ। ਉਹ ਵੀ ਆਖਿਆ ਵੀ ਤੂੰ ਇੱਕ ਗੋਲੀ ਸਵੇਰੇ ਨਿਰਣੇ ਕਾਲਜੇ ਖਾਣੀ ਆ, ਇੱਕ ਦੁਪਹਿਰੇ ਖਾਣੀ, ਰਾਤ ਨੂੰ ਸੌਣ ਵੇਲੇ ਲਈ ਬਿਲਕੁਲ ਨਹੀਂ ਭੁੱਲਣੀ, ਫਲਾਨੀ ਸ਼ੈ ਨਹੀਂ ਖਾਣੀ, ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਉਹ ਨਹੀਂ ਖਾਣਾ। ਇਹ ਵੀ ਕਾਰਨ ਹੈਗਾ ਵੀ ਜਦੋਂ ਬਾਪੂ ਨੇ ਪਹਿਲਾਂ ਸਰੀਰ ਨੂੰ ਆਦਤ ਹੁੰਦੀ ਹੈ ਵੀ ਉਹਨੇ ਕੋਈ ਮਾੜਾ ਮੋਟਕਾ ਹੀ ਲੈ ਕੇ ਐਂ ਨੂੰ ਨਿਕਲ ਗਿਆ, ਕੋਈ ਪੱਠੇ ਵੱਢ ਲਿਆਂਦੇ, ਕੋਈ ਡੰਗਰ ਨੂੰ ਪਾਣੀ ਢਾਹ ਲਿਆ, ਕੋਈ ਧੁੱਪੇ ਛਾਵੇਂ ਕਰ ਲਿਆ, ਮੰਜਾ ਖਿੱਚ ਕੇ ਉੱਥੇ ਚੱਲ ਗਿਆ, ਮੋਟਰਸਾਈਕਲ 'ਤੇ ਲੱਦ ਦਿੱਤੀ, ਕਿਤੇ ਚਾਰ ਸੱਜਣਾ ਕੋ ਜਾ ਬੈਠਾ, ਤੇ ਕਿੱਥੇ ਉਹਨੂੰ ਆਖਣਾ ਵੀ ਹੁਣ ਤੋਂ ਐਂ ਚਿੱਟਾ ਕੁੜਤਾ ਪਜਾਮਾ ਪਾ ਕੇ ਤੇ ਬਸ ਅਖਬਾਰ ਲੈ ਦੇਣੀਆਂ, ਐਨਕਾਂ ਨਵੀਆਂ ਲਵਾ ਦੇਣੀਆਂ। ਤੇ ਬਾਪੂ ਨੇ ਉਸੇ ਦੇ ਵਰਕੇ ਜੇ ਫੋਲ ਕੇ ਕਦੀ ਇੱਧਰੋਂ ਜੋੜ ਕੇ ਖਬਰਾਂ ਪੜ੍ਹੀ ਆ, ਕਦੀ ਉੱਧਰੋਂ ਪੜ੍ਹੀ ਆ, ਤੇ ਅਖੀਰ ਫਿਰ ਯੂਰੀਆ ਹੀ ਵਧਣਾ, ਹੋਰ ਕੀ ਵਧਣਾ। ਸੰਧਾਲੀਆ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰੇ ਨੂੰ ਸੜਕ ਜਾਂਦੀ ਹੈ, ਉਸ ਇਲਾਕੇ ਦੇ ਵਿੱਚ ਬੀਤੇ ਕੱਲ੍ਹ ਨਾ ਇੱਕ ਪ੍ਰਾਈਵੇਟ ਬੱਸ ਡਿੱਗ ਪਈ, ਮੌਤਾਂ ਹੋ ਗਈਆਂ। ਪਹਿਲਾਂ ਆਈ ਗਿਣਤੀ ਕਿ 3 ਮੌਤਾਂ ਹੋਈਆਂ, ਫਿਰ 4 ਦੀ ਗਿਣਤੀ, 5 ਦੀ ਗਿਣਤੀ, 6 ਦੀ ਗਿਣਤੀ, 7, 8 ਲਾਸ਼ਾਂ ਕੱਢ ਲਈਆਂ। ਫਿਰ ਰੌਲਾ ਪਿਆ ਕਿ ਜ਼ਖਮੀ ਵੀ ਕਈ ਕੱਢ ਲਏ। ਫਿਰ ਇਹ ਰੌਲਾ ਪਿਆ ਕਿ ਭਾਈ ਕਈ ਬੰਦੇ ਐਂ ਲੱਗਦਾ ਕਿ ਰੁੜ ਗਏ ਨੇ। ਚਲੋ ਅਸੀਂ ਗਿਣਤੀ ਤੇ ਨਹੀਂ ਜਾਂਦੇ, ਨੁਕਸਾਨ ਹੋਇਆ, ਸਾਡਾ ਪੰਜਾਬੀਆਂ ਦਾ ਨੁਕਸਾਨ ਹੋਇਆ। ਉਹ ਕਿੰਨਾ ਨੁਕਸਾਨ ਹੋਇਆ ਉਹ ਗਿਣਤੀ ਦੇ ਨਾਲ ਤਾਂ ਹੁਣ ਕੋਈ ਬਹੁਤਾ ਫਰਕ ਪੈਣਾ ਨਹੀਂ। ਲੋਕਾਂ ਨੇ ਬੜੀ ਮਦਦ ਕੀਤੀ। ਪੰਜਾਬ ਦੇ ਲੋਕ ਇਸ ਗੱਲੋਂ ਚੰਗੇ ਨੇ ਕਿ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਭਾਈ ਨਹਿਰ ਦੇ ਵਿੱਚ ਬੱਸ ਡਿੱਗ ਪਈ ਹੈ, ਲੋਕਾਂ ਨੇ ਨਹੀਂ ਕਸਰ ਕੋਈ ਛੱਡੀ। ਪ੍ਰਸ਼ਾਸਨ ਦੇ ਆਉਣ ਤੋਂ ਪਹਿਲੇ ਲੋਕ ਆਪਣੀ ਪੱਧਰ ਦੇ ਉੱਤੇ ਲੱਗ ਪਏ ਸੀ। ਜਿਨ੍ਹਾਂ ਪਿੰਡਾਂ ਦੇ ਕੋਲ ਦੀ ਨਹਿਰਾਂ ਚੱਲਦੀਆਂ, ਲੋਕਾਂ ਨੂੰ ਤਰਨਾ ਵੀ ਆਉਂਦਾ ਹੁੰਦਾ। ਪਰ ਸੰਧਾਲੀਆ ਸਾਹਿਬ, ਬੜੀ ਪੇਚੀਦਗੀ ਵਾਲੀ ਸਥਿਤੀ ਹੈ। ਹਾਲਾਂਕਿ ਹੋ ਸਕਦਾ ਕੋਈ ਬੰਦਾ ਆਖੇ ਯਾਰ ਸਾਰੀ ਦੁਨੀਆ 'ਚ ਐਕਸੀਡੈਂਟ ਹੁੰਦੇ, ਕਿਤੇ ਅਮਰੀਕਾ ਕੈਨੇਡਾ 'ਚ ਘੱਟ ਹੁੰਦੇ ਆ, ਪਰ ਪੰਜਾਬ ਦੇ ਵਿੱਚ ਜੋ ਟ੍ਰੈਫਿਕ ਦੇ ਹਾਲਾਤ ਨੇ, ਪੰਜਾਬ ਦੇ ਵਿੱਚ ਜਿੱਥੇ ਕਿ ਇਸ ਵੇਲੇ ਸਥਿਤੀ ਜਿਹੜੀ ਉਹ ਖਲੋਤੀ ਹੈ, ਉਹ ਬੜੀ ਅਜੀਬੋ-ਗਰੀਬ ਹੈ। ਸਾਡੀਆਂ ਸੜਕਾਂ ਦੇ ਹਾਲਾਤ ਬਹੁਤੇ ਠੀਕ ਨਹੀਂ। ਅਸੀਂ ਕਈ ਜਗ੍ਹਾ ਦੇ ਉੱਤੇ ਬੰਨੇ ਆਪ ਵੱਡੇ ਆ, ਖਾਸ ਤੌਰ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਸੜਕਾਂ ਚੌੜੀਆਂ ਨੇ, ਪੁਲ ਤੰਗ ਨੇ, ਨਹਿਰਾਂ ਨੂਰਾਂ ਦੇ ਉੱਪਰ ਦੀ, ਚੋਆਂ ਦੇ ਉੱਪਰ ਦੀ ਜਿਹੜੇ ਉਹ ਪੁਲ ਲੰਘਦੇ ਨੇ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਜਿਹਾ ਮੁੱਦਾ। ਹੁਣ ਜਦੋਂ ਗੱਲ ਇੱਥੇ ਤੱਕ ਆ ਜਾਂਦੀ ਹੈ ਤਾਂ ਫਿਰ ਸਾਨੂੰ ਸੋਚਣਾ ਪਊਗਾ। ਸਾਨੂੰ ਕਾਹਲ ਬੜੀ ਹੁੰਦੀ ਹੈ ਕਈ ਵਾਰੀ ਕਿ ਅਸੀਂ ਛੇਤੀ ਪਹੁੰਚਣਾ। ਹਾਲਾਂਕਿ ਇੰਨੇ ਜ਼ਿਆਦਾ ਕੰਮ ਨਹੀਂ ਹੈ ਕਿ ਅਸੀਂ 8 ਵਜੇ ਦੇ 8 ਵਜੇ ਸਾਰੇ ਬੰਦੇ ਸਰਕਾਰੀ ਪ੍ਰਾਈਵੇਟ ਨੌਕਰੀ ਥੋੜ੍ਹੀ ਕਰਦੇ ਆ। ਫਿਰ ਵੀ ਸਾਨੂੰ ਕਾਹਲ ਹੁੰਦੀ ਕਿ ਅਸੀਂ ਇੱਕ ਦੂਜੇ ਤੋਂ ਅੱਗੇ ਹੋ ਕੇ ਨਿਕਲ ਜਾਈਏ। ਅਸੀਂ ਜਿਹੜੀ ਵੱਡੀ ਲਾਈਟ ਹੈ, ਹਾਈ ਬੀਮ, ਉਹ ਜਗਾ ਕੇ ਤੁਰਨ ਦੇ ਬੜੇ ਆਦੀ ਆ ਕਿ ਭਾਈ ਅੱਗੇ ਪਿੱਛੇ ਸਾਨੂੰ ਦਿਸੇ ਹੀ ਕੁਛ ਨਾ। ਮੈਂ ਖਾਸ ਤੌਰ ਦੇ ਉੱਤੇ ਇੱਕ ਗੱਲ ਦੀ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜੇ ਸਰਕਾਰ ਕਿਤੇ ਇੱਧਰਲੇ ਪਾਸੇ ਧਿਆਨ ਥੋੜ੍ਹਾ ਜਿਹਾ ਦੇ ਲਵੇ, ਥੋੜ੍ਹਾ ਜਿਹਾ ਵੀ ਦੇ ਲਵੇ, ਕਿ ਭਾਵੇਂ ਪ੍ਰਾਈਵੇਟ ਬੱਸ ਕੰਪਨੀਆਂ ਹੀ ਆ, ਉਹਨਾਂ ਨੇ ਬੱਸਾਂ ਚਲਾਈਆਂ ਹੁੰਦੀਆਂ, ਟਾਈਮ ਕਲੀਅਰ ਕੀਤੇ ਹੁੰਦੇ, ਸਰਕਾਰੀ ਬੱਸਾਂ ਦੇ ਵੀ ਟਾਈਮ ਕਲੀਅਰ ਕੀਤੇ ਕਿ ਭਾਈ ਲੁਧਿਆਣਿਓਂ ਇੰਨੇ ਵਜੇ ਚੱਲਣੀ ਹੈ, ਇੰਨੇ ਵਜੇ ਫਲੋਰ ਪਹੁੰਚਣੀ ਹੈ, ਇੰਨੇ ਵਜੇ ਗੁਰਾਇਆ ਪਹੁੰਚਣੀ ਹੈ, ਇੰਨੇ ਵਜੇ ਬੱਸ ਫਗਵਾੜੇ ਚਾਹੀਦੇ ਆ, ਇੰਨੇ ਵਜੇ ਰਾਮਾ ਮੰਡੀ ਚਾਹੀਦੀ ਹੈ, ਇੰਨੇ ਵਜੇ ਜਲੰਧਰ ਚਾਹੀਦੀ ਹੈ, ਉਹਦੇ ਤੋਂ ਬਾਅਦ ਮਕਸੂਦਾ, ਇੰਨੇ ਵਜੇ ਕਰਤਾਰਪੁਰ, ਇੰਨੇ ਵਜੇ ਬਿਆਸ, ਇੰਨੇ ਵਜੇ ਜੰਡਿਆਲੇ, ਇੰਨੇ ਵਜੇ ਤੇ ਅੰਮ੍ਰਿਤਸਰ, ਇੰਨੇ ਵਜੇ। ਕੀ ਸਾਡੀਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਿੰਨਾ ਰਸ਼ ਹੈ, ਜਿੰਨੀ ਟ੍ਰੈਫਿਕ ਹੈ, ਜਾਂ ਸਾਡੀਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਿਸ ਤਰੀਕੇ ਕੰਸਟਰਕਸ਼ਨ ਦਾ ਕੰਮ ਚੱਲਦਾ, ਕੀ ਸੰਭਵ ਹੈ ਕਿ ਠੀਕ ਜਿਹੜੀ ਸਪੀਡ ਦੇ ਉੱਤੇ ਸੁਰੱਖਿਅਤ ਢੰਗ ਦੇ ਨਾਲ ਆਪਾਂ ਬੱਸਾਂ ਚਲਾ ਕੇ ਉਨੇ ਮਿੰਟਾਂ ਦੇ ਵਿੱਚ ਆਪਣੀ ਮੰਜ਼ਿਲ ਦੇ ਉੱਤੇ ਅੱਪੜ ਸਕਦੇ ਹਾਂ? ਤਾਂ ਜੇ ਉਹ ਸਮਾਂ ਥੋੜ੍ਹਾ ਜਿਹਾ ਘੱਟ ਹੈ ਤੇ ਸਮਾਂ ਵਧਾਉਣਾ ਸਮੇਂ ਦੀ ਵੱਡੀ ਲੋੜ ਹੈ, ਕਿਉਂਕਿ ਕਈ ਵਾਰੀ ਤਾਂ ਬੱਸਾਂ ਇੰਨੀ ਤੇਜ਼ ਗਤੀ ਦੇ ਨਾਲ ਮਜਬੂਰੀ ਦੇ ਵਿੱਚ ਹੀ ਕਹਿ ਲਓ ਚਲਾਈਆਂ ਜਾਂਦੀਆਂ ਕਿ ਭਾਈ ਬੰਦਾ ਕਹਿੰਦਾ ਮਹਾਰਾਜ ਇਹਨੂੰ ਪਹਿਲਾਂ ਲੰਘ ਲੈਣ ਦਿਓ, ਬਾਕੀ ਫੇਰ ਦੇਖਾਂਗੇ। ਇਹਦੇ 'ਚ ਵੈਸੇ ਵਾਕਈ ਕੋਈ ਦੂਜੀ ਗੱਲ ਨਹੀਂ ਹੈ ਕਰਨ ਵਾਲੀ, ਕਿਉਂਕਿ ਜਿਹੜੀ ਕਾਹਲ ਆ ਨਾ ਬਾਠ ਸਾਹਿਬ, ਉਹ ਆਪਣੇ ਅੰਦਰੋਂ ਜਾਂਦੀ ਨਹੀਂ। ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਬੰਦਾ ਮੇਰੇ ਅੱਗੇ ਚਲਾ ਰਿਹਾ, ਸੱਜੇ ਖੱਬੇ ਚਲਾ ਰਿਹਾ, ਇਹ ਡਰਾਈਵਰ ਹੀ ਨਹੀਂ, ਇਹਨੂੰ ਭੋਰਾ ਅਕਲ ਨਹੀਂ, ਜਿੰਨੀ ਅਕਲ ਸਾਰੀ ਮੈਨੂੰ ਡਰਾਈਵਰੀ ਸਾਰੀ ਮੇਰੇ ਕੋਲੇ ਆ। ਤੇ ਫਿਰ ਜੇ ਆਪਣੇ ਕੋਲੋਂ ਕੋਈ ਬਾਤ ਘਾਟ ਹੋ ਵੀ ਜਾਵੇ ਤਾਂ ਵੀ ਆਪਾਂ ਅੱਖਾਂ ਅਗਲੇ ਨੂੰ ਕੱਢਦੇ ਹਾਂ ਤੇ ਨੁਕਸ ਅਗਲੇ 'ਚ ਕੱਢਦੇ ਹਾਂ। ਇਹ ਲੜਾਈ ਪੜ੍ਹਾਈ ਕਈ ਵਾਰ ਆਪਸ 'ਚ ਇੰਨੀ ਕੁ ਵੱਧ ਜਾਂਦੀ ਆ ਵੀ ਇੱਕ ਦੂਸਰੇ ਦੀ ਮਾਰ ਕਟਾਈ ਇੱਥੋਂ ਤੱਕ ਕਿ ਕਤਲਾਂ ਤੱਕ ਵੀ ਨੌਬਤ ਪਹੁੰਚ ਜਾਂਦੀ ਆ। ਹੁਣ ਗੱਲ ਇਹ ਆ ਵੀ ਇਹ ਜਦੋਂ ਆਪਾਂ ਆਵਾਜਾਈ ਦੀ ਗੱਲ ਕਰਦੇ ਹਾਂ, ਹਾਲਾਂਕਿ ਪਿਛਲੇ ਦਿਨੀ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਜਿੱਦਾਂ ਵੱਖਰਾ ਵਿੰਗ ਬਣਾ ਲਿਆ, ਗੱਡੀਆਂ ਦੀ ਡਿਊਟੀ ਲਾਤੀ, ਬੰਦੇ ਭਰਤੀ ਕਰ ਲਏ ਵੀ ਆਹ ਜਿਹੜੇ ਬੰਦੇ ਨੇ ਜੀ 30 ਕਿਲੋਮੀਟਰ ਦੇ ਵਿੱਚ ਗੱਡੀ ਖਲੋਤੀ ਹੋਊਗੀ, ਕਿਤੇ ਕੋਈ ਮਤਲਬ ਇਹੋ ਜਿਹੀ ਰੱਬ ਨਾ ਕਰੇ ਘਟਨਾ ਵਾਪਰਦੀ ਆ, ਉੱਥੇ ਪਹੁੰਚਣਗੇ, ਜਾ ਕੇ ਪਤਾ ਕਰਨਗੇ, ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣਗੇ। ਮੈਨੂੰ ਲੱਗਦਾ ਹੁੰਦਾ ਵੀ 30 ਕਿਲੋਮੀਟਰ ਹੋ ਸਕਦਾ ਇਹਦੇ ਤੋਂ ਨੇੜੇ ਪੰਜਾਬ ਸਰਕਾਰ ਦੇ ਲਈ ਸੰਭਵ ਨਾ ਹੋਵੇ ਵੀ ਯਾਰ ਇਹ ਤੋਂ ਨੇੜੇ ਹੋਰ ਕੀ ਡੱਕਾਂਗੇ 10 ਗੱਡੀਆਂ, ਪਰ 30 ਕਿਲੋਮੀਟਰ ਦਾ ਪੈਂਡਾ ਬੜਾ ਹੁੰਦਾ। ਸਾਨੂੰ ਤਾਂ 2 ਕਿਲੋਮੀਟਰ ਹੀ ਕਿਤੇ ਮਿਲ ਜਾਣ, ਤੇ ਜੇ ਅਜੇ ਥੋੜ੍ਹਾ ਜਿਹਾ ਮੁੰਡਾ ਮੁੱਛ ਫੁੱਟਿਆ ਚੜ੍ਹਦੀ ਜਵਾਨੀ ਹੈ,
ਉਹ ਤੇ 2 ਕਿੱਲਿਆਂ 'ਚ ਹੀ ਪਟਾਕੇ ਪਵਾਉਂਦਾ ਮੋਟਰਸਾਈਕਲ ਤੇ 30 ਕਿਲੋਮੀਟਰ ਤੇ ਬੜੀ ਦੂਰ ਤੱਕ ਇਹ ਗੱਲ ਹੈ ਨਾ। ਹੁਣ ਜੇ ਆਪਾਂ ਗੱਲ ਕਰ ਲਈਏ ਬੱਸਾਂ ਦੀ ਜਾਂ ਬਾਕੀ ਚੀਜ਼ਾਂ ਦੀ, ਉਹਦੇ ਵਿੱਚ ਵੀ ਜਿਹੜੀ ਖਾਨਾ ਪੂਰਤੀ ਵਾਲਾ ਕੰਮ ਹੈ ਵੀ ਹਾਂ ਕਾਗਜ਼ਾਂ ਦਾ ਢਿੱਡ ਭਰ ਕੇ ਜੋ ਮਰਜ਼ੀ ਆਪਾਂ ਚਲਾਈ ਜਾਈਏ, ਕੋਈ ਪੁੱਛਣ ਵਾਲਾ ਨਹੀਂ, ਕੋਈ ਗਿੱਛਣ ਵਾਲਾ ਨਹੀਂ, ਕਿਸੇ ਨੂੰ ਕੋਈ ਸਿਖਲਾਈ ਦੇਣ ਦੀ ਲੋੜ ਨਹੀਂ। ਐਂਡ ਸਭ ਤੋਂ ਮਾੜੀ ਗੱਲ ਇਹ ਕਿ ਮੈਂ ਹੈਰਾਨ ਆ, ਕੋਈ ਬੰਦਾ RTI ਪਾ ਕੇ ਨਹੀਂ ਪੁੱਛਦਾ, ਕੋਈ ਬੰਦਾ ਪੁੱਛਣ ਵਾਲਾ ਨਹੀਂ ਹੈਗਾ। ਜਿਹੜੇ ਸੜਕਾਂ ਬਣਾਉਣ ਵਾਲੇ ਕੰਟਰੈਕਟਰ ਨੇ ਜਾਂ ਉਹਨਾਂ ਦੀ ਗਾਂ ਉਸ ਤੋਂ ਬਾਅਦ ਚੈਕਿੰਗ ਕਰਕੇ ਤੇ ਉਹ ਸਾਰਾ ਕੁਝ ਓਕੇ ਕਰਨ ਵਾਲੇ ਬੰਦੇ ਨੇ, ਉਹਨਾਂ ਨੂੰ ਖੁਦ ਸਾਈਨਾਂ ਦੇ ਬਾਰੇ 'ਚ, ਉਹਨਾਂ ਨੂੰ ਖੁਦ ਮਾਰੀਆਂ ਹੋਈਆਂ ਲੀਕਾਂ ਦੇ ਬਾਰੇ 'ਚ, ਲੱਗੇ ਹੋਏ ਬੋਰਡਾਂ ਦੇ ਉੱਪਰ ਲਿਖੀ ਹੋਈ ਸਪੀਡ ਦੇ ਉੱਪਰ, ਸਪੀਡ ਲਿਮਟ ਦੇ ਉੱਪਰ, ਜਾਂ ਕਿਹੜੇ ਸਾਈਨ ਦਾ ਕੀ ਮਤਲਬ ਹੈ ਜਾਂ ਉੱਥੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਉਹ ਵੀ ਪਤਾ ਨਹੀਂ ਹੈਗਾ। ਤੇ ਮੈਂ ਹੈਰਾਨ ਆ ਵੀ ਜੇ ਡਿਪਾਰਟਮੈਂਟ ਜਾਂ ਸੜਕਾਂ ਬਣਾਉਣ ਵਾਲਿਆਂ ਨੂੰ ਜਾਂ ਉਹਨਾਂ ਦੀ ਗਾਂ ਨਿਗਰਾਨੀ ਕਰਨ ਵਾਲਿਆਂ ਨੂੰ, ਸਾਈਨ ਲਾਉਣ ਵਾਲਿਆਂ ਤੱਕ ਦੇ ਵਿੱਚ ਬੰਦੇ ਇਹੋ ਜਿਹੇ ਹੈਗੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਤੇ ਫਿਰ ਜਿਹੜੇ ਉਹਦੇ ਉੱਤੇ ਚੱਲਣ ਵਾਲੇ ਹੋਣਗੇ ਉਹ ਮੇਰੇ ਨੂੰ ਕਿੱਡੇ ਗੁਹਾਟੀ ਵਾਲੇ ਡਰਾਈਵਰ ਹੋਣਗੇ, ਤੁਸੀਂ ਆਪ ਸੋਚ ਲਓ। ਸੰਧਾਲੀਆ ਸਾਹਿਬ, ਇੱਕ ਨਾ ਇੱਥੇ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਜਿਹੜੀਆਂ ਸਮੱਸਿਆਵਾਂ ਆਪਣੇ ਨੇ, ਆਪਾਂ ਵੈਸਟਰਨ ਕੰਟਰੀਜ਼ ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਇੱਥੇ ਅਵਾਰਾ ਪਸ਼ੂਆਂ ਨੇ ਵੀ ਆਉਣਾ, ਇੱਥੇ ਸਕੂਟਰ ਨੇ ਵੀ ਉੱਥੇ ਚੱਲਣਾ, ਇੱਥੇ ਗੱਡੇ ਨੇ ਵੀ ਉੱਥੇ ਚੱਲਣਾ, ਇੱਥੇ ਤਾਂਗੇ ਨੇ ਵੀ ਉੱਥੇ ਚੱਲਣਾ, ਗੁੱਜਰ ਭਾਈਚਾਰੇ ਦੇ ਪਸ਼ੂਆਂ ਨੇ ਵੀ ਉੱਥੇ ਚੱਲਣਾ। ਜਾਣੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਪਵਾਦ ਨੇ, ਉਹਨਾਂ ਦਾ ਇੱਕਦਮ ਹੱਲ ਨਹੀਂ ਹੋ ਸਕਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਕੁਝ ਕੁ ਚੀਜ਼ਾਂ ਦਾ ਹੱਲ ਹੋ ਸਕਦਾ। ਘੱਟੋ ਘੱਟ ਜੇ ਅਸੀਂ ਆਪਣੀ ਸਪੀਡ ਦੇ ਉੱਤੇ ਕੰਟਰੋਲ ਕਰ ਲਈਏ, 5-7 ਮਿੰਟ ਪਹਿਲਾਂ ਤੁਰ ਪਈਏ, ਤਾਂ ਸ਼ਾਇਦ ਜਿਹੜਾ ਉਹ ਬਚਾਅ ਹੋ ਸਕਦਾ। ਹੁਣ ਤੁਸੀਂ ਦੇਖੋ ਕਿ ਜਿੰਨੇ ਲੋਕਾਂ ਦੀ ਇਹਦੇ ਵਿੱਚ ਮੌਤ ਹੋਈ ਹੈ, ਜਿੰਨੇ ਲੋਕ ਜ਼ਖਮੀ ਹੋਏ ਹੈ, ਕਈ ਅਪਾਹਜ ਹੋ ਗਏ ਹੋਣੇ ਬੰਦੇ, ਨਕਾਰਾ ਹੋ ਗਏ ਹੋਣੇ ਆ ਬੰਦੇ। ਹੁਣ ਉਹ ਜਿਹੜੇ ਲੋਕ ਨੇ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ, ਉਹ ਸਧਾਰਨ ਹੁੰਦੇ ਆ, ਉਹ ਵਿੱਤੀ ਤੌਰ ਦੇ ਉੱਤੇ ਬਹੁਤੇ ਮਜ਼ਬੂਤ ਨਹੀਂ ਹੁੰਦੇ। ਇਸ ਕਰਕੇ ਉਹਨਾਂ ਦੀ ਸਾਰ ਲੈਣੀ ਬਹੁਤ ਵੱਡੀ ਲੋੜ ਹੈ ਕਿ ਭਾਈ ਉਹਨਾਂ ਦੀ ਸਾਰ ਲਈ ਜਾਵੇ ਕਿ ਕਹਾਣੀ ਕਿੱਥੇ ਖੜੀ ਹੈ, ਕਿੱਧਰਲੇ ਪਾਸੇ ਨੂੰ ਜਾਂਦੀ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਬੱਚਾ ਤਾਂ ਨਹੀਂ ਜਿਹੜਾ ਹੁਣ ਕਿਤੇ ਬਾਪੂ ਜੇ ਕਿਸੇ ਦਾ ਚਲੇ ਗਿਆ ਤਾਂ ਉਹਦੀ ਪੜ੍ਹਾਈ ਰੁਕ ਜੇ, ਕਿਤੇ ਬਜ਼ੁਰਗ ਪਰਿਵਾਰ ਦੇ ਵਿੱਚ ਕੋਈ ਇਕੱਲੇ ਤਾਂ ਨਹੀਂ ਰਹਿ ਗਿਆ ਕਿ ਦਵਾਈ ਦਾਰੂ ਤੋਂ ਹੀ ਇੱਧਰ ਉੱਧਰ ਹੋ ਜਾਣ। ਮੈਂ ਨਾ, ਤੁਸੀਂ ਜਦੋਂ 30 ਕਿਲੋਮੀਟਰ ਵਾਲਾ ਜ਼ਿਕਰ ਕੀਤਾ ਸੀ, ਮੈਂ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਤੋਂ ਵੀ ਚਾਹੁੰਦਾ ਟਿੱਪਣੀਆਂ। ਕਈ ਵਾਰੀ ਅਸੀਂ ਦੋਏ ਭਰਾ, ਸਾਡਾ ਆਪਸ ਵਿੱਚ ਕੋਈ ਵਿਵਾਦ ਨਹੀਂ ਹੁੰਦਾ, ਅਸੀਂ ਵੱਖਰੇ ਵੱਖਰੇ ਐਂਗਲ ਇਸ ਕਰਕੇ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਅਸਲੀ ਫੈਸਲਾ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ, ਤੁਸੀਂ ਸਾਡੇ ਤੋਂ ਵੱਡੇ ਵੀ ਹੋ ਬਹੁਤ ਸਾਰੇ, ਸਾਨੂੰ ਵੇਖਣ ਸੁਣਨ ਵਾਲੇ, ਤੁਸੀਂ ਫੈਸਲਾ ਕਰ ਸਕਦੇ ਹੋ। ਮੈਨੂੰ ਸੰਧਾਲੀਆ ਸਾਹਿਬ ਪਤਾ ਕੀ ਲੱਗਦਾ, ਅਜੇ ਤੱਕ ਤਾਂ 50 ਕਿਲੋਮੀਟਰ ਤੇ ਵੀ ਕੋਈ ਫੋਰਸ ਦੀ ਗੱਡੀ ਨਹੀਂ ਸੀ ਜਿਹੜੀ ਟ੍ਰੈਫਿਕ ਪੁਲਿਸ ਸਪੈਸ਼ਲ ਬਣਨੀ ਹੈ, 100 ਕਿਲੋਮੀਟਰ ਤੇ ਵੀ ਸ਼ਾਇਦ ਨਹੀਂ ਸੀ। ਇੱਕੋ ਵਾਰੀ ਸਰਕਾਰਾਂ ਦੇ ਲਈ ਪੰਜਾਬ ਵਰਗੇ ਸੂਬੇ ਦੇ ਵਿੱਚ, ਭਾਰਤ ਵਰਗੇ ਦੇਸ਼ ਦੇ ਵਿੱਚ ਸੰਭਵ ਨਹੀਂ। ਮੈਂ ਕਹਿੰਦਾ ਕਿ 30 ਕਿਲੋਮੀਟਰ ਦੇ ਵਿੱਚ ਹੀ ਇਹ ਇੰਪਲੀਮੈਂਟ ਕਰ ਦੇਣ, ਲਾਗੂ ਕਰ ਦੇਣ, ਫਿਰ ਮੁੜ ਕੇ 20 ਤੱਕ ਹੋ ਜਾਊਗਾ, ਹੌਲੀ ਹੌਲੀ 15 ਤੱਕ ਹੋ ਜਾਊਗਾ। ਜੇ ਐਤਕੀ 30 ਤੱਕ ਵੀ ਨਾ ਕਰ ਸਕੇ ਤਾਂ ਫਿਰ 15 ਤੱਕ ਕਦੇ ਵੀ ਨਹੀਂ ਹੋਣਾ। ਇਦਾਂ ਹੀ ਇੱਕ ਹੋਰ ਚਰਚਾ ਚੱਲਦੀ ਸੀ, ਬੜੇ ਸੱਜਣਾ ਦੇ ਸੁਨੇਹੇ ਆਏ, ਕਹਿੰਦੇ ਜੀ ਪੰਜਾਬ ਸਰਕਾਰ ਨੇ ਇੱਕ ਨਿਯਮ ਕੱਢਿਆ ਕਿ ਜਿਨ੍ਹਾਂ ਸਕੂਲਾਂ ਦੇ ਵਿੱਚ 100 ਬੱਚੇ ਨੇ, ਉੱਥੇ ਸ਼ਾਇਦ ਚੌਕੀਦਾਰ ਸਾਹਿਬ ਜਾਂ ਸਫਾਈ ਕਰਮਚਾਰੀ ਸਾਹਿਬ ਜਿਹੜੇ ਹੈ ਉਹ ਰੱਖੇ ਜਾ ਸਕਦੇ ਆ। ਮੇਰੇ ਖਿਆਲ 3-4 ਹਜ਼ਾਰ ਰੁਪਈਆ ਉਹਨਾਂ ਨੂੰ ਸਰਕਾਰ ਦਊਗੀ, ਕੁਛ ਇਦਾਂ ਦਾ ਪ੍ਰਪੋਜ਼ਲ ਸੀ। ਬੜਾ ਜੈਨੂਅਨ ਸਵਾਲ ਆਇਆ ਕਿ ਕਹਿੰਦੇ ਜਿੱਥੇ 99 ਬੱਚੇ ਨੇ ਸਕੂਲ ਦੇ ਵਿੱਚ, ਕੀ ਉੱਥੇ ਚੌਕੀਦਾਰ ਦੀ ਲੋੜ ਨਹੀਂ, ਕੀ ਉੱਥੇ ਸਫਾਈ ਕਰਮਚਾਰੀ ਦੀ ਲੋੜ ਨਹੀਂ? ਬੜਾ ਜੈਨੂਅਨ ਕੰਸਰਨ ਸੀ ਕਿ ਜਿੱਥੇ 20 ਬੱਚੇ ਵੀ ਆ ਉੱਥੇ ਵੀ ਸਫਾਈ ਚਾਹੀਦੀ ਹੈ, ਜਿੱਥੇ 40 ਬੱਚੇ ਆ ਉੱਥੇ ਵੀ ਸਫਾਈ ਚਾਹੀਦੀ ਹੈ, 99 ਵਾਲੀ ਤਾਂ ਚਾਹੀਦੀ ਹੈ। ਬਿਲਕੁਲ ਠੀਕ ਹੈ, ਸਾਰੇ ਹੀ ਸਕੂਲਾਂ ਦੇ ਵਿੱਚ ਇਹ ਪ੍ਰਬੰਧ ਹੋਣਾ ਚਾਹੀਦਾ, ਪਰ ਹੋ ਸਕਦਾ ਕਿ ਉਹਨਾਂ ਦੀ ਸਮਰੱਥਾ ਇੰਨੀ ਨਾ ਹੋਵੇ। ਅੱਜ 100 ਤੱਕ ਹੋਇਆ, ਕੱਲ ਨੂੰ ਰੌਲਾ ਰੱਪਾ ਪਊਗਾ, ਹੋਰ 6 ਮਹੀਨਿਆਂ ਨੂੰ ਇਹ ਕਰਾ ਲਿਆ ਜਾਵੇ ਕਿ ਜਿੱਥੇ 50 ਤੋਂ ਵੱਧ ਬੱਚੇ ਨੇ ਅਸੀਂ ਉੱਥੇ ਵੀ ਦੇਵਾਂਗੇ, ਹੌਲੀ ਹੌਲੀ ਸਾਰੇ ਸਕੂਲਾਂ ਦੇ ਵਿੱਚ ਹੋ ਜੂ। ਪਹਿਲ ਕਦਮੀ ਕਰਨ ਦਾ ਯਤਨ ਤਾਂ ਕੀਤਾ ਜਾ ਰਿਹਾ ਕਿਤੇ ਨਾ ਕਿਤੇ, ਪਰ ਹਾਂ ਸਾਰੇ ਪਾਸੇ ਸਾਰੇ ਤਰੀਕੇ ਦੇ ਨਾਲ ਸ਼ਾਇਦ ਇੱਕੋ ਵਾਰੀ ਏਡੀ ਵੱਡੀ ਛਾਲ ਤੇ ਏਡੀ ਹਿੰਮਤ ਸ਼ਾਇਦ ਵੱਜਦੀ ਨਹੀਂ ਅਜੇ। ਕੀ ਕਹਿੰਦੇ ਹੋ? ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਜਿਹੜੀ ਹੈ ਜੀ ਉਹ ਅੱਧੇ ਕਿਲੋਮੀਟਰ ਤੇ ਬੰਦਾ ਖੜਾ ਕਰਦੇ, ਅੱਧੇ ਕਿਲੋਮੀਟਰ ਤੇ ਵੀ ਬੰਦਾ ਖੜਾ ਕਰਤਾ ਤੇ ਮੈਂ ਤੇ 2 ਕਿੱਲੇ ਹੀ ਕਿਹਾ ਜੇ ਵੀ ਪਟਾਕਾ ਤੇ 2 ਕਿੱਲਿਆਂ 'ਚ ਪਾ ਦਿੰਦਾ ਅਗਲਾ ਬੰਦਾ ਜਿਹਨੇ ਪਾਉਣਾ ਹੁੰਦਾ। ਇਸ ਕਰਕੇ ਉਹ ਸਮਝਦਾਨੀ ਜਿਹੜੀ ਸਾਨੂੰ ਆਪ ਨੂੰ ਹੀ ਵਰਤਣੀ ਪਊਗੀ ਨਾ, ਕਿਉਂਕਿ ਜਦੋਂ ਬੰਦਾ ਵੇਂਦਾ ਵੀ ਹੁਣ ਹਮ ਹੈ, ਇੱਕ ਨਾ ਵਾਲਾਂ ਨੂੰ ਜਲ ਜੁਲ ਲੱਗੀ ਆ ਤੇ ਮੋਟਰਸਾਈਕਲ ਥੱਲੇ ਆ, ਤੇ ਹੁਣ ਮੈਂ ਇਹਨੂੰ ਇੱਕ ਨਾ ਡਾ ਕੇ ਵੇਖਿਆ ਵੀ ਭਲਾ ਇਹ ਉੱਡਦਾ, ਉਹ ਜਿਹੜੀ ਚੀਜ਼ ਹੈ ਨਾ ਉਹ ਹੁਣ ਕਿਸੇ ਨੇ ਤੇ ਘੋਲ ਕੇ ਦਿਮਾਗ 'ਚ ਪਾਉਣੀ ਨਹੀਂ, ਜਾਂ ਕਿਸੇ ਸਰਕਾਰ ਦੇ ਡੰਡੇ ਨੇ ਤੇ ਕੰਮ ਚੱਲਣਾ ਨਹੀਂ ਵੀ ਇਕੱਲੇ ਦੇ ਮੋਟਰਸਾਈਕਲ ਦੇ ਮਗਰ ਕਾਰ ਦੇ ਵਿੱਚ ਆਪ ਜਨਾਬ ਬੈਠੇ ਰਹਿਣ ਵੀ ਤੂੰ ਠੀਕ ਨਾ ਚਲਾਇਆ ਤੇ ਮੈਂ ਤੇਰਾ ਗੱਡੀ 'ਚ ਬੈਠਦੇ ਹੀ ਚਲਾਨ ਕੱਟ ਦੇਣਾ, ਇਸ ਕਰਕੇ ਤੂੰ ਠੀਕ ਚਲਾ। ਉਹਦੇ ਬੰਦੇ ਦੇ ਅੰਦਰੋਂ ਆਵਾਜ਼ ਆਵੇ ਵੀ ਹਾਂ ਯਾਰ ਆਹ ਰੂਲ ਆ, ਇਹ ਮੈਨੂੰ ਮੰਨਣਾ ਚਾਹੀਦਾ। ਹਾਂ ਜੇ ਨਹੀਂ ਮੰਨਣਾ ਤੇ ਫਿਰ ਸਾਰਾ ਕੁਝ ਚੱਲੀ ਜਾਂਦਾ। ਦੂਜੇ ਪਾਸੇ ਗੱਲ ਇਹ ਹੈ ਨਾ ਵਾਟ ਸਾਹਿਬ ਕਿ ਵੀ ਇਹ ਸਾਰੇ ਪ੍ਰਬੰਧ ਕਰਨ ਲਈ ਸਰਕਾਰਾਂ ਨੂੰ ਚਾਹੀਦਾ ਹੁੰਦਾ ਪੈਸਾ, ਤੇ ਜਦੋਂ ਆਪਾਂ ਪੈਸੇ ਦੀ ਗੱਲ ਕਰਦੇ ਹਾਂ ਤੇ ਸਰਕਾਰਾਂ ਕਹਿੰਦੀਆਂ ਨੇ ਕਿ ਵੀ ਸਾਡੇ ਹੱਕ ਹਕੂਕ ਦਾ ਪੈਸਾ ਜੀ ਕੇਂਦਰ ਸਰਕਾਰ ਸਾਨੂੰ ਦਿੰਦੀ ਨਹੀਂ। ਪਿਛਲੇ ਵਾਹਵਾ ਸਮੇਂ ਤੋਂ ਇੱਕ ਪੇਂਡੂ ਵਿਕਾਸ ਫੰਡ ਜਿਹੜਾ ਉਹ ਰੁਕਿਆ, ਉਹਦਾ ਰੇੜਕਾ
ਕੇਂਦਰ ਸਰਕਾਰ ਕਹਿੰਦੀ ਹੈ ਵੀ ਜੀ ਇਹ ਤੁਸੀਂ ਕਿਤੇ ਹੋਰ ਵਰਤੇ ਹੋ, ਅਸੀਂ ਤੁਹਾਨੂੰ ਦੇਣਾ ਨਹੀਂ। ਫਿਰ ਉਹਦੀ ਪਰਸੈਂਟੇਜ ਘਟਾਉਣ ਦੀ ਗੱਲ ਚੱਲਦੀ ਵੀ ਨਹੀਂ ਇੰਨਾ ਨਹੀਂ ਜੀ ਇੰਨਾ ਦੇਵਾਂਗੇ। ਉਹ ਜਿਹੜਾ ਬਕਾਇਆ ਵਾਹਵਾ 1000 ਕਰੋੜ ਰੁਪਈਆ ਬਣ ਚੁੱਕਾ ਤੇ ਲਗਾਤਾਰ ਜਦੋਂ ਨਹੀਂ ਮਿਲ ਰਿਹਾ ਤੇ ਉਹਨਾਂ ਫੰਡਾਂ ਦੀ ਘਾਟ ਤੇ ਰੜਕਣੀ ਲਾਜ਼ਮੀ ਆ। ਹੁਣ ਉਸ ਚੀਜ਼ ਦੀ ਲੜਾਈ ਪੰਜਾਬ ਸਰਕਾਰ ਕੋਰਟ 'ਚ ਲੜਨ ਲੱਗ ਪਈ ਤੇ ਸੁਪਰੀਮ ਕੋਰਟ ਦੇ ਵਿੱਚ 25 ਤਰੀਕ ਨੂੰ ਜਾ ਕੇ ਦੋਵੇਂ ਧਿਰਾਂ ਆਪੋ ਆਪਣਾ ਪੱਖ ਰੱਖਣਗੀਆਂ ਵੀ ਆਹ ਦੇਖੋ ਜੀ ਸਾਡਾ ਪੈਸਾ ਬਣਦਾ ਤੇ ਕੇਂਦਰ ਸਰਕਾਰ ਦਿੰਦੀ ਨਹੀਂ। ਹੋ ਸਕਦਾ ਕਿਸੇ ਬੰਦੇ ਨੂੰ ਸੰਧਾਲੀਆ ਸਾਹਿਬ ਇਹ ਲੱਗਦਾ ਹੋਵੇ ਕਿ ਕੀ ਬਣਨਾ ਅਦਾਲਤਾਂ ਦੇ ਵਿੱਚੋਂ, ਪਤਾ ਨਹੀਂ ਕਿੰਨੇ ਸਾਲ ਕੇਸ ਚੱਲਣਾ। ਅੱਜ 6ਵੀਂ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਦਫ਼ਤਰ ਨੇ। ਮੈਂ ਮੁੱਖ ਮੰਤਰੀ ਦਫ਼ਤਰ ਦਾ ਜ਼ਿਕਰ ਕਰ ਰਿਹਾ, ਮੈਂ ਭਗਵੰਤ ਸਿੰਘ ਮਾਨ ਹੋਰਾਂ ਦੇ ਦਫ਼ਤਰ ਦਾ ਜ਼ਿਕਰ ਨਹੀਂ ਕਰ ਰਿਹਾ, ਕਿਉਂਕਿ ਜਦੋਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ, ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਸਨ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਵੀ ਇੱਕ ਦੋ ਵਾਰੀ ਯਤਨ ਕੀਤਾ ਕਿ ਭਾਈ ਪੇਂਡੂ ਵਿਕਾਸ ਫੰਡ ਦੇ ਜਿਹੜੇ ਪੈਸੇ ਆ ਉਹ ਵੇਲੇ ਸਿਰ ਮਿਲ ਜਾਣ, ਪਰ ਨਹੀਂ ਗੱਲ ਬਣੀ, ਪਰ ਉਹ ਕੇਸ ਅੱਗੇ ਨਹੀਂ ਲੈ ਕੇ ਗਏ। ਅੱਜ ਇੱਕ ਦਿਨ ਉੱਪਰ ਹੋ ਗਿਆ, 6ਵੀਂ ਚਿੱਠੀ ਮੁੱਖ ਮੰਤਰੀ ਦਫ਼ਤਰ ਨੇ ਕੇਂਦਰ ਸਰਕਾਰ ਨੂੰ ਲਿਖੀ ਕਿ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਪੇਂਡੂ ਵਿਕਾਸ ਫੰਡ ਬੜਾ ਜ਼ਰੂਰੀ ਹੁੰਦਾ ਕਿਸੇ ਸੂਬੇ ਦੇ ਲਈ, ਲੋਕ ਸਹੂਲਤਾਂ ਤੋਂ ਵਾਂਝੇ ਹੋ ਰਹੇ ਆ, ਤੁਸੀਂ ਸਾਨੂੰ ਪੈਸੇ ਦਿਓ, ਸਾਡਾ ਹੱਕ ਬਣਦਾ। ਸਾਨੂੰ ਹੀ ਨਹੀਂ ਦਿਓ, ਹਰ ਇੱਕ ਸੂਬੇ ਨੂੰ ਦਿਓ, ਹਰ ਇੱਕ ਸੂਬੇ ਦਾ ਹੱਕ ਬਣਦਾ। ਹੁਣ ਚਿੱਠੀ ਦਾ ਜਵਾਬ ਤਾਂ ਪਹਿਲਾਂ ਬਿਨਾਂ ਆਇਆ ਤੇ ਚਿੱਠੀ ਦਾ ਜਵਾਬ ਆਉਣ ਦੀ ਸੰਭਾਵਨਾ ਕੋਈ ਨਹੀਂ। 3 ਕੁ ਮਹੀਨੇ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਕਿਹਾ ਸੀ ਕਿ ਜੇ ਤੁਸੀਂ ਸਾਨੂੰ ਪੈਸੇ ਨਾ ਦਿੱਤੇ, ਕਿਉਂਕਿ ਉਹਨਾਂ ਨੇ ਮੁਲਾਕਾਤਾਂ ਵੀ ਕੀਤੀਆਂ ਸੀ ਕੇਂਦਰ ਸਰਕਾਰ ਦੇ ਮਿਨਿਸਟਰਾਂ ਦੇ ਨਾਲ, ਜਾ ਕੇ ਵੀ ਬੇਨਤੀਆਂ ਕੀਤੀਆਂ ਸੀ, ਲਿਖਤੀ ਚਿੱਠੀਆਂ ਵੀ ਪਾਈਆਂ ਸੀ ਕਿ ਸਾਡਾ ਪੈਸੇ ਤੋਂ ਬਿਨਾਂ ਸਰਨਾ ਨਹੀਂ। 3600 ਕਰੋੜ ਰੁਪਈਆ ਬਣਿਆ ਪਿਆ ਜਿਹੜਾ ਪੰਜਾਬ ਕਲੇਮ ਕਰਦਾ ਕਿ ਉਹ ਸਾਡੀਆਂ ਮੰਡੀਆਂ ਦੇ ਵਿੱਚ ਸਾਡੇ ਸੂਬੇ ਦੀ ਫਸਲ ਆਈ, ਸਾਡੀਆਂ ਮੰਡੀਆਂ 'ਚ ਵਿਕੀ, ਉਹਦੇ ਵਿੱਚੋਂ ਪੇਂਡੂ ਵਿਕਾਸ ਫੰਡ, ਰੂਰਲ ਡਿਵੈਲਪਮੈਂਟ ਫੰਡ ਕੱਟਿਆ ਗਿਆ, ਜਿਹੜਾ ਕਿ ਅੱਜ ਤੱਕ ਸੂਬਿਆਂ ਨੂੰ ਵਾਪਸ ਦਿੱਤਾ ਜਾਂਦਾ ਸੀ ਪੇਂਡੂ ਖੇਤਰ ਦੇ ਡਿਵੈਲਪਮੈਂਟ ਦੇ ਲਈ, ਵਿਕਾਸ ਦੇ ਲਈ, ਮੰਡੀਆਂ ਦੀ ਜਿਹੜੀ ਹੈ ਉਹ ਉਥਾਨ ਦੇ ਲਈ, ਉਹਨਾਂ ਦੇ ਵਿਕਾਸ ਦੇ ਲਈ, ਜੇ ਕੋਈ ਘਾਟ ਵਾਧਾ ਤਾਂ ਪੂਰੀ ਕਰਨ ਦੇ ਲਈ, ਕਿ ਤੁਸੀਂ ਹੁਣ ਸਾਨੂੰ ਦੇਣਾ ਬੰਦ ਕਰਤਾ। ਦੂਸਰੇ ਪਾਸੇ ਇਹਨਾਂ ਨੇ ਕਿਹਾ ਕਿ ਨਹੀਂ ਤਾਂ ਸਾਨੂੰ ਸੁਪਰੀਮ ਕੋਰਟ ਜਾਣਾ ਪਊਗਾ, ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਵਿੱਚ। ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋਈ, ਇਹਨਾਂ ਨੇ ਜਾ ਕੇ ਪਟੀਸ਼ਨ ਪਾਤੀ। ਉਹਨਾਂ ਨੇ ਹੁਣ 25 ਸਤੰਬਰ ਤਰੀਕ ਤੈਅ ਕਰ ਦਿੱਤੀ, ਦਿਨ ਤਾਂ 4-5 ਰਹਿ ਗਏ ਆ। ਹੋ ਸਕਦਾ ਕਿ ਆਮ ਲੋਕਾਂ ਦੀ ਜਿਹੜੀ ਧਾਰਨਾ ਬਣੀ ਹੈ ਭਾਰਤ ਦੀਆਂ ਅਦਾਲਤਾਂ ਦੇ ਪ੍ਰਤੀ ਕਿ ਲੰਬਾ ਚੱਲਣਾ ਕੰਮ, ਉੱਥੇ ਕਿਸੇ ਨੇ ਪੁੱਛਣਾ, ਪਰ ਸੰਧਾਲੀਆ ਸਾਹਿਬ ਹੋ ਸਕਦਾ ਸਾਲ ਲੱਗੇ, ਹੋ ਸਕਦਾ 2 ਸਾਲ ਲੱਗੇ, ਹੋ ਸਕਦਾ 3 ਸਾਲ ਲੱਗਣ। ਜਿਸ ਤਰੀਕੇ ਦੀਆਂ ਟਿੱਪਣੀਆਂ ਮਾਣਯੋਗ ਸੁਪਰੀਮ ਕੋਰਟ ਨੇ ਮਣੀਪੁਰ ਦੀਆਂ ਘਟਨਾਵਾਂ ਸੰਬੰਧੀ ਕੀਤੀਆਂ ਸੀ, ਜਿਸ ਤਰੀਕੇ ਦੀਆਂ ਹਦਾਇਤਾਂ ਭਾਰਤ ਦੀਆਂ ਅਦਾਲਤਾਂ ਨੇ ਪਿਛਲੇ ਸਮੇਂ ਦੇ ਵਿੱਚ, ਉਹ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਘਟਨਾਕ੍ਰਮ ਹੋਇਆ ਸੀ ਜਿਸ ਦੇ ਵਿੱਚ ਕਿਸਾਨਾਂ ਦੇ ਉੱਪਰ ਜੀਪ ਚਾੜ ਦਿੱਤੀ ਸੀ ਇੱਕ ਲੀਡਰ ਦੇ ਬੇਟੇ ਨੇ, ਇੱਕ ਮੰਤਰੀ ਦੇ ਬੇਟੇ ਨੇ, ਉਦੋਂ ਵੀ ਸਾਡੀਆਂ ਅਦਾਲਤਾਂ ਨੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਸੀ। ਚੰਡੀਗੜ੍ਹ ਦੇ ਜਿਹੜੇ ਸਕੂਲਾਂ ਦੇ ਆਲੇ ਦੁਆਲੇ ਕੋਈ ਨਸ਼ਾ ਤਸਕਰ ਫਿਰਦੇ ਆ, ਉਹਨਾਂ ਦੇ ਬਾਬਤ ਤੇ ਜੇਲ੍ਹਾਂ ਦੇ ਵਿੱਚ ਵਿਕਦੇ ਨਸ਼ੇ ਦੇ ਬਾਬਤ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਸੀ। ਟ੍ਰੈਫਿਕ ਦੇ ਮਾਮਲੇ ਦੇ ਵਿੱਚ ਵੀ ਕਈ ਵਾਰੀ ਸਖਤ ਟਿੱਪਣੀਆਂ ਤੇ ਫੈਸਲੇ ਕੀਤੇ ਗਏ ਆ। ਹੋ ਸਕਦਾ ਸੰਘੀ ਢਾਂਚੇ ਨੂੰ ਮੱਦੇਨਜ਼ਰ ਰੱਖ ਕੇ ਜੇ ਪੰਜਾਬ ਸਰਕਾਰ ਕੇਸ ਨੂੰ ਚੰਗੇ ਤਰੀਕੇ ਪੇਸ਼ ਕਰ ਗਏ, ਐਡਵੋਕੇਟ ਜਨਰਲ ਵਾਲੇ ਮਸਲੇ ਦੇ ਵਿੱਚੋਂ ਬਾਹਰ ਨਿਕਲ ਕੇ, ਜੇ ਸਾਡੇ ਐਡਵੋਕੇਟ ਜਨਰਲ ਸਾਹਿਬ ਜਿਹੜੇ ਵੀ ਹੋਣ, ਊੜਾ ਆੜਾ ਈਡੀ, ਉਹ ਕੇਸ ਨੂੰ ਚੰਗੇ ਤਰੀਕੇ ਤੱਥ ਸਹਿਤ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋ ਗਏ, ਕੱਲੇ ਪੰਜਾਬ ਦਾ ਨਹੀਂ ਹੋ ਸਕਦਾ, ਸਾਰੇ ਹੀ ਸੂਬਿਆਂ ਦਾ ਸਰਜ ਹੈ। ਕਿਉਂਕਿ ਜੇ ਪੇਂਡੂ ਵਿਕਾਸ ਫੰਡ ਸੂਬਿਆਂ ਨੂੰ ਦੇਣ ਦਾ ਕਿਤੇ ਫੈਸਲਾ ਅਦਾਲਤਾਂ ਨੇ ਕੀਤਾ ਤਾਂ ਕੱਲਾ ਪੰਜਾਬ ਦਾ ਨਹੀਂ ਕਰਨਾ ਕਿ ਪੰਜਾਬ ਸੂਬੇ ਨੂੰ ਜ਼ਰੂਰ ਦਿਓ। ਜਿਹੜੀ ਪੰਜਾਬ ਦੇ ਪੇਂਡੂ ਖੇਤਰ ਦੀ ਸਮੱਸਿਆ ਉਹੀ ਹਰਿਆਣੇ ਦੀ ਹੈ, ਉਹੀ ਉੱਤਰ ਪ੍ਰਦੇਸ਼ ਦੀ ਹੈ, ਉਹੀ ਗੁਜਰਾਤ ਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਦੀ ਹੈ। ਹੋ ਸਕਦਾ ਕਿ ਕੁਝ ਹੋਰ ਸੂਬਾ ਸਰਕਾਰਾਂ ਵੀ ਇਸ ਕੇਸ ਦੇ ਵਿੱਚ ਆ ਕੇ ਨਾਲ ਰਲਣ ਦੀ ਕੋਸ਼ਿਸ਼ ਕਰਨ। ਸੋ ਹੁਣ 25 ਤਰੀਕ ਨੂੰ ਕੀ ਹੁੰਦਾ ਹੈ ਉਹ ਵੀ ਦੇਖਣਾ ਪਊਗਾ। ਦੂਸਰੇ ਪਾਸੇ ਕੇਂਦਰ ਦੀ ਸਰਕਾਰ ਆਪਣੇ ਪੱਧਰ ਤੇ ਤਰਕ ਦਿੰਦੀ ਹੈ, ਉਹ ਕਹਿੰਦੇ ਜੀ ਗੱਲ ਇਦਾਂ ਹੈ 8.5% ਕੱਟਿਆ ਜਾਂਦਾ ਹੈ, 2.5% ਪਹਿਲਾਂ ਆੜ੍ਹਤੀਆਂ ਦਾ ਸੀ, 3% ਮੇਰੇ ਖਿਆਲ ਪੇਂਡੂ ਵਿਕਾਸ ਫੰਡ ਸੀ, 3% ਮੰਡੀ ਫੀਸ ਸੀ। ਉਹ ਕਹਿੰਦੇ ਜੀ ਅਸੀਂ ਅਨਾਜ ਅੱਗੋਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਦੇਣਾ ਹੁੰਦਾ, ਅਸੀਂ ਮੁਫਤ ਵੀ ਦਿੰਨੇ ਆ ਤੇ ਬਹੁਤ ਘੱਟ ਰੇਟਾਂ ਤੇ ਦਿੰਨੇ ਆ, ਤੇ ਜਿਹੜੀ ਚੀਜ਼ ਕਮਰਸ਼ੀਅਲੀ ਵਪਾਰਕ ਤੌਰ ਦੇ ਉੱਤੇ ਅਸੀਂ ਵਰਤਣੀ ਨਹੀਂ, ਕਮਰਸ਼ੀਅਲੀ ਅਸੀਂ ਵਪਾਰਕ ਤੌਰ ਦੇ ਉੱਤੇ ਅਸੀਂ ਪ੍ਰਯੋਗ ਨਹੀਂ ਕਰਨੀ, ਫਿਰ ਉਹਦੇ ਉੱਤੇ ਇਦਾਂ ਦੇ ਟੈਕਸ ਜਾਂ ਇਦਾਂ ਦੀਆਂ ਜਿਹੜੀਆਂ ਕਟੌਤੀਆਂ ਨੇ ਉਹ ਫਿਰ ਲੱਗਣੀਆਂ ਨਹੀਂ ਚਾਹੀਦੀਆਂ। ਉਹਨਾਂ ਦਾ ਆਪਣਾ ਤਰਕ ਹੈ। ਪਰ ਮੈਂ ਫਿਰ ਕਹਿੰਦਾ ਕਈ ਐਡਵੋਕੇਟ ਜਨਰਲ ਪੰਜਾਬ ਦੇ ਵਿੱਚੋਂ ਬਦਲੇ ਗਏ, ਤੇ ਐਡਵੋਕੇਟ ਜਨਰਲ ਦੀ ਕੁਰਸੀ ਉਹ ਹੁੰਦੀ ਹੈ ਜਿਹਨੇ ਸੂਬਾ ਸਰਕਾਰ ਵੱਲੋਂ ਕੋਈ ਵੀ ਕਾਨੂੰਨੀ ਤੌਰ ਦੇ ਉੱਤੇ ਕੇਸ ਮਜ਼ਬੂਤ ਕਰਕੇ ਜਿਹੜਾ ਅੱਗੇ ਪੇਸ਼ ਕਰਨਾ ਹੋਣਾ। ਹੁਣ 25 ਤਰੀਕ ਨੂੰ ਐਡਵੋਕੇਟ ਜਨਰਲ ਸਾਹਿਬ ਦਾ ਆਫਿਸ ਦਫ਼ਤਰ ਜਿਹੜਾ ਹੈ ਉਹ ਕਿੰਨੀ ਕੁ ਤਿਆਰੀ ਕਰਕੇ ਜਾਂਦਾ ਹੈ ਮਾਣਯੋਗ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਵਿੱਚ, ਇਹਦੇ ਉੱਤੇ ਨਜ਼ਰਾਂ ਜਿਹੜੀਆਂ ਸੰਧਾਲੀਆ ਸਭ ਟਿਕੀਆਂ ਰਹਿਣਗੀਆਂ, ਤੇ ਨਤੀਜਾ ਵੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਤਿਆਰੀ ਦੇ ਉੱਤੇ ਨਿਰਭਰ ਹੋਣਾ। ਵੇਖੋ ਮੈਨੂੰ ਘੱਟ ਆਸ ਹੈ ਵੀ ਕੋਈ ਆਪਣੀ ਸਲਾਹ ਸੁਣਦਾ ਹੋਊਗਾ ਜਾਂ ਐਡੀ ਛੇਤੀ ਕਿਸੇ ਦੇ ਦਿਮਾਗ 'ਚ ਆ ਜੂ ਜਾਂ ਉੱਥੇ ਜਾ ਕੇ ਦਲੀਲਾਂ ਦਊਗਾ ਕੋਈ।
ਵੈਸੇ ਤਾਂ ਸਿਆਣੇ ਲੋਕ ਨੇ ਜਿਹੜੇ ਇੰਨੀਆਂ ਐਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਤੇ ਜਾਂ ਉਹਨਾਂ ਨੇ ਜਾ ਕੇ ਲੜਾਈਆਂ ਲੜਨੀਆਂ। ਵੇਖੋ ਮੈਨੂੰ ਇਹ ਲੱਗਦਾ ਵੀ ਜੇ ਤੇ ਇਸ ਪੱਖ ਤੋਂ ਲੜਾਈ ਲੜੀ ਗਈ ਨਾ ਵੀ ਜੇ ਕੇਂਦਰ ਸਰਕਾਰ ਨੇ ਆਪਣੀ ਉਹ ਗੱਲ ਕਹੀ ਕਿ ਵੀ ਆਹ ਦੇਖੋ ਜੀ ਅਸੀਂ ਤਾਂ ਅੱਗੇ ਹੀ ਸਬਸਿਡਾਈਜ਼ ਸਾਰਾ ਕੁਛ ਅਨਾਜ ਗਾਂਹ ਦੇਣਾ ਹੁੰਦਾ, ਉਹਦੇ ਵਿੱਚੋਂ ਅਸੀਂ ਆਪ ਪੈਸੇ ਖਰਚ ਕੇ ਤੇ ਸਾਰਾ ਕੁਝ ਖਰੀਦ ਕੇ ਤੇ ਗਾਂਹ ਦਿੰਦੇ ਹਾਂ, ਅਸੀਂ ਤਾਂ ਸਗੋਂ ਗਰੀਬਾਂ ਦੇ ਮੂੰਹ 'ਚ ਪਾਉਣੇ ਆ ਜੀ ਦਾਣਾ ਦਾਣਾ। ਤੇ ਉਹਦੇ ਤੇ ਸਟੇਟ ਸਾਡੇ ਕੋਲੋਂ ਇੰਨਾ ਕਹਿੰਦੇ ਵੀ ਅਸੈਸ ਹੋ ਗਿਆ, ਟੈਕਸ ਹੋ ਗਿਆ ਜਾਂ ਕਟੌਤੀ ਹੋ ਗਈ, ਇਹ ਕਿਹੜੀ ਚੀਜ਼ ਹੈ ਜੀ? ਇਹ ਤਾਂ ਧੱਕਾ, ਸਗੋਂ ਉਹਨਾਂ ਸਾਡੇ ਤੇ ਬੋਝ ਪੈਂਦਾ। ਜੇ ਤੇ ਇਸ ਪੱਖ ਤੋਂ ਗੱਲ ਹੋਈ ਫਿਰ ਹੋ ਸਕਦਾ ਵੀ ਕੇਸ ਕਮਜ਼ੋਰ ਹੋਵੇ। ਮੈਨੂੰ ਲੱਗਦਾ ਕੇਸ ਇਹ ਰੱਖਿਆ ਜਾਣਾ ਚਾਹੀਦਾ ਉੱਥੇ ਪੰਜਾਬ ਵਾਲੇ ਪਾਸਿਓਂ ਕਿ ਜਿੱਦਾਂ ਫਸਲਾਂ ਨੇ ਤੇ ਉਹ ਫਸਲਾਂ ਹੁੰਦੀਆਂ ਨੇ ਪਿੰਡਾਂ ਥਾਵਾਂ ਤੇ, ਉਹਨਾਂ ਪਿੰਡਾਂ ਥਾਵਾਂ ਨੂੰ ਰਾਹ ਜਾਂਦੇ ਨੇ, ਉਹਨਾਂ ਫਸਲਾਂ ਨੂੰ ਬੀਜਣ ਵਾਲੇ, ਵਾਹੁਣ ਵਾਲੇ, ਖੇਤ ਮਜ਼ਦੂਰੀ ਕਰਨ ਵਾਲੇ ਉਹਨਾਂ ਪਿੰਡਾਂ 'ਚ ਰਹਿੰਦੇ ਨੇ, ਜਿਨ੍ਹਾਂ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰਾਂ ਦੇ ਨਾਲ ਉਹਨਾਂ ਰਾਹਾਂ ਤੋਂ ਹੁੰਦਾ ਜਿਨ੍ਹਾਂ ਰਾਹਾਂ 'ਤੇ ਉਹ ਸੜਕਾਂ ਬਣੀਆਂ ਨੇ ਜਾਂ ਸਹੂਲਤਾਂ ਬਣੀਆਂ ਨੇ। ਹੁਣ ਜੇ ਮੰਨ ਲਓ ਕਿ ਉਹ ਰਾਹ, ਉਹ ਸੜਕਾਂ ਅਸੀਂ ਨਹੀਂ ਬਣਾਵਾਂਗੇ ਤੇ ਜਿਹੜਾ ਅਨਾਜ ਜਾਂ ਜਿਹੜੀ ਫਸਲ ਕੇਂਦਰ ਸਰਕਾਰ ਕਹਿੰਦੀ ਹੈ ਵੀ ਇੱਕ ਥਾਂ ਦੇ ਉੱਪਰ ਅਸੀਂ ਇਕੱਠੀ ਕਰਕੇ ਚੱਕ ਕੇ ਲਿਆਉਂਦੇ, ਉਹ ਇਕੱਠੀ ਹੋਣੀ ਕਿੱਦਾਂ? ਜੇ ਅਸੀਂ ਉਹ ਰਾਹ ਗਲੀ ਨਹੀਂ ਬਣਾਵਾਂਗੇ, ਅਸੀਂ ਉੱਥੋਂ ਤੱਕ ਉਹਨਾਂ ਚੀਜ਼ਾਂ ਨੂੰ ਪਹੁੰਚਦਿਆਂ ਨਹੀਂ ਕਰਾਂਗੇ, ਉਹ ਅੱਗੋਂ ਪਿੱਛੋਂ ਜੇ ਉਹਨਾਂ ਨੇ ਆਪਣੀ ਫਸਲ ਦਾ ਕੁਛ ਕਰਨਾ ਹੈ, ਸ਼ਹਿਰ ਨੂੰ ਆਉਣਾ ਹੈ ਜਾਂ ਸ਼ਹਿਰ ਤੱਕ ਕੋਈ ਕੰਮ ਕਰਨਾ ਹੈ ਜਾਂ ਆਪਣੀ ਫਸਲ ਹੀ ਕਿਉਂ ਨਹੀਂ ਲੈ ਕੇ ਆਉਣੀ। ਇਸ ਕਰਕੇ ਉਹ ਸਾਰੇ ਪ੍ਰਬੰਧ ਨੇ ਤੇ ਉਹਨਾਂ ਪ੍ਰਬੰਧਾਂ ਦੇ ਉੱਪਰ ਜਿਹੜਾ ਖਰਚ ਆਉਂਦਾ ਉਹਨੂੰ ਲਾਗਤ ਦੇ ਵਿੱਚ ਮੰਨ ਲਿਆ ਜਾਵੇ। ਜੇ ਆਪਾਂ ਇਹ ਮੰਨਦੇ ਹਾਂ ਵੀ ਇੱਕ ਖੇਤ ਆ, ਉਸ ਖੇਤ ਦੇ ਵਿੱਚ ਕਿਸੇ ਫਸਲ ਨੂੰ ਬੀਜਣ ਤੇ ਲਾਗਤ ਆਉਂਦੀ ਆ, ਉਸ ਫਸਲ ਨੂੰ ਪਾਲਣ ਦੇ ਲਈ ਮਿਹਨਤ ਕਰਨ ਵਾਲੇ ਲੋਕਾਂ ਦੀ ਮਿਹਨਤ ਆ, ਤੇ ਫਿਰ ਉਹਨਾਂ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਦੇ ਲਈ ਜਾਂ ਉਸ ਅਨਾਜ ਨੂੰ ਇੱਕ ਥਾਂ ਦੇ ਉੱਪਰ ਇਕੱਠਿਆਂ ਕਰਨ ਦੇ ਲਈ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਬਣਾਏ ਰੱਖਣ ਦੇ ਲਈ ਕਹਿ ਲਓ ਜਾਂ ਉਹਨਾਂ ਦੀ ਕਸਾਈ ਕਹਿ ਲਓ ਜਾਂ ਉਹਨਾਂ ਦਾ ਕੁਛ ਵੀ ABCD ਖਰਚਾ ਕਹਿ ਲਓ, ਉਹ ਹੈ ਜੀ ਜਿਹੜਾ ਕਿ ਅਸੀਂ ਕਹਿੰਦੇ, ਅਸੀਂ ਕਿਹੜਾ ਵੀ ਆਪਣੀ ਜੇਬ 'ਚ ਪਾਲਨੇ ਵੀ ਤੁਹਾਡੇ ਕੋਲੋਂ ਲੈਣੇ ਵੀ ਤੁਸੀਂ ਪੰਜਾਬ ਤੋਂ ਪੈਸੇ ਚੱਕ ਕੇ ਲੈ ਕੇ ਜਾਂਦੇ। ਵਿੱਚ ਵਿਚਾਲੇ ਦਾ ਰਸਤਾ ਸੰਧਾਲੀਆ ਸਾਹਿਬ ਕੱਢਣਾ ਬਹੁਤ ਜ਼ਰੂਰੀ ਹੈ। ਦੇਖੋ ਮੈਂ ਫਿਰ ਕਹਿਣਾ, ਸ਼ੁਰੂ ਦੇ ਵਿੱਚ ਜਦੋਂ ਪੇਂਡੂ ਵਿਕਾਸ ਫੰਡ ਰੋਕਿਆ ਗਿਆ ਸੀ ਨਾ, ਤਾਂ ਉਹਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਤੁਸੀਂ ਪਿਛਲਾ ਹਿਸਾਬ ਕਿਤਾਬ ਨਹੀਂ ਦਿੱਤਾ। ਸਾਡੇ ਲੀਡਰ ਵੀ ਤਾਂ ਬੜੇ ਸਮਰੱਥ ਲੀਡਰ ਨੇ ਨਾ ਪੰਜਾਬ ਦੇ, ਇਸੇ ਕਰਕੇ ਪਾਣੀ ਦਾ ਵੀ ਅੱਜ ਤੱਕ ਰੇੜਕਾ, ਚੰਡੀਗੜ੍ਹ ਦਾ ਵੀ ਅੱਜ ਤੱਕ ਰੇੜਕਾ, ਪੰਜਾਬੀ ਬੋਲਦੇ ਇਲਾਕਿਆਂ ਦਾ ਵੀ ਰੇੜਕਾ। ਜਾਣੀ ਅਸੀਂ ਇੰਨੇ ਸਿਆਣੇ ਲੀਡਰਾਂ ਨੂੰ ਪੰਜਾਬ ਦੀ ਕਮਾਂਡ ਦਿੱਤੀ ਕਿ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਜਿਹੜਾ ਸਾਨੂੰ ਮੁਫਤ ਮਿਲਿਆ ਸੀ, ਅਸੀਂ ਉਹ ਵੀ ਨਹੀਂ ਬਚਾ ਸਕੇ। ਅਸੀਂ ਤਾਂ ਇੰਨੇ ਸਮਰੱਥ ਲੀਡਰ ਜਿਹੜੇ ਆ ਵੋਟਾਂ ਪਾ ਪਾ ਕੇ ਪੰਜਾਬ ਦੀ ਝੋਲੀ ਦੇ ਵਿੱਚ ਪਾਏ ਆ ਕਿ ਜਦੋਂ ਮੌਜੂਦਾ ਮੰਤਰੀ ਹੋਰੀ ਕਹਿੰਦੇ ਹੁੰਦੇ ਨਾ ਕਿ ਜੀ 14,000 ਖਾਲੇ ਹੀ ਗਾਇਬ ਨੇ, ਨਹਿਰਾਂ ਹੀ ਗਾਇਬ ਨੇ, ਸਿੰਚਾਈ ਵਾਲੀਆਂ ਰਜਵਾਹੇ ਹੀ ਦਬ ਦੁਬ ਲੈ ਗਾਇਬ ਨੇ। ਜਾਣੀ ਉਦੋਂ ਲੱਗਦਾ ਹੁੰਦਾ ਕਿ ਵੋਟ ਪਾਉਣ ਦੇ ਵਿੱਚ ਅਸੀਂ ਕਿਤੇ ਗਲਤੀ ਕੀਤੀ ਹੈ, ਸ਼ਾਇਦ ਅਸੀਂ ਲੀਡਰ ਨਹੀਂ ਚੁਣੇ, ਅਸੀਂ ਵੱਡੀਆਂ ਰੈਲੀਆਂ ਕਰਨ ਵਾਲੇ ਸਮਰੱਥ ਲੋਕ ਚੁਣ ਲੈ ਕੇ ਭਾਈ ਜਿਹੜੇ ਰੈਲੀਆਂ ਦੇ ਵਿੱਚ ਇਕੱਠ ਕਰ ਸਕਦੇ ਆ। ਜਦੋਂ ਸੰਧਾਲੀਆ ਸਾਹਿਬ ਆ ਪੰਜਾਬ 'ਚ ਹੜ੍ਹ ਆਏ ਆ, ਜਦੋਂ ਅਸੀਂ ਇਹ ਸੁਣਦੇ ਸੀ ਨਾ, ਬਹੁਤ ਸਾਰੀਆਂ ਨਜਾਇਜ਼ ਕਲੋਨੀਆਂ ਉਹਨਾਂ ਥਾਵਾਂ ਤੇ ਬਣਾਤੀਆਂ ਗਈਆਂ ਜਿਨ੍ਹਾਂ ਨੇ ਪਾਣੀ ਦਾ ਕੁਦਰਤੀ ਵਹਾਅ ਜਿਹੜਾ ਸੀ, ਪਾਣੀ ਦਾ ਕੁਦਰਤੀ ਪ੍ਰਵਾਹ ਜਿਹੜਾ ਸੀ, ਜਿੱਥੋਂ ਦੀ ਕੁਦਰਤੀ ਨਿਕਾਸੀ ਸੀ ਸਾਡੇ ਪੰਜਾਬ ਦੇ ਵਿੱਚ ਦੀ ਪਾਣੀਆਂ ਦੀ, ਜਦੋਂ ਉੱਥੇ ਨਜਾਇਜ਼ ਕਲੋਨੀਆਂ ਬਣਾਤੀਆਂ, ਪਾਣੀ ਦਾ ਕੁਦਰਤੀ ਵਹਾਅ ਰੋਕ ਲਿਆ। ਤੇ ਜਦੋਂ ਪਾਣੀ ਦਾ ਕੁਦਰਤੀ ਵਹਾਅ ਰੋਕ ਲਿਆ ਤਾਂ ਫਿਰ ਪਾਣੀ ਨੇ ਕੁਛ ਨਾ ਕੁਛ ਤਾਂ ਕਰਨਾ ਸੀ ਨਾ, ਤੇ ਜਦੋਂ ਪਾਣੀ ਕੁਛ ਨਾ ਕੁਛ ਕਰਦਾ ਤਾਂ ਫਿਰ ਆਪਾਂ ਦੇਖ ਲਿਆ ਕਿ ਪਾਣੀ ਕੀ ਕਰ ਸਕਦਾ ਹੈ। ਜਾਣੀ ਅਸੀਂ ਇੱਦਾਂ ਦੇ ਨੇਤਾ ਦਿੱਤੇ ਪੰਜਾਬ ਨੂੰ। ਕੇਂਦਰ ਦੀ ਸਰਕਾਰ ਨੇ ਆ ਪਿਛਲੇ 2-2.5 ਸਾਲ ਤੋਂ ਬੜੇ ਵੱਡੇ ਵੱਡੇ ਇਲਜ਼ਾਮ ਲਾਏ। ਉਹ ਕਹਿੰਦੇ ਜੀ ਆਹ ਪੈਸੇ ਅਸੀਂ ਪੰਜਾਬ ਨੂੰ ਦਿੱਤੇ ਤੇ ਇਹਨਾਂ ਪੈਸਿਆਂ ਦੀ ਵਰਤੋਂ ਆ ਦੇਖੋ ਨਿਯਮ ਕਹਿੰਦੇ ਆ ਕਿ ਇਹਨਾਂ ਕੰਮਾਂ ਲਈ ਕੀਤੀ ਜਾ ਸਕਦੀ ਹੈ, ਪਰ ਇਹਨਾਂ ਨੇ ਹੋਰ ਕੰਮਾਂ ਲਈ ਕੀਤੀ, ਇਹਨਾਂ ਨੇ ਵੋਟਾਂ ਲੈਣ ਲਈ ਕੀਤੀ, ਇਹਨਾਂ ਨੇ ਮੁਫਤ ਵੰਡਣ ਲਈ ਕੀਤੀ, ਇਹਨਾਂ ਨੇ ਨਿਯਮ ਤੋੜ ਮਰੋੜ ਦਿੱਤੇ, ਇਸ ਕਰਕੇ ਅਸੀਂ ਤੁਹਾਨੂੰ ਅੱਗੇ ਗਾਰੰਟੀ ਨਹੀਂ ਦੇਣੀ, ਤੁਸੀਂ ਪਹਿਲਾਂ ਸਾਨੂੰ ਪਿਛਲਾ ਹਿਸਾਬ ਦਿਓ। ਉਹਦੇ ਤੋਂ ਬਾਅਦ ਪੰਜਾਬ ਦੀ ਮੌਜੂਦਾ ਸਰਕਾਰ ਹਿਸਾਬ ਵੀ ਦੇਣ ਗਈ ਸੀ, ਉਦੋਂ ਕੇਂਦਰ ਵਾਲੇ ਕੁਝ ਹੱਦ ਤੱਕ ਸੰਤੁਸ਼ਟ ਵੀ ਹੋ ਗਿਆ ਸੀ। ਫਿਰ ਉਹਨਾਂ ਨੇ ਕੁਝ ਅਮੈਂਡਮੈਂਟ ਕਰਨ ਨੂੰ ਕਿਹਾ ਸੀ ਨਿਯਮਾਂ ਦੇ ਵਿੱਚ, ਇਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਿਯਮਾਂ ਦੇ ਵਿੱਚ ਸੋਧ ਵੀ ਕੀਤੀ ਸੀ। ਕੀ ਹੁਣ ਕਿਤੇ ਕੁਝ ਗੱਲ ਰਹਿ ਗਈ ਹੈ? ਜੇ ਤਾਂ ਚੀਜ਼ ਜਸਟੀਫਾਈ ਹੁੰਦੀ ਹੈ ਕਿ ਭਾਈ ਪੇਂਡੂ ਵਿਕਾਸ ਫੰਡ ਤੋਂ ਬਿਨਾਂ ਭਾਰਤ ਦੇ ਹਰ ਇੱਕ ਸੂਬੇ ਦਾ ਸਰਦਾ, ਨਾ ਦਿਓ। ਜੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਵਿੱਚ ਪੈਸੇ ਬਹੁਤ ਪਏ ਨੇ, ਜੇ ਆ 2-2.5-3% ਨਾ ਵੀ ਦਿੱਤਾ ਤਾਂ ਸਰਦਾ ਨਾ ਦਿਓ। ਹਾਂ, ਦੂਜੇ ਪਾਸੇ ਇਹ ਵੀ ਹੈ, ਸਾਡੀਆਂ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ, ਚਾਹੇ ਹਰਿਆਣੇ ਦੇ ਖੱਟਰ ਸਾਹਿਬ ਨੇ, ਚਾਹੇ ਪੰਜਾਬ ਦੇ ਭਗਵੰਤ ਸਿੰਘ ਮਾਨ ਸਾਹਿਬ ਨੇ, ਚਾਹੇ ਅਸ਼ੋਕ ਗਹਿਲੋਤ ਸਾਹਿਬ ਰਾਜਸਥਾਨ ਦੇ ਨੇ, ਚਾਹੇ ਕੇ ਚੰਦਰ ਸ਼ੇਖਰ ਰਾਓ ਸਾਹਿਬ ਤੇਲੰਗਾਨਾ ਦੇ ਨੇ, ਚਾਹੇ ਬੀਬੀ ਮਮਤਾ ਬੈਨਰਜੀ ਪੱਛਮੀ ਬੰਗਾਲ ਦੇ ਨੇ, ਜਿਹੜੇ ਵੀ ਸੂਬੇ ਦਾ ਜਿਹੜਾ ਵੀ ਬੰਦਾ ਮੁੱਖ ਮੰਤਰੀ ਹੈ ਤੇ ਜਿਹੜੀ ਮਰਜ਼ੀ ਸਿਆਸੀ ਪਾਰਟੀ ਦਾ, ਤੁਹਾਨੂੰ ਵੀ ਸੋਚਣਾ ਪਊਗਾ ਕਿ ਕਿੰਨੀਆਂ ਕੁ ਚੀਜ਼ਾਂ ਮੁਫਤ ਦਿੰਦੇ ਹੋ। ਕੀ ਉਹ ਤਰਕਸੰਗਤ ਲੋਕਾਂ ਨੂੰ ਦਿੰਦੇ ਹੋ, ਕੀ ਉਹ ਲੋੜਵੰਦਾਂ ਨੂੰ ਦਿੰਦੇ ਹੋ? ਮੈਂ ਪੰਜਾਬ ਦੀ ਗੱਲ ਕਰ ਲਵਾਂ, ਸਾਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਨੇ। ਚਲੇ ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਹੈ, ਬਿਜਲੀ ਬਿੱਲ ਜ਼ੀਰੋ ਹੈ ਜੀ, ਇੰਨੀਆਂ ਯੂਨਿਟਾਂ ਫ੍ਰੀ ਨੇ ਜੀ, ਉਹ ਕਰੋੜਪਤੀ ਨੂੰ ਵੀ ਫ੍ਰੀ ਨੇ, ਉਹ ਕੱਖਪਤੀ ਨੂੰ ਵੀ ਫ੍ਰੀ ਨੇ।
ਮੋਟਰਾਂ ਦਾ ਬਿਜਲੀ ਦਾ ਬਿੱਲ ਉਹ ਹੈ ਨਹੀਂ ਜੀ, ਖੇਤੀਬਾੜੀ ਲਈ ਮੁਫਤ ਹੈ ਜੀ, ਉਹ 500 ਕਿੱਲੇ ਵਾਲੇ ਲਈ ਵੀ ਮੁਫਤ ਹੈ ਤੇ 5 ਕਨਾਲ ਵਾਲੇ ਲਈ ਵੀ ਮੁਫਤ ਹੈ। ਇਹ ਕੋਈ ਗੱਲ ਨਹੀਂ ਨਾ ਬਣਦੀ। ਇੱਕ ਪਾਸੇ ਅਸੀਂ ਰੁਪਈਏ ਨੂੰ ਜੂਝ ਰਹੇ ਹਾਂ ਤੇ ਦੂਸਰੇ ਪਾਸੇ ਅਸੀਂ ਵੋਟਾਂ ਲੈਣ ਦੇ ਲਈ ਕੁਝ ਵੀ ਕਰ ਰਹੇ ਹਾਂ। ਸੋ ਥੋੜਾ ਜਿਹਾ ਕੇਂਦਰ ਸਰਕਾਰ ਸੁਪਰੀਮ ਕੋਰਟ 'ਚ ਗਏ ਹੋ, ਚੰਗਾ ਕੀਤਾ। ਤੁਸੀਂ 6ਵੀਂ ਵਾਰੀ ਚਿੱਠੀ ਲਿਖੀ ਹੈ, ਚੰਗਾ ਕੀਤਾ। ਪਰ ਥੋੜਾ ਜਿਹਾ ਇਧਰਲੇ ਪਾਸੇ ਵੀ ਹੱਥ ਟਾਈਟ ਕਰਨਾ ਪਊਗਾ ਕਿ ਕੁਝ ਪੈਸੇ ਅਸੀਂ ਆਪਣੇ ਸੂਬੇ ਦੇ ਵਿੱਚੋਂ ਵੀ ਜਨਰੇਟ ਕਰ ਸਕੀਏ। ਨਹੀਂ, ਬਿਲਕੁਲ ਕਰਨਾ ਪੈਣਾ। ਚਲੋ ਕੇਂਦਰ ਸਰਕਾਰ ਦੀ ਆਪਾਂ ਜੇ ਗੱਲ ਕਰ ਲਈਏ ਤੇ ਕੇਂਦਰ ਸਰਕਾਰ ਤੇ ਇਸ ਵਕਤ ਉਹ ਕਹਿੰਦੇ ਆ ਕਿ ਵੀ ਜੇ ਆਪਾਂ ਗੱਲ ਕਰੀਏ ਲੰਘੇ ਕੱਲ੍ਹ ਦੀ ਤੇ ਪਾਰਲੀਮੈਂਟ ਜਿਹੜੀ ਹੈ ਜੀ, ਪਾਰਲੀਮੈਂਟ ਦੀ ਬਿਲਡਿੰਗ ਜਿਹੜੀ ਆ ਉਹ ਨਵੀਂ ਦੇ ਵਿੱਚ ਹੁਣ ਸੈਸ਼ਨ ਸ਼ੁਰੂ ਹੋ ਗਿਆ ਤੇ ਤੁਸੀਂ ਦੇਖੋ ਕਿ ਜਿਹੜਾ ਪਹਿਲਾ, ਹਾਲਾਂਕਿ ਕੱਲ੍ਹ ਉਸ ਬਿੱਲ ਦੇ ਬਾਰੇ 'ਚ ਚਰਚਾ ਚੱਲ ਪਈ ਸੀ, ਬਿੱਲ ਔਰਤਾਂ ਦੇ ਰਾਖਵਾਂਕਰਨ ਵਾਲਾ, ਉਹ ਵੀ ਪੇਸ਼ ਹੋ ਗਿਆ ਕਿ ਹੁਣ 33% ਔਰਤਾਂ ਨੂੰ ਰਾਖਵਾਂਕਰਨ ਮਿਲੇਗਾ। ਉਹ ਜਿੱਥੇ ਜਿੱਥੇ ਵੀ ਇਲੈਕਸ਼ਨ ਲੜਨੀ ਹੈ, ਵਿਧਾਨ ਸਭਾਵਾਂ ਦੀ ਗੱਲ ਕਰ ਲਈ, ਲੋਕ ਸਭਾ, ਰਾਜ ਸਭਾ, ਹੋਰ ਜਿੱਥੇ ਕਿਤੇ ਵੀ ਲੋਕਤੰਤਰੀ ਤਰੀਕੇ ਨਾਲ ਅੱਗੇ ਲੋਕਾਂ ਨੂੰ ਲੱਗਦਾ ਸੀ ਵੀ ਹਾਂਜੀ ਇਲੈਕਸ਼ਨ ਲੜਨੀ ਹੈ। ਹਾਂ, ਪਹਿਲਾਂ ਰਾਖਵਾਂਕਰਨ ਹੁੰਦਾ ਸੀ ਪਰ ਬਹੁਤ ਘੱਟ ਸੀਟਾਂ ਦਿੱਤੀਆਂ ਜਾਂਦੀਆਂ ਸੀ ਔਰਤਾਂ ਨੂੰ, ਪਰ ਹੁਣ ਜਦੋਂ 33% ਰਾਖਵਾਂਕਰਨ ਹੋ ਗਿਆ ਤੇ 100 ਚੋਂ 33 ਸੀਟਾਂ ਮਹਿਲਾਵਾਂ ਦੇ ਲਈ, ਔਰਤਾਂ ਦੇ ਲਈ ਰਾਖਵੀਆਂ ਹੋ ਗਈਆਂ। ਹੁਣ ਮੈਂ ਸੋਚਦਾ ਸੀ ਕਿ ਵੀ 15 ਸਾਲਾਂ ਦੀ ਲਿਮਟ ਬਣਾ ਕੇ ਤੇ ਇਹ ਜਿਹੜਾ ਫੈਸਲਾ ਕਰ ਦਿੱਤਾ ਗਿਆ, ਇਹਦੇ ਤੇ ਸਾਰੇ ਹੀ ਆਪੋ ਆਪਣੀ ਪਿੱਠ ਥਪਥਪਾਈ ਜਾਂਦੇ ਆ। ਜੇ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਤੇ ਉਹ ਕਹਿੰਦੇ ਜੀ ਅਸੀਂ ਲਿਆਂਦਾ। ਮੇਰਾ ਖਿਆਲ ਮੋਦੀ ਸਾਹਿਬ ਦੇ ਭਾਸ਼ਣ ਦੇ ਵਿੱਚ ਵੀ ਇੱਕੋ ਲਾਈਨ ਸੀ ਕਿ ਭਗਵਾਨ ਨੇ ਮੈਨੂੰ ਚੁਣਿਆ ਇਸ ਕੰਮ ਦੇ ਲਈ। ਦੂਜੇ ਪਾਸੇ ਸੋਨੀਆ ਗਾਂਧੀ ਹੋਰੀ ਕਹਿੰਦੇ ਆ ਕਿ ਵੀ ਇਹ ਤੇ ਬਿੱਲ ਹੀ ਸਾਡਾ ਸੀ, ਮਨਮੋਹਨ ਸਿੰਘ ਹੋਰਾਂ ਦੇ ਵੇਲੇ ਅਸੀਂ ਲਿਆਉਣ ਦੀ ਗੱਲ ਕਰਦੇ ਸੀ, ਤੁਸੀਂ ਐਵੇਂ ਆਪਣੇ ਤੌਰ ਤੇ ਆਪਣਾ ਆਖੀ ਜਾਂਦੇ ਆ। ਹੁਣ ਸੰਸਦ ਦੇ ਵਿੱਚ ਆਪਣੇ ਵੱਲੋਂ ਸ਼ੁਰੂਆਤ ਹੋਈ ਆ ਤੇ ਤੁਸੀਂ ਕੱਲ੍ਹ ਬੜੇ ਆਸ਼ਾਵਾਦੀ ਹੋ ਕੇ ਗੱਲ ਕਰਦੇ ਸੀ ਵੀ ਹਾਂ ਦੇਖਿਆ ਕੁਛ ਬਦਲ ਜਾਵੇਗਾ, ਇੱਦਾਂ ਹੋ ਜਾਵੇਗਾ। ਤੇ ਮੈਂ ਤੁਹਾਨੂੰ ਆਖਿਆ ਸੀ ਵੀ ਇੱਟਾਂ ਹੀ ਬਦਲੀਆਂ, ਬੰਦੇ ਹੀ ਥੋੜ੍ਹਾ ਬਦਲ ਗਏ। ਪਾਇਆ ਕਿ ਨਹੀਂ ਅਗਲੇ ਨੇ ਰੇੜਕਾ ਉਸੇ ਤਰ੍ਹਾਂ ਹੀ। ਨਹੀਂ, ਤੁਹਾਡੇ ਤੇ ਸਾਨੂੰ ਸੰਧਾਲੀਆ ਸਾਹਿਬ ਪੂਰਾ ਯਕੀਨ ਹੈ ਕਿਉਂਕਿ ਤੁਸੀਂ ਲੀਡਰਾਂ ਦੀ ਜਮਾਤ ਨੂੰ ਰੀਪ੍ਰੈਜ਼ੈਂਟ ਕਰਦੇ ਹੋ। ਅਸੀਂ ਤੁਹਾਡੇ ਤੇ ਕੋਈ ਸਾਡੀ ਬੇਯਕੀਨੀ ਨਹੀਂ, ਪਰ ਅਸੀਂ ਵੀ ਅੜੀ ਦੇ ਪੱਕੇ ਹਾਂ। ਅਸੀਂ ਵੀ ਤੁਹਾਨੂੰ ਬਦਲ ਕੇ ਰਹਿਣਾ ਕਿਉਂਕਿ ਜੇ ਤੁਸੀਂ ਨਹੀਂ ਬਦਲੋਗੇ ਅਸੀਂ ਤੁਹਾਨੂੰ ਬਦਲ ਦਿਆਂਗੇ। ਇਹ ਤਾਂ ਮੰਨਦੇ ਹੋ ਨਾ? ਮੈਂ ਦੁਹਰਾ ਦਿੰਦਾ ਸ਼ਬਦ, ਜੇ ਤੁਸੀਂ ਨਹੀਂ ਬਦਲੋ। ਬਾੜ ਸਾਹਿਬ ਮੈਂ ਤੇ ਕਹਿੰਦਾ ਬਦਲ ਦਿਓ, ਬਦਲ ਕੇ ਵੀ ਤੁਸੀਂ ਸਾਨੂੰ ਹੀ ਲਿਆਉਣਾ। ਜੇ ਹੁਣ ਤੁਸੀਂ 33% ਰਾਖਵਾਂਕਰਨ ਦੇ ਉੱਪਰ ਖੁਸ਼ੀ ਮਨਾ ਰਹੇ ਹੋ, ਵੀ ਸਾਡੇ ਟੱਬਰਾਂ 'ਚ ਹੋਣੇ ਆ ਬੰਦੇ, ਹੋਰ ਕਿਤੇ ਤੁਹਾਡੇ ਟੱਬਰਾਂ ਦੇ ਵਿੱਚੋਂ ਥੋੜਾ ਕਿਸੇ ਨੂੰ ਟਿਕਟਾਂ ਦੇ ਦੇਣੀਆਂ। ਸੰਧਾਲੀਆ ਸਾਹਿਬ ਇੰਨੀ ਗੱਲ ਤਾਂ ਜਿਹੜੀ ਉਹ ਕਹਿਣ ਜੋਗੇ ਹੋ ਗਿਆ ਸਾਡੇ ਲੀਡਰ ਕਿ ਭਾਈ ਨਵੀਂ ਪਾਰਲੀਮੈਂਟ ਦੇ ਵਿੱਚ ਅੱਜ ਜਿਹੜਾ ਬੀਤੇ ਕੱਲ ਪਹਿਲਾ ਦਿਨ ਸੀ ਜਦੋਂ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਰਾਜ ਸਭਾ ਤੇ ਲੋਕ ਸਭਾ ਦੇ ਜਾ ਕੇ ਬੈਠੇ ਆ। ਨਵੀਂ ਬਿਲਡਿੰਗ ਹੈ, ਪੁਰਾਣੀ ਬਿਲਡਿੰਗ ਹੁਣ ਉੱਥੇ ਪਾਰਲੀਮੈਂਟ ਨਹੀਂ ਸਜੂਗੀ। ਪਹਿਲਾ ਹੀ ਬਿੱਲ ਜਿਹੜਾ ਲਿਆਂਦਾ ਗਿਆ ਉਹ ਔਰਤ ਰਾਖਵਾਂਕਰਨ ਬਿੱਲ ਹੈ। ਉਹਦੇ ਨਾਲ ਕੀ ਹੋਊਗਾ ਕਿ 33% ਸੀਟਾਂ, ਜਿਵੇਂ ਤੁਸੀਂ ਦੱਸਿਆ, ਜੇ ਇਹ ਬਿੱਲ ਪਾਸ ਹੁੰਦਾ ਹੈ, ਕਿਉਂਕਿ ਅਜੇ ਇਹ ਬਿੱਲ ਪਾਸ ਨਹੀਂ ਹੋਇਆ, ਹੋ ਜਾਣਾ ਕਿਉਂਕਿ ਬਹੁਤ ਸਾਰੀਆਂ 93% ਮੈਂਬਰ ਪਾਰਲੀਮੈਂਟ ਹੱਕ 'ਚ ਨੇ। ਜੇ ਇਹ ਬਿੱਲ ਪਾਸ ਹੁੰਦਾ ਤਾਂ ਹੋਏਗਾ ਕਿ ਇਹ ਇੱਕ ਬਹੁਤ ਵੱਡਾ ਸਵਾਲ ਹੈ ਆਮ ਬੰਦੇ ਦੇ ਲਈ। ਫਿਰ ਹਰ ਇੱਕ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਕੁੱਲ ਸੀਟਾਂ ਦਾ 33% ਔਰਤਾਂ ਦੇ ਲਈ ਰਾਖਵਾਂ ਹੋਏਗਾ। ਜਾਣੀ ਪੰਜਾਬ ਦੇ ਵਿੱਚ ਜੇ ਆਪਾਂ ਅੰਦਾਜ਼ਾ ਲਾਈਏ ਤਾਂ ਤਕਰੀਬਨ ਮੰਨ ਕੇ ਚੱਲਦੇ ਆਪਾਂ ਕਿ 40 ਦੇ ਕਰੀਬ ਸੀਟਾਂ, ਉਹ ਇੱਕ ਦੀ ਉੱਪਰ ਥੱਲੇ ਹੋ ਸਕਦੀ ਹੈ ਕਿਉਂਕਿ ਸਾਡੇ ਕੋਲ 117 ਸੀਟਾਂ ਨੇ। ਫਿਰ 40 ਦੇ ਕਰੀਬ ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਦੇ ਉੱਤੇ ਬੀਬੀਆਂ ਹੀ ਇਲੈਕਸ਼ਨ ਲੜ ਸਕਣਗੀਆਂ, ਬੀਬੀਆਂ ਹੀ ਜਿੱਤ ਜਾਂ ਹਾਰ ਸਕਣਗੀਆਂ, ਉੱਥੇ ਕੋਈ ਮਰਦ ਖੜਾ ਨਹੀਂ ਹੋ ਸਕੇਗਾ। ਦੂਸਰਾ, ਲੋਕ ਸਭਾ ਦੇ ਵਿੱਚ 543 ਸੀਟਾਂ ਨੇ, ਫਿਰ ਉਹਦੇ ਵਿੱਚ ਵੀ 33% ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਉਹ ਬੀਬੀਆਂ ਲਈ ਰਾਖਵੀਆਂ ਹੋਣਗੀਆਂ। ਇਸ ਵੇਲੇ ਦੀ ਜੇ ਗੱਲ ਕਰੀਏ ਫਰਕ ਕੀ ਪਏਗਾ? ਬੰਦਾ ਕਹਿੰਦਾ ਬੜੀਆਂ ਬੀਬੀਆਂ ਆਲਰੇਡੀ ਹੈਗੀਆਂ ਨੇ। ਇਸ ਵੇਲੇ 82 ਮੈਂਬਰ ਪਾਰਲੀਮੈਂਟ ਬੀਬੀਆਂ ਨੇ 543 ਦੇ ਵਿੱਚੋਂ 82 ਤੇ ਜੇ ਇਹ ਨਿਯਮ ਲਾਗੂ ਹੁੰਦਾ ਹੈ, ਨੰਬਰ ਇਹੀ ਰਹਿੰਦੇ ਆ, ਤੇ ਫਿਰ 82 ਤੋਂ ਗਿਣਤੀ ਵੱਧ ਕੇ 181 ਹੋ ਜੂਗੀ। ਜਾਣੀ 99 ਮੈਂਬਰ ਪਾਰਲੀਮੈਂਟ ਹੋਰ ਜ਼ਿਆਦਾ ਫਿਰ ਬੀਬੀਆਂ ਹੋਣਗੀਆਂ। ਜਾਣੀ ਕਿ ਜੇ 543 ਹੀ ਲੋਕ ਸਭਾ ਦੇ ਮੈਂਬਰ ਰਹਿੰਦੇ ਆ ਤੇ ਬਿੱਲ ਪਾਸ ਹੁੰਦਾ ਹੈ, ਫਿਰ 99 ਬੰਦੇ ਜਿਹੜੇ ਆ ਮੇਲ, ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ, ਚਾਹੇ ਉਹਨਾਂ ਦੇ ਘਰੋਂ ਹੀ ਟਿਕਟਾਂ ਦਿੱਤੀਆਂ ਜਾਣ, ਪਰ ਉੱਥੇ ਫਿਰ ਪਾਰਲੀਮੈਂਟ ਦੇ ਅੰਦਰ ਆ ਕੇ ਬੀਬੀਆਂ ਬੈਠਣਗੀਆਂ। 99 ਹੋਰ ਬੀਬੀਆਂ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ। ਪਰ ਕੱਲ ਨੂੰ 5-6 ਘੰਟੇ ਦੀ ਤੇ ਬਹਿਸ ਹੋਣੀ ਹੈ। ਜਦੋਂ ਪਿਛਲੀ ਵਾਰ ਤੁਸੀਂ ਕਿਹਾ ਕਿ ਸਾਰੇ ਸਿਰਾ ਬੰਨਣ ਨੂੰ ਫਿਰਦੇ, ਕਿਉਂਕਿ ਬੀਬੀਆਂ ਦੀਆਂ ਵੋਟਾਂ ਆ 50%, ਅੱਧੀਆਂ ਭਾਰਤ ਦੇ ਵਿੱਚ ਬੀਬੀਆਂ ਨੇ, ਤੇ ਬੀਬੀਆਂ ਦੀਆਂ ਵੋਟਾਂ ਕਿਹਨੂੰ ਚੰਗੀਆਂ ਨਹੀਂ ਲੱਗਦੀਆਂ? ਸਾਰਿਆਂ ਨੂੰ ਲੱਗਦਾ ਕਿ ਬੀਬੀਆਂ ਜੇ ਸਾਡੇ ਨਾਲ ਹੋ ਜਾਣ ਤਾਂ ਸਾਡੀਆਂ ਸਰਕਾਰਾਂ ਬਣਦੀਆਂ। ਸੰਧਾਲੀਆ ਸਾਹਿਬ 3 ਦਹਾਕੇ ਦੇ ਕਰੀਬ ਹੋ ਗਿਆ ਇਸ ਬੀਬੀਆਂ ਦੇ ਲਈ ਔਰਤਾਂ ਦਾ ਰਾਖਵਾਂਕਰਨ ਬਿੱਲ ਲਿਆਉਣ ਦੀ ਚਰਚਾ ਚੱਲਦੀ ਹੈ। 1996 ਦੇ ਵਿੱਚ ਸ਼ੁਰੂ ਹੋਇਆ ਸੀ ਕੰਮ।
ਫਿਰ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ ਸਰਕਾਰ ਦੇ ਵੇਲੇ ਯਤਨ ਹੋਇਆ, ਪਰ ਉਹਨਾਂ ਕੋਲ ਨੰਬਰ ਗਿਣਤੀ ਨਹੀਂ ਸੀ ਪੂਰੀ। ਫਿਰ ਡਾਕਟਰ ਮਨਮੋਹਨ ਸਿੰਘ ਹੋਰੀ ਜਦੋਂ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਸੀ, ਮੇਰੇ ਖਿਆਲ 2010 ਦੀਆਂ ਗੱਲਾਂ ਹੋਣੀਆਂ, ਉਦੋਂ ਔਰਤਾਂ ਦੇ ਲਈ 33% ਰਾਖਵੇਂਕਰਨ ਦਾ ਬਿੱਲ ਜਿਹੜਾ ਰਾਜ ਸਭਾ ਦੇ ਵਿੱਚ ਲਿਆਂਦਾ ਗਿਆ ਤੇ ਪਾਸ ਵੀ ਹੋ ਗਿਆ। ਪਰ ਉਦੋਂ ਸਮਾਜਵਾਦੀ ਪਾਰਟੀ ਵਾਲੇ ਵੀ ਉਲਟ ਸੀ, ਉਦੋਂ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਵੀ ਉਲਟ ਸੀ। ਇਹ ਦੋਏ ਧਿਰਾਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਭਾਈਵਾਲ ਸੀ। ਇਹ ਅੱਖਾਂ ਦਿਖਾਉਣ ਕਿ ਚਲੋ ਠੀਕ ਹੈ ਫਿਰ ਤੁਸੀਂ ਪਾਸ ਕਰਾ ਲਓ, ਫਿਰ ਅਸੀਂ ਐਂ ਕਰ ਦਿਆਂਗੇ। ਅਗਲਿਆਂ ਨੇ ਲੋਕ ਸਭਾ ਦੇ ਵਿੱਚ ਪੇਸ਼ ਹੀ ਨਾ ਕੀਤਾ ਕਿਉਂਕਿ ਸਮਰਥਨ ਨਹੀਂ ਸੀ ਮਿਲ ਰਿਹਾ ਪੂਰਾ। ਉਹਦੇ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਸਾਹਿਬ ਨੇ ਤੇ ਇਹਨਾਂ ਨੇ ਬਿੱਲ ਪੇਸ਼ ਕਰ ਦਿੱਤਾ ਤੇ ਇਹ ਭਲਕੇ ਪਾਸ ਹੋ ਜਾਣਾ, ਭਲਕ ਨਹੀਂ ਤਾਂ ਪਰਸੋਂ ਨੂੰ ਪਾਸ ਹੋ ਜਾਊਗਾ, ਇਹ ਗੱਲ ਪੱਕੀ ਹੈ। ਹੁਣ ਸੰਧਾਲੀਆ ਸਾਹਿਬ ਹੋਣਾ ਕੀ ਹੈ? ਕੋਈ ਬੰਦਾ ਮਤ ਸੋਚੇ ਕਿ 2024 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਿ ਉਹਦੇ ਵਿੱਚ ਇਹ ਕੰਮ ਹੋ ਜਾਊਗਾ, ਨਹੀਂ। ਜੇ ਇਹ ਪਾਸ ਵੀ ਹੋ ਜਾਂਦਾ ਹੈ ਪਾਰਲੀਮੈਂਟ ਦੇ ਲੋਕ ਸਭਾ ਦੇ ਸਦਨ ਦੇ ਵਿੱਚੋਂ, ਜੇ ਰਾਸ਼ਟਰਪਤੀ ਸਾਹਿਬ ਦਸਤਖਤ ਵੀ ਕਰ ਦਿੰਦੇ ਆ, ਜੇ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਂਦਾ ਹੈ, ਗਜਟ ਦੇ ਵਿੱਚ ਵੀ ਛਪ ਜਾਂਦਾ ਹੈ, ਤਾਂ ਵੀ ਮੈਨੂੰ ਲੱਗਦਾ ਹੈ ਕਿ 2024 ਨਹੀਂ 2029 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਬੀਬੀਆਂ ਨੂੰ ਲੋਕ ਸਭਾ ਚੋਣ ਦਾ ਮੌਕਾ ਮਿਲੂਗਾ। ਕਿਉਂਕਿ ਉਹਦੇ ਵਿੱਚ ਇੱਕ ਮਦ ਹੈ ਕਿ ਲੋਕ ਸਭਾ ਹਲਕਿਆਂ ਦੀ ਸੀਮਾ ਨਿਰਧਾਰਨ ਕਰਨੀ ਹੈ, ਹਲਕਿਆਂ ਦੀ ਦੁਬਾਰਾ ਵੰਡ ਹੋਣੀ ਹੈ, ਤੇ ਜਦੋਂ ਹਲਕਿਆਂ ਦੀ ਦੁਬਾਰਾ ਵੰਡ ਹੋਣ ਦਾ ਚਰਚਾ ਚੱਲੂਗਾ ਫਿਰ ਜਾ ਕੇ ਕਿਤੇ ਕੰਮ ਅੱਗੇ ਪਿੱਛੇ ਹੋਣਾ। ਇਹਦੇ ਵੀ ਦੋ ਕਨਸੈਪਟ ਨੇ ਸੰਧਾਲੀਆ ਸਾਹਿਬ। ਇੱਕ ਤਾਂ ਇਹ ਹੋ ਸਕਦਾ ਕਿ 543 ਹੀ ਲੋਕ ਸਭਾ ਦੇ ਮੈਂਬਰ ਰੱਖੇ ਜਾਣ, ਉਹਦੇ ਵਿੱਚੋਂ 81 ਔਰਤਾਂ ਦੇ ਲਈ ਹਲਕੇ ਰਾਖਵੇਂ ਕਰ ਦਿੱਤੇ ਜਾਣ ਕਿ ਭਾਈ ਇੱਥੋਂ ਬੀਬੀ ਹੀ ਚੋਣ ਲੜੂ ਤੇ ਉਹਨੂੰ ਰੋਟੇਸ਼ਨ ਸਿਸਟਮ 'ਚ ਕਰ ਦਿੱਤਾ ਜਾਵੇ ਕਿ ਭਾਈ ਇੱਕ ਵਾਰੀ ਇਹ ਹਲਕਾ ਰਾਖਵਾਂ, ਇੱਕ ਵਾਰੀ ਇਹ ਤੇ ਇੱਕ ਵਾਰੀ ਇਹ। ਦੂਸਰਾ ਇੱਕ ਹੋਰ ਵੀ ਤਰਕ ਦਿੱਤਾ ਜਾ ਰਿਹਾ ਕਾਨੂੰਨੀ ਤੌਰ ਦੇ ਉੱਤੇ ਕੰਮ, ਉਹ ਵੀ ਹੋ ਸਕਦਾ ਕਿ ਮੈਂਬਰ ਪਾਰਲੀਮੈਂਟਾਂ ਦੀ ਗਿਣਤੀ ਵਧਾ ਦਿੱਤੀ ਜਾਵੇ। 543 ਦੀ ਜਗ੍ਹਾ ਦੇ ਉੱਤੇ 700 ਕੁਛ ਜਾਂ 800 ਕੁਛ ਲੋਕ ਸਭਾ ਦੇ ਮੈਂਬਰ ਕਰ ਦਿੱਤੇ ਜਾਣ, ਕਿਉਂਕਿ ਸਾਡੇ ਕੋਲੇ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਵਿੱਚ ਸੀਟਾਂ ਹੈਗੀਆਂ। ਤੇ ਇਹ ਵੀ ਚਰਚਾ ਚੱਲਦੀ ਹੈ ਕਿ ਹੋ ਸਕਦਾ ਕਿ ਜਿਹੜੇ ਲੋਕ ਸਭਾ ਹਲਕਿਆਂ ਦੇ ਵਿੱਚ 20 ਲੱਖ ਤੋਂ ਵੱਧ ਵੋਟਰ ਨੇ, 20 ਲੱਖ ਆਮ ਤੌਰ ਤੇ ਪੰਜਾਬ 'ਚ 16, 17, 18 ਲੱਖ ਵੋਟਰ ਨੇ, ਕਿ ਜਿਹੜੇ ਵੀ ਲੋਕ ਸਭਾ ਹਲਕੇ ਦੇ ਵਿੱਚ 20 ਲੱਖ ਜਾਂ 20 ਲੱਖ ਤੋਂ ਵੱਧ ਵੋਟਰ ਹੋਣਗੇ, ਉੱਥੇ 2 ਮੈਂਬਰ ਪਾਰਲੀਮੈਂਟ ਚੁਣੇ ਜਾਣ। ਇੱਕ ਖੁੱਲਾ ਹਲਕਾ ਹੋਵੇ ਜਿੱਦਾਂ ਹੁਣ ਹੈ ਕਿ ਉੱਥੇ ਬੀਬੀ ਵੀ ਖੜ ਸਕਦੀ ਹੈ ਤੇ ਬੀਬਾ ਵੀ ਖੜ ਸਕਦਾ ਹੈ। ਦੂਸਰਾ ਉਹਦੇ ਨਾਲ ਹੀ ਉਸੇ ਹਲਕੇ ਤੋਂ ਇੱਕ ਔਰਤ ਪੱਕੀ ਐਮਪੀ ਜਿੱਤ ਕੇ ਬਣੂ। ਮੰਨ ਲਓ ਜਲੰਧਰ ਲੋਕ ਸਭਾ ਹਲਕਾ ਫੋਰ ਐਗਜ਼ਾਮਪਲ, ਉਦਾਹਰਣ ਵਜੋਂ ਮੈਂ ਗੱਲ ਕਰਦਾ, ਜੇ ਜਲੰਧਰ ਲੋਕ ਸਭਾ ਹਲਕੇ ਦੀ ਵੋਟ 20 ਲੱਖ ਤੋਂ ਉੱਪਰ ਹੁੰਦੀ ਹੈ, ਪਵੇ ਭਾਵੇਂ 10 ਲੱਖ ਹੀ, ਫਿਰ ਉੱਥੋਂ 2 ਮੈਂਬਰ ਪਾਰਲੀਮੈਂਟ ਚੁਣੇ ਜਾਣਗੇ ਜੇ ਇਹ ਫਾਰਮੂਲਾ ਲਾਗੂ ਹੁੰਦਾ। ਇੱਕ ਖੁੱਲਾ ਖੜਾ ਹੋਏਗਾ ਜਿੱਥੇ ਕੋਈ ਵੀ ਉਸ ਹਲਕੇ ਦਾ ਨਾਗਰਿਕ ਚੋਣ ਲੜ ਸਕਦਾ ਹੈ, ਵੋਟਰ ਚੋਣ ਲੜ ਸਕਦਾ ਹੈ, ਤੇ ਦੂਸਰਾ ਉਸ ਹਲਕੇ ਤੋਂ ਦੂਸਰੀ ਵੋਟ ਵੀ ਹਰ ਇੱਕ ਵੋਟਰ ਨੂੰ ਪਾਉਣੀ ਪਊਗੀ ਜਿੱਥੋਂ ਕੇਵਲ ਬੀਬੀ ਐਮਪੀ ਬਣੂਗੀ। ਇਹ ਕੰਮ ਪਹਿਲਾਂ ਚੱਲਦਾ ਰਿਹਾ ਕਿਸੇ ਵੇਲੇ, ਹੁਣ ਦੁਬਾਰਾ ਇਹਨਾਂ ਦੋਵਾਂ ਫਾਰਮੂਲਿਆਂ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ, ਕਿਹੜਾ ਫਾਰਮੂਲਾ ਅੱਗੇ ਵੱਧਦਾ ਹੈ, ਕਿਵੇਂ ਵੱਧਦਾ ਹੈ। ਹਾਂ, ਬਾਕੀ ਤੁਹਾਡੀ ਗੱਲ ਠੀਕ ਹੈ, ਆਮ ਬੰਦੇ ਦਾ ਨੰਬਰ ਨਹੀਂ ਲੱਗਣਾ। ਤੁਸੀਂ ਕੱਲ ਬੜੀ ਵਧੀਆ ਕਹਾਣੀ ਸੁਣਾਈ ਸੀ ਕਿ ਭਾਵੇਂ ਸਾਰਾ ਪਿੰਡ ਮਰ ਜਾ ਤੇਰਾ ਪੁੱਤ ਨੰਬਰ ਨਹੀਂ ਲੱਗਦਾ। ਨਹੀਂ, ਮੈਂ ਤਾਂ ਕਿਹਾ ਕਿਉਂਕਿ ਸਾਡਾ ਜਿਹੜਾ ਮੀਡੀਆ, ਕਿਉਂਕਿ ਆਪਣੇ ਭੈਣ ਭਰਾ ਬੰਧੂ ਨੇ, ਕੋਈ ਨੈਸ਼ਨਲ ਮੀਡੀਆ ਹੋ ਗਿਆ, ਕੋਈ ਰਾਜਾਂ ਦਾ ਹੋ ਗਿਆ, ਲੋਕਲ ਹੋ ਗਿਆ, ਉਹਨਾਂ ਬੜੀਆਂ ਵਧੀਆ ਫੋਟੋਆਂ ਤਸਵੀਰਾਂ ਮਤਲਬ ਆਮ ਸਧਾਰਨ ਔਰਤਾਂ ਦੀਆਂ ਲਾਈਆਂ ਨੇ, ਉਹ ਕਿ ਇਹ ਗੱਲਾਂ 'ਤੇ ਰੰਗ ਜਿਹਾ ਵੀ ਲਾਇਆ ਤਿਰੰਗੇ ਝੰਡੇ ਦਾ, ਤੇ ਉਹ ਬੜੀ ਖੁਸ਼ੀ ਮਤਲਬ ਜ਼ਾਹਰ ਕਰ ਰਹੀਆਂ ਨੇ ਵੀ ਕਮਾਲ ਹੋ ਗਈ, 33% ਰਾਖਵਾਂਕਰਨ ਮਿਲ ਗਿਆ ਮਹਿਲਾਵਾਂ ਨੂੰ। ਮੈਂ ਮਨ 'ਚ ਸੋਚਾਂ, ਹੋ ਸਕਦਾ ਮੇਰੀ ਗੱਲ ਅਜੀਬ ਲੱਗੇ ਵੀ ਯਾਰ ਇਹ ਬੰਦਾ ਕਿੱਦਾਂ ਦੀ ਗੱਲ ਕਰਦਾ, ਵੀ ਹੋ ਸਕਦਾ ਵੀ ਉਹ ਬੀਬੀ ਜਿਹਦੀ ਵਿਚਾਰੀ ਦੀ ਚੱਕ ਕੇ ਫੋਟੋ ਕਿਤਿਓਂ ਵੀ ਇੱਧਰ ਉੱਧਰ ਫਿੱਟ ਕਰਕੇ ਤੇ ਨਾਲ ਖਬਰ ਬਣਾਉਣ ਵਾਲੇ ਨੇ ਖਬਰ ਬਣਾਤੀ ਹੋਵੇ, ਵੀ ਉਹਦੇ ਤੋਂ ਪੁੱਛ ਕੇ ਘਰੇ ਸਬਜ਼ੀ ਦਾ ਵੀ ਹਿਸਾਬ ਕਿਤਾਬ ਨਾ ਹੁੰਦਾ ਹੋਵੇ। ਉਹ ਵਿਚਾਰੀ ਘਰੇ ਪੁੱਛਦੀ ਹੈ ਵੀ ਅੱਜ ਸਬਜ਼ੀ ਕੀ ਖਾਓਗੇ, ਕੀ ਬਣਾਈਏ ਫਿਰ ਅੱਜ, ਮਤਲਬ ਉਹ ਦਾਲ ਵੀ ਕਿਸੇ ਵੇਲੇ ਉਹਦੀ ਆਪਣੀ ਪਸੰਦ ਦੀ ਘਰੇ ਨਾ ਬਣਦੀ ਹੋਵੇ, ਉਹਨੂੰ ਜਿਹੜਾ ਉੱਥੇ ਲੋਕ ਸਭਾ, ਰਾਜ ਸਭਾ ਜਾਂ ਹੋਰਨਾਂ ਥਾਵਾਂ ਦੇ ਉੱਪਰ 33% ਰਾਖਵਾਂ ਕਰਨ ਦੀ ਗੱਲ ਚੱਲਦੀ ਹੈ ਅਤੇ ਉਹਦੇ ਨਾਲ ਜੋੜ ਕੇ ਉਹਦੀ ਫੋਟੋ ਲਾ ਦਿੱਤੀ ਗਈ ਹੈ। ਉਹ ਹੋ ਸਕਦਾ ਵੀ ਵੈਸੇ ਤਾਂ ਵੇਖਣ ਨੂੰ ਠੀਕ ਲੱਗਦੀ ਹੋਵੇ, ਪਰ ਮੈਨੂੰ ਲੱਗਦਾ ਹੁੰਦਾ ਵੀ ਆਈਡਲੀ ਕਿਸੇ ਆਮ ਰਾਜਨੀਤਿਕ ਘਰਾਣੇ ਦੇ ਵਿੱਚੋਂ ਗਾਂਹ ਆਉਣ ਵਾਲੀ ਪਨੀਰੀ ਪੀੜ੍ਹੀ, ਜਿਹੜੇ ਮਤਲਬ ਚਾਹਵਾਨ ਲੋਕ ਨੇ, ਉਹਨਾਂ ਦੀਆਂ ਫੋਟੋਆਂ ਲਾਈਆਂ ਜਾਣ ਅਤੇ ਥੋੜ੍ਹਾ ਜਿਹਾ ਲੋਕਾਂ ਨੂੰ ਸੱਚਾਈ ਦੇ ਨੇੜੇ ਲੱਗੇ ਵੀ ਨਹੀਂ, ਅੱਛਾ ਇਸ 33% ਦਾ ਮਤਲਬ ਇਹ ਹੋ ਗਿਆ ਵੀ ਇਹ ਜਿਹੜੇ ਚਿਹਰੇ ਨੇ ਜਾਂ ਇਹ ਜਿਹੜੇ ਪਰਿਵਾਰਕ ਮੈਂਬਰ ਅਜੇ ਰਹਿੰਦੇ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਵੀ ਯਾਰ ਥੋੜ੍ਹੀਆਂ ਨੇ ਸੀਟਾਂ, ਥੋੜ੍ਹੀਆਂ ਵਧਾਓ ਯਾਰ, ਮੌਕਾ ਮਿਲੇ, ਉਹਨਾਂ ਨੂੰ ਹੁਣ ਮੌਕਾ ਮਿਲਿਆ ਕਰੂਗਾ। ਮੈਂ ਤਾਂ ਇਹ ਗੱਲ ਥੋੜ੍ਹੀ ਜਿਹੀ ਘਰੋੜ ਕੇ ਕਲੀਅਰ ਕੀਤੀ ਵੀ ਕਿਸੇ ਬੰਦੇ ਨੂੰ ਕਿਸੇ ਵੇਲੇ ਇਹ ਨਾ ਲੱਗੇ ਵੀ ਯਾਰ ਅੱਛਾ ਇਹ ਕੁਛ ਵੱਡਾ ਹੋ ਗਿਆ ਅਤੇ ਆਮ ਸਧਾਰਨ ਔਰਤਾਂ ਦੇ ਲਈ ਵੀ ਇਹਦੇ ਵਿੱਚ ਕੁਛ ਹੈ।
ਆਮ ਸਧਾਰਨ ਔਰਤਾਂ ਦੇ ਲਈ ਸਿਰਫ ਇੱਕੋ ਹੀ ਆ ਵੀ ਜਦੋਂ ਵੋਟਾਂ ਹੋਣ ਉਦੋਂ ਉੱਥੇ ਟਾਈਮ ਨਾਲ ਪਹੁੰਚ ਕੇ ਉਂਗਲ 'ਤੇ ਸਿਆਹੀ ਲਵਾ ਕੇ ਮਸ਼ੀਨ ਦੀ ਟੀ ਕਰਾ ਕੇ ਤੇ ਘਰੇ ਆ ਕੇ ਰੋਟੀ ਟੁੱਕ ਕਰਨਾ। ਸੰਧਾਲੀਆ ਸਾਹਿਬ, ਸਰਪੰਚ ਪਤੀ, ਕੌਂਸਲਰ ਪਤੀ, MLA ਪਤੀ, MP ਪਤੀ, ਇਦਾਂ ਦੀ ਕਨਸੈਪਟ ਜਿਹੜੇ ਇਹ ਨਵੀਆਂ ਟਰਮਾਂ ਨੇ, ਇਹ ਨਵੀਆਂ ਚੀਜ਼ਾਂ ਅਸੀਂ ਸੁਣੀਆਂ ਪਿਛਲੇ 10 15 20 ਸਾਲਾਂ ਦੇ ਵਿੱਚ ਕਿ ਭਾਈ ਟਿਕਟ ਬੀਬੀ ਨੂੰ ਦਵਾ ਦਿਓ, ਕੁਰਸੀ ਉਹਦੀ ਤੇ ਆਪ ਬੈਠੋ। ਮੈਂ ਇੱਥੇ ਇੱਕ ਹੋਰ ਗੱਲ ਤੁਹਾਡੇ ਨਾਲ ਰੱਖਣਾ ਚਾਹੁੰਦਾ, ਕੱਲ ਵੀ ਮੈਂ ਜ਼ਿਕਰ ਕੀਤਾ ਸੀ, ਤੁਸੀਂ ਮੂਹਰੇ ਹੁੰਗਾਰਾ ਨਹੀਂ ਭਰਿਆ ਕਿਉਂਕਿ ਤੁਸੀਂ ਲੀਡਰ ਬੰਦੇ ਹੋ, ਤੁਸੀਂ ਹੁੰਗਾਰਾ ਉਹਨਾਂ ਗੱਲਾਂ ਤੇ ਭਰਦੇ ਹੀ ਨਹੀਂ ਜਿੱਥੇ ਤੁਹਾਨੂੰ ਲੱਗਦਾ ਹੁੰਦਾ ਕਿ ਤੁਹਾਨੂੰ ਸੇਕ ਲੱਗਦਾ। ਮੈਂ ਸੰਧਾਲੀਆ ਸਾਹਿਬ ਬੇਨਤੀ ਇਹ ਕਰਨੀ ਚਾਹੁੰਦਾ, ਅੱਜ ਹਰ ਇੱਕ ਸਿਆਸੀ ਪਾਰਟੀ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ BJP ਹੈ, ਚਾਹੇ ਕੋਈ ਹੋਰ ਸਿਆਸੀ ਧਿਰਾਂ ਨੇ ਛੋਟੀਆਂ, ਪਿੱਠ ਥਾਪੜ ਰਹੀਆਂ। ਤੁਸੀਂ ਖੁਦ ਇਸ ਗੱਲ ਨੂੰ ਮੰਨਿਆ ਕਿ ਜੀ ਅਸੀਂ ਲਿਆਂਦਾ। ਮੈਂ ਸੋਚ ਰਿਹਾ ਸੀ 1947 ਚ ਦੇਸ਼ ਆਜ਼ਾਦ ਹੋਇਆ, 1950 ਦੇ ਵਿੱਚ ਸੰਵਿਧਾਨ ਬਣ ਗਿਆ, ਉਹਦੇ ਤੋਂ ਬਾਅਦ ਅਸੀਂ ਹਰੀ ਕ੍ਰਾਂਤੀ ਲੈ ਆਂਦੀ, ਫਿਰ ਅਸੀਂ ਚਿੱਟੀ ਕ੍ਰਾਂਤੀ ਦੁੱਧ ਦੇ ਰੂਪ ਚ ਲੈ ਆਂਦੀ, ਅਸੀਂ ਚੰਦ ਦੇ ਉੱਤੇ ਪਹੁੰਚ ਗਏ, ਦੁਨੀਆ ਦਾ ਚੌਥਾ ਦੇਸ਼ ਬਣ ਗਏ, ਅਸੀਂ ਦੁਨੀਆ ਦੀ ਮਹਾਸ਼ਕਤੀ ਬਣ ਗਏ, ਅਸੀਂ ਵਿਸ਼ਵ ਗੁਰੂ ਬਣ ਗਏ, ਸਾਡੀ ਫੋਰਨ ਪਾਲਿਸੀ ਦਾ ਅੱਜ ਦੁਨੀਆ ਦੇ ਵਿੱਚ ਮੁੱਲ ਪੈਂਦਾ, ਬਹੁਤ ਕੁਝ ਹੋਇਆ। ਅਸੀਂ ਦੁਨੀਆ ਦੇ ਕਮਜ਼ੋਰ ਲੋਕਾਂ ਨੂੰ, ਕਮਜ਼ੋਰ ਦੇਸ਼ਾਂ ਨੂੰ ਸਹਾਇਤਾ ਦੇਣ ਜੋਗੇ ਹੋ ਗਏ, ਅਸੀਂ ਵੱਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਕੀਤੀਆਂ, ਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਔਰਤਾਂ ਨੂੰ ਦੇਸ਼ ਦੀ ਆਜ਼ਾਦੀ ਦੇ 7.5 ਦਹਾਕਿਆਂ ਬਾਅਦ ਵੀ ਰਿਜ਼ਰਵੇਸ਼ਨ ਦੇਣ ਦੀ ਲੋੜ ਕਿਉਂ ਪਈ? ਇੱਕ ਪਾਸੇ ਸਾਡਾ ਇੰਨਾ ਅਮੀਰ ਸੰਵਿਧਾਨ ਹੈ, ਇੱਕ ਪਾਸੇ ਸਾਡੇ ਲੀਡਰਾਂ ਦੇ ਏਡੇ ਵੱਡੇ ਦਾਅਵੇ ਨੇ। ਟਿਕਟਾਂ ਕੌਣ ਦਿੰਦਾ? ਆਜ਼ਾਦ ਤਾਂ ਬੜੇ ਥੋੜੇ ਜਿੱਤਦੇ ਨੇ, 1-2-3% ਲੋਕ ਆਜ਼ਾਦ ਜਿੱਤਦੇ ਨੇ। ਆ ਜਿਹੜੀਆਂ ਸਿਆਸੀ ਪਾਰਟੀਆਂ 'ਚ ਪਿੱਠ ਥਾਪੜਦੀਆਂ ਨਾ, ਕਾਨੂੰਨ ਬਣ ਚੱਲਿਆ ਹੈ, ਕਾਨੂੰਨ ਬਣ ਜਾਣਾ ਹੈ। ਤੁਸੀਂ 33% ਦੀ ਟਿਕਟਾਂ ਕਿਉਂ ਨਹੀਂ ਸੀ ਦਿੰਦੇ? ਤੁਸੀਂ 50% ਦੀ ਟਿਕਟਾਂ ਦਿਓ। ਤੁਸੀਂ 60% ਦੀ ਟਿਕਟਾਂ ਅੱਜ ਤੱਕ ਔਰਤਾਂ ਨੂੰ ਕਿਉਂ ਨਹੀਂ ਦਿੱਤੀਆਂ? ਜੇ ਤੁਸੀਂ ਇੰਨੇ ਹੀ ਸੁਹਿਰਦ ਹੋ ਸਾਰੇ ਜਣੇ ਕਿ ਅਸੀਂ ਤਾਂ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣੇ ਹੈ, ਅਸੀਂ ਤਾਂ ਔਰਤਾਂ ਦੀ ਤਰੱਕੀ ਦੇ ਜਿਹੜੇ ਹੈ ਉਹ ਝੰਡਾ ਬਰਦਾਰ ਹਾਂ, ਜੇ ਅਸੀਂ ਇੰਨੇ ਹੀ ਚੰਗੇ ਸੀ, ਕੋਈ 15 ਟਿਕਟਾਂ ਦਾ ਐਲਾਨ ਕਰਦਾ, 1 ਉਮੀਦਵਾਰ ਬੀਬੀ, ਬੜੀ ਹੱਦ 2 ਉਮੀਦਵਾਰ ਬੀਬੀਆਂ, ਉਹਨਾਂ ਦੇ ਵਿੱਚੋਂ ਵੀ ਲੀਡਰਾਂ ਦੇ ਪਰਿਵਾਰ ਦੀਆਂ ਹੀ ਬੀਬੀਆਂ। ਯਾਨੀ ਜੇ ਅੱਜ ਤੁਸੀਂ ਪਿੱਠ ਥਾਪੜਦੇ ਹੋ, ਮਾੜੀ ਜੀ ਪਿੱਠ ਖੁਰਕੋ ਵੀ ਆਪਣੀ ਕਿ 7.5 ਦਹਾਕੇ ਬੀਤ ਗਏ, 75 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਦੇਸ਼ ਨੂੰ ਆਜ਼ਾਦ ਹੋਇਆ। ਹਰ ਵਾਰੀ ਤੁਸੀਂ ਟਿਕਟਾਂ ਵੰਡਦੇ ਹੋ, ਹਰ ਵਾਰੀ ਤੁਹਾਡੀਆਂ ਚੋਣ ਕਮੇਟੀਆਂ ਬੈਠਦੀਆਂ, ਹਰ ਵਾਰੀ ਤੁਸੀਂ ਲੰਬੀਆਂ ਮੀਟਿੰਗਾਂ ਕਰਕੇ ਲਿਸਟਾਂ ਜਾਰੀ ਕਰਦੇ ਹੋ ਕਿ ਸਾਡੇ ਵੱਲੋਂ ਆਹ ਬੰਦਾ ਇਲੈਕਸ਼ਨ ਲੜੂਗਾ। ਬੀਬੀਆਂ ਕਿਉਂ ਨਹੀਂ ਬਈ? ਤੁਹਾਡੇ ਪੈਨ ਨਹੀਂ ਸੀ ਉਦੋਂ ਚੱਲਦੇ? ਕਾਨੂੰਨ ਬਣ ਜਾਊਗਾ, ਤੁਹਾਡੇ ਹੱਥ ਵੱਜ ਜਾਣਗੇ, ਤੁਹਾਡੇ ਹੱਥ ਵੱਜਣਗੇ ਕਿ ਭਾਈ ਹੁਣ ਤੁਹਾਨੂੰ ਟਿਕਟ ਬੀਬੀਆਂ ਨੂੰ ਦੇਣੀ ਪੈਣੀ ਹੈ, ਤੁਸੀਂ ਟਿਕਟ ਫੇਰ ਹੀ ਦੇਣੀ ਹੈ। ਇਸ ਗੱਲ ਦੇ ਉੱਤੇ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਚਰਚਾ ਸੰਧਾਲੀਆ ਸਭ ਹੋਣੀ ਚਾਹੀਦੀ ਕਿ ਨਹੀਂ ਚਾਹੀਦੀ? ਇਹ ਚਾਹੀਦੀ ਆ, ਪਰ ਆਪਾਂ ਹੁਣ ਕਰਨੀ ਨਹੀਂ ਬਾਟ ਸਾਹਿਬ। ਕਾਰਨ ਉਹਦੇ ਪਿੱਛੇ ਇਹ ਆ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿਆਂ। ਤੁਸੀਂ ਜ਼ਿਕਰ ਕੀਤਾ ਸੀ ਵੀ ਲਾਲੂ ਪ੍ਰਸਾਦ ਯਾਦਵਪੁਰੀ ਵਿਰੋਧ 'ਚ ਹੁੰਦੇ ਸੀ ਇਸ ਚੀਜ਼ ਦੇ, ਤੇ ਮੈਂ ਵੀ ਨਾਲ ਯਾਦ ਕਰਾ ਦਿਆਂ ਵੀ ਲਾਲੂ ਪ੍ਰਸਾਦ ਯਾਦਵ ਸਾਹਿਬ ਨੇ ਆਪ ਆਪਣੀ ਘਰਵਾਲੀ ਨੂੰ CM ਤੱਕ ਬਣਾਇਆ ਬਿਹਾਰ ਦਾ। ਹਾਲਾਂਕਿ ਚਲੋ ਭਾਵੇਂ ਨਾਂ ਦਾ ਹੀ, ਕਿਉਂਕਿ ਉਹ ਬਣ ਨਹੀਂ ਸਕਦੇ, ਉਹ ਕਿਹਾ ਵੀ ਬਾਹਰ ਨਹੀਂ, ਚਲੋ ਘਰੋਂ ਕੋਈ ਨਹੀਂ, ਘਰੋਂ ਹੀ ਬਣਾ ਲਓ, ਹੈ ਨਾ। ਉਹ ਉੱਥੇ ਨੂੰ ਲੱਗਦਾ ਵੀ ਜੇ ਕਾਨੂੰਨੀ ਤੌਰ 'ਤੇ ਕੋਈ ਅੜਚਣ ਆ, ਜੇ ਕੋਈ ਡਿੱਕਾ, ਤੇ ਫਿਰ ਆਪਾਂ ਪਰਿਵਾਰ ਦਾ ਜੀ ਅੱਗੇ ਕਰ ਲੈਣਾ, ਅਦਰਵਾਈਜ਼ ਆਪਾਂ ਚੌਧਰ ਨਹੀਂ ਦੇਣੀ। ਕਿਉਂਕਿ ਜੇ ਉਹ ਵਾਕਈ ਸੱਚੀ ਮੁੱਚੀ ਇਸ ਚੀਜ਼ ਦੇ ਹੱਕ 'ਚ ਹੁੰਦੇ ਤਾਂ ਉਦੋਂ ਇਸ ਚੀਜ਼ ਦਾ ਵਿਰੋਧ ਨਾ ਕਰਦੇ ਹੋ। ਸੋ ਇਸ ਕਰਕੇ ਕਹਾਣੀ ਵਾਹਵਾ ਲੰਮੀ ਆ, ਇਹਦੇ 'ਤੇ ਡਿਬੇਟ ਮੈਨੂੰ ਲੱਗਦਾ ਜਦੋਂ ਪਾਸ ਹੋ ਗਿਆ ਉਦੋਂ ਫਿਰ ਖੁੱਲ੍ਹਾ ਟਾਈਮ ਲਾ ਲਾਂਗੇ। ਅਗਲੀ ਗੱਲ ਆਪਾਂ ਬਹੁਤ ਜ਼ਰੂਰੀ ਕਰਨੀ ਆ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਨੇ ਫਿਕਰ ਜ਼ਾਹਰ ਕੀਤਾ। ਨਵਾਜ਼ ਸ਼ਰੀਫ ਸਾਹਿਬ ਪਾਕਿਸਤਾਨ ਦੇ ਵੱਡੇ ਲੀਡਰ ਹੈ, ਮੁੱਖ ਮੰਤਰੀ ਰਹੇ, ਪ੍ਰਧਾਨ ਮੰਤਰੀ ਰਹੇ ਨੇ। ਉਹ ਕਹਿੰਦੇ ਯਾਰ ਕਮਾਲ ਹੋ ਗਈ ਆ, ਚੰਦਰਮਾ ਤੱਕ ਭਾਰਤ ਪਹੁੰਚ ਗਿਆ, ਇੰਨੀ ਉਹਨੇ ਤਰੱਕੀ ਕਰ ਲਈ ਯਾਰ, ਇਹ ਸਾਡੇ ਵਾਲੇ ਲੀਡਰਾਂ ਨੇ ਬੇੜਾ ਹੀ ਗਰ ਕਰਤਾ। ਮੈਂ ਸੋਚਾਂ ਵੀ ਯਾਰ ਪ੍ਰਧਾਨ ਮੰਤਰੀ ਦੇ ਨਵਾਜ਼ ਸ਼ਰੀਫ ਸਾਹਿਬ ਆਪ ਰਹੇ ਆ, ਤੇ ਬੇੜਾ ਗਰ ਕੋ ਬਾਹਰੋਂ ਕਰ ਗਿਆ। ਸੰਧਾਲੀਆ ਸਾਹਿਬ, ਸ਼ਰੀਫ ਬੰਦੇ ਦਾ ਕੰਮ ਚਿੰਤਾ ਕਰਨਾ ਹੁੰਦਾ। ਸ਼ਰੀਫ ਬੰਦੇ ਨੇ ਡਾਂਗ ਨਹੀਂ ਮਾਰ ਲੈਣੀ ਹੁੰਦੀ ਕਿਸੇ ਦੇ, ਤੇ ਜਿਹੜੇ ਬੰਦੇ ਦੇ ਨਾਂ ਦੇ ਨਾਲ ਹੀ ਸ਼ਰੀਫ ਜੁੜਦਾ ਤਾਂ ਫਿਰ ਉਸ ਬੰਦੇ ਤੋਂ ਤਾਂ ਅਸੀਂ ਸ਼ਰਾਫਤ ਦੀ ਹੀ ਉਮੀਦ ਕਰਾਂਗੇ ਨਾ। ਹੁਣ ਤੁਸੀਂ ਦੇਖੋ, ਜਦੋਂ ਇਮਰਾਨ ਖਾਨ ਦੀ ਗੱਦੀ ਜਾਣ ਵਾਲੀ ਸੀ ਜਾਂ ਗੱਦੀ ਚਲੇ ਗਈ ਸੀ, ਉਹ ਬੰਦਾ ਵੀ ਭਾਰਤ ਦਾ ਜ਼ਿਕਰ ਕਰਦਾ ਹੁੰਦਾ ਸੀ ਕਿ ਭਾਰਤ ਇੱਥੇ ਪਹੁੰਚ ਗਿਆ, ਭਾਰਤ ਇੱਥੇ ਪਹੁੰਚ ਗਿਆ, ਭਾਰਤ ਦੀ ਵਿਸ਼ਵ ਪਾਲਿਸੀ ਦੇਖੋ, ਫੋਰਨ ਪਾਲਿਸੀ ਦੇਖੋ, ਭਾਰਤ ਤਰੱਕੀ ਕਰ ਗਿਆ ਸੀ, ਉੱਥੇ ਖੜੇ ਰਹਿ ਗਏ। ਨਵਾਜ਼ ਸ਼ਰੀਫ ਸਾਹਿਬ ਵੀ ਕਹਿੰਦੇ ਆ, ਇਹਦੀ ਬਿਲਾਵਲ ਭੁੱਟੋ ਕੱਲ੍ਹ ਕਹਿਣ ਲੱਗ ਪਊ, ਤੁਸੀਂ ਤਾਂ 3-4 ਧਿਰਾਂ ਰਾਜ ਕਰਦੇ ਰਹੇ ਹੋ। ਕੋਈ ਭਾਰਤੀ ਬੰਦਾ, ਕੋਈ ਚੀਨ ਦਾ ਬੰਦਾ, ਕੋਈ ਗੁਆਂਢੀ ਮੁਲਕ ਈਰਾਨ ਜਾਂ ਅਫਗਾਨਿਸਤਾਨ ਦਾ ਬੰਦਾ ਥੋੜੀ ਪਾਕਿਸਤਾਨ ਦੀ ਹਕੂਮਤ ਆਣ ਕੇ ਚਲਾਉਂਦਾ ਰਿਹਾ। ਪਾਕਿਸਤਾਨ ਦੀ ਹਕੂਮਤ ਤਾਂ ਤੁਸੀਂ ਚਲਾਈ ਹੈ। ਹੁਣ ਨਵਾਜ਼ ਸ਼ਰੀਫ ਸਾਹਿਬ ਨੇ ਐਗਜ਼ਾਮਪਲ ਦੇਖੋ ਕਿੱਦਾਂ ਦਿੱਤੇ। ਉਹ ਕਹਿੰਦੇ ਜੀ ਭਾਰਤ ਦੇ ਕੋਲੇ ਡਾਲਰਾਂ ਦਾ ਭੰਡਾਰ ਬੜਾ ਵੱਡਾ,
ਭਾਰਤ ਚੰਦਰਮਾ ਤੇ ਪਹੁੰਚ ਗਿਆ, ਭਾਰਤ ਕਹਿੰਦੇ ਜੀ ਬਾਕੀ ਪਾਸੇ ਬੜੀ ਤਰੱਕੀ ਕਰ ਗਿਆ। ਉਹਨਾਂ ਨੇ 4-5 ਉਦਾਹਰਨਾਂ ਦਿੱਤੀਆਂ ਭਾਰਤ ਦੀਆਂ। ਅਸੀਂ ਕਹਿੰਦੇ $1-1 ਦੇ ਲਈ ਕਦੇ ਚੀਨ ਦੇ ਅੱਗੇ ਹੱਥ ਅੱਡਦੇ ਹਾਂ ਤੇ ਕਦੇ ਅਰਬ ਦੇਸ਼ਾਂ ਦੇ ਅੱਗੇ ਹੱਥ ਅੱਡਦੇ ਹਾਂ। ਫਿਰ ਉਹਨਾਂ ਨੇ ਕਿਹਾ, ਉਹ ਕਹਿੰਦੇ 30-30 ਹਜ਼ਾਰ ਰੁਪਈਆ ਬਿਜਲੀ ਦਾ ਬਿੱਲ ਆ ਰਿਹਾ ਪਾਕਿਸਤਾਨ ਦੇ ਆਮ ਘਰਾਂ ਦੇ ਵਿੱਚ। ਉਹ ਕਹਿੰਦੇ ਉਹ ਤਾਂ ਮਾੜਾ ਮੋਟਾ ਸਾਡੀ ਸਰਕਾਰ ਨੇ ਕੰਮ ਕੀਤਾ ਸੀ, ਹੁਣ ਜਿਹੜੀ ਆਈ ਹੈ ਇਮਰਾਨ ਖਾਨ ਤੋਂ ਬਾਅਦ, ਨਹੀਂ ਤਾਂ ਇੱਥੇ ਡੀਜ਼ਲ ਤੇ ਪੈਟਰੋਲ ਹੀ 1000 ਰੁਪਈਏ ਨੂੰ ਲੀਟਰ ਹੋ ਜਾਣਾ ਸੀ। ਬੜੀ ਮਾੜੀ ਨਿਕਲੀ ਕਹਿੰਦੇ ਜੀ ਸਰਕਾਰ। ਮੈਂ ਸੋਚ ਰਿਹਾ ਸੀ ਤੁਹਾਡੀ ਸਰਕਾਰ, ਤੁਸੀਂ ਕਹਿੰਦੇ ਹੋ ਸ਼ਰੀਫ ਸਾਹਿਬ ਚੰਗੀ ਸੀ, ਤੁਹਾਨੂੰ ਹੀ ਹਰਾ ਕੇ ਇਮਰਾਨ ਖਾਨ ਜਿੱਤਿਆ, ਤੁਹਾਡੀ ਪਾਰਟੀ ਥੱਲੇ ਲਾ ਕੇ ਇਮਰਾਨ ਖਾਨ ਜਿੱਤਿਆ। ਜੇ ਤੁਸੀਂ ਚੱਜ ਦਾ ਕੰਮ ਕੀਤਾ ਹੁੰਦਾ, ਜੇ ਤੁਸੀਂ ਸ਼ਰੀਫਾਂ ਵਾਲਾ ਕੰਮ ਕੀਤਾ ਹੁੰਦਾ, ਨਾ ਤੁਹਾਡੀ ਸਰਕਾਰ ਜਾਂਦੀ, ਨਾ ਤੁਹਾਡੀ ਪਾਰਟੀ ਹਰਦੀ, ਨਾ ਤੁਹਾਨੂੰ ਲੰਡਨ ਜਾ ਕੇ ਰਹਿਣਾ ਪੈਂਦਾ, ਕੁਝ ਵੀ ਨਹੀਂ ਸੀ ਕਰਨਾ ਪੈਣਾ। ਅੱਜ ਹਰ ਇੱਕ ਪਾਕਿਸਤਾਨ ਦਾ ਲੀਡਰ ਆਪਣੀ ਪਿੱਠ ਖੁਰਕੀ ਜਾਂਦਾ, ਅਸੀਂ ਵਧੀਆ ਜੀ, ਅਸੀਂ ਵਧੀਆ ਜੀ। ਤੁਸੀਂ ਰਲ ਮਿਲ ਕੇ ਦੇਸ਼ ਦਾ ਭੱਠਾ ਬਿਠਾਇਆ, ਤੁਸੀਂ ਮਿਜ਼ਾਈਲਾਂ ਖਰੀਦ ਲਈਆਂ, ਤੁਸੀਂ ਟੈਂਕ ਖਰੀਦ ਲਿਆ, ਤੁਸੀਂ ਗੋਲੀਆਂ ਖਰੀਦ ਲਈਆਂ। ਜ਼ੋਰ ਤਾਂ ਤੁਹਾਡਾ ਸਾਰਾ ਇਸੇ ਗੱਲ ਦੇ ਉੱਤੇ ਲੱਗਾ ਰਿਹਾ ਕਿ ਭਾਈ ਭਾਰਤ ਦੇ ਵਿੱਚ ਨਸ਼ੇ ਤੇ ਹਥਿਆਰ ਕਿੱਦਾਂ ਭੇਜਣੇ ਆ। ਇਸ ਗੱਲ ਨੂੰ ਤਾਂ ਤੁਸੀਂ ਵੇਖਿਆ ਹੀ ਨਾ ਕਿ ਭਾਈ 4 ਪੈਸੇ ਸੜਕਾਂ ਆਪ ਬਣਾਉਣ ਲਈ ਵੀ ਰੱਖ ਲਈਏ। ਮੁੜ ਕੇ ਹੁਣ ਚੀਨ ਦੀਆਂ ਮਿੰਨਤਾਂ ਕਰਦੇ ਫਿਰਦੇ ਹੋ ਕਿ ਸੜਕ ਬਣਾ ਲਓ ਜੀ, ਸਾਨੂੰ 4 ਪੈਸੇ ਦੇ ਦਿਓ ਜੀ, ਭਾਵੇਂ ਉੱਥੇ ਬੰਦੇ ਵੀ ਆਪਣੇ ਰੱਖ ਲਿਓ ਜੀ, ਭਾਵੇਂ ਉੱਥੇ ਪਹਿਰੇਦਾਰ ਵੀ ਆਪਣੇ ਰੱਖ ਲਿਓ। ਸੰਧਾਲੀਆ ਸਾਹਿਬ, ਬੜਾ ਔਖਾ ਇਲੈਕਸ਼ਨ ਹੈ ਪਾਕਿਸਤਾਨ ਦੇ ਵਿੱਚ। ਮੈਂ ਪਾਕਿਸਤਾਨ ਦੇ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ, ਚੰਗੇ ਲੀਡਰ ਚੁਣਿਓ। ਸਾਡੀ ਤੁਹਾਡੇ ਨਾਲ ਬਣਦੀ ਆ ਨਹੀਂ ਬਣਦੀ, ਸਾਡੇ ਲੀਡਰਾਂ ਦੀ ਤੁਹਾਡੇ ਲੀਡਰਾਂ ਨਾਲ ਬਣਦੀ ਆ ਨਹੀਂ ਬਣਦੀ, ਪਰ ਜਦੋਂ ਹੜ੍ਹ ਆਉਂਦਾ ਤੁਸੀਂ ਡੁੱਬਦੇ ਹੋ, ਜਦੋਂ ਤੁਹਾਨੂੰ ਖਾਣ ਨੂੰ ਰੋਟੀ ਨਹੀਂ ਲੱਭਦੀ, ਜਦੋਂ ਦੁੱਧ ਇੰਨਾ ਮਹਿੰਗਾ ਹੋ ਜਾਂਦਾ, ਨਿਆਣੇ ਵਿਲਕਦੇ ਆ, ਸਾਨੂੰ ਵੀ ਗੁੱਸਾ ਆਉਂਦਾ ਹੈ, ਸਾਨੂੰ ਵੀ ਰੋਸਾ ਆਉਂਦਾ ਹੈ, ਸਾਨੂੰ ਵੀ ਦੁੱਖ ਆਉਂਦਾ। ਆਖਿਰਕਾਰ ਨਿਕਲੇ ਸਾਡੇ ਚੋਂ ਹੀ। ਵੇਖੋ ਬਾਠ ਸਾਹਿਬ, ਜੇ ਤੁਹਾਨੂੰ ਲੱਗਦਾ ਨਾ ਵੀ ਨਵਾਜ਼ ਸ਼ਰੀਫ ਸਾਹਿਬ ਦੇ ਇਸ ਬਿਆਨ ਦੇ ਵਿੱਚ ਬੜਾ ਫਿਕਰ ਲੁਕਿਆ ਪਾਕਿਸਤਾਨ ਦਾ ਜਾਂ ਪਾਕਿਸਤਾਨ ਦੇ ਵਸਿੰਦਿਆਂ ਦਾ, ਇਹ ਝੂਠ ਆ। ਇਹਨੂੰ ਮੈਂ ਥੋੜ੍ਹਾ ਜਿਹਾ ਇਹ ਕਲੀਅਰ ਕਰਾਂ ਵੀ ਇਹਦੇ 'ਚ ਸਿਰਫ ਤੇ ਸਿਰਫ ਇੱਕ ਕੁੰਡੀ ਆ। ਉਹ ਕੁੰਡੀ ਇਹ ਆ ਕਿ ਵੀ ਉਹਨਾਂ ਵੇਖਿਆ ਵੀ ਇਹ ਬੰਦਿਆਂ ਨੂੰ ਤੜਾਈਏ ਕਿੱਦਾਂ, ਇਹਨਾਂ ਨੂੰ ਥੋੜ੍ਹਾ ਜਿਹਾ ਚੁੱਕੀਏ ਕਿੱਦਾਂ, ਜਿਹਦੇ ਨਾਲ ਇਹ ਥੋੜ੍ਹੀ ਚੁੱਕਣਾ ਚਾਹ ਕੇ ਤੇ ਵੋਟਾਂ 'ਤੇ ਪਾਉਣੇ ਕਰਾਂ। ਹੁਣ ਇਹ ਤਾਂ ਆਪਾਂ ਨੂੰ ਪਤਾ ਵੀ ਸ਼ੁਰੂ ਤੋਂ ਪਾਕਿਸਤਾਨ ਦੇ ਆਮ ਲੋਕਾਂ ਨੂੰ ਫੀਡ ਇਹੋ ਕੀਤਾ ਜਾਂਦਾ ਕਿ ਵੀ ਹਾਂ ਦੇਖਿਆ ਜੀ ਭਾਰਤ ਨੇ ਐਂ ਕਰਤਾ, ਭਾਰਤ ਨੇ ਜਿਉਂ ਕਰ, ਹੋਰ ਕੁਛ ਨਹੀਂ ਯਾਰ। ਇੱਕ ਨਗੂਣੀ ਖੇਡ ਆ ਕ੍ਰਿਕਟ, ਉਹਨੂੰ ਹੀ ਰੱਬ ਬਣਾ ਲਿਆ ਵੀ ਕ੍ਰਿਕਟ ਆਇਆ ਤੇ ਕ੍ਰਿਕਟ ਜਿਉਂ ਉਹਦੇ ਜਾ ਕੇ ਸੜਕਾਂ ਦੇ ਸਵਾਲ ਇੱਧਰ ਆਪਣੇ ਵਾਲੇ ਵੀ ਪੁੱਛੀ ਜਾਂਦੇ, ਉਹ ਵੀ ਪੁੱਛੀ ਜਾਂਦੇ। ਚਲੋ ਵਾਹਵਾ ਚੱਲੀ ਜਾਂਦਾ ਕੰਮ, ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਖਣੀ ਮੈਂ ਹੀ ਆਪ ਜਾ ਕੇ ਉੱਥੇ ਛਿੱਕੇ ਮਾਰ ਦੇਣੇ ਤੇ ਮੈਂ ਹੀ ਕੁਛ ਨਾ ਕੁਛ ਕਰ ਦੇਣਾ। ਬਾਅਦ ਜਦੋਂ ਉੱਥੇ ਗੱਲ ਨਹੀਂ ਲੱਗਾ ਬੰਦਾ ਘਰੇ ਵਾਪਸ ਮੁੜਦਾ, ਫਿਰ ਉਹਨੂੰ ਚੇਤਾ ਆਉਂਦਾ ਉਹ ਯਾਰ ਮੈਂ ਤੇ ਦਹੀਂ ਲੈਣਾ ਹੈ, ਮੈਨੂੰ ਉਹ ਭੁੱਲ ਗਿਆ। ਅੱਛਾ, ਮੈਂ ਇਹਦੇ 'ਚ ਜ਼ਿਕਰ ਕਰਾਂ ਵੀ ਇਹ ਸਿਰਫ ਤੇ ਸਿਰਫ ਇਸ ਕਰਕੇ ਆ ਕਿ ਵੀ ਲੋਕਾਂ ਦਾ ਧਿਆਨ ਇਸ ਪਾਸੇ ਲਾਇਆ ਜਾਵੇ ਵੀ ਹੋਰ ਕਿਸੇ ਕੋਲੋਂ ਭਾਰਤ ਤੋਂ ਅੱਗੇ ਨਹੀਂ ਲੰਘਿਆ ਜਾਣਾ। ਇੱਕ ਨਾ ਸਾਨੂੰ ਵੋਟਾਂ ਪਾ ਦੇ, ਇੱਕ ਨਾ ਤੁਸੀਂ ਕੱਟੇ ਦੇ ਸਿੰਘਾਂ ਨੂੰ ਹੱਥ ਪੈ ਲੈਣ ਦਿਓ ਮੇਰਾ, ਫੇਰ ਮੈਂ ਤੁਹਾਨੂੰ ਦੱਸੂਗਾ ਵੀ ਮੈਂ ਕਿੱਦਾਂ ਭਾਰਤ ਤੋਂ ਅੱਗੇ ਕੱਢਦਾ। ਉਹ ਜਦੋਂ ਅਗਲਿਆਂ ਨੇ ਵੋਟਾਂ ਪਾ ਲਈਆਂ, ਹੱਥ ਵੜਾ ਲਏ, ਉਦੋਂ ਬਾਅਦ ਫਿਰ ਤੂੰ ਕੌਣ ਤੇ ਮੈਂ ਕੌਣ। ਨਹੀਂ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਕੋਈ ਪੁੱਛੇ ਜਾਂ ਤੁਹਾਡੇ ਵੇਲੇ ਨਹੀਂ ਬੰਦ ਹੋਇਆ ਜਾਂ ਹੁਣ ਜਿਹੜੀ ਤੁਹਾਡੀ ਸਰਕਾਰ ਸੀ ਉਦੋਂ, ਹੁਣ ਜਿਹੜਾ ਜੋ ਕੁਛ ਅਨੰਤਨਾਗ 'ਚ ਅਜੇ ਹੋ ਕੇ ਹਟਿਆ ਚੰਦ ਦਿਨ ਪਹਿਲਾਂ, ਉਹ ਬੰਦੇ ਕੀ ਗੱਲ ਮੰਗਲ ਗ੍ਰਹਿ ਤੋਂ ਸਿੱਧਾ ਕੋਈ ਰਾਕਟ ਲੈ ਕੇ ਆਏ ਸੀ, ਉਹ ਕਿੱਧਰ ਦੀ ਆਏ ਆ? ਤੇ ਉਹ ਕੰਮ ਛੱਡੋਗੇ ਤੇ ਤਾਂ ਹੀ ਤਰੱਕੀ ਵਾਲੇ ਪਾਸੇ ਜਾਓਗੇ। 2 ਖਬਰਾਂ ਆਪਾਂ ਸਾਂਝੀਆਂ ਕਰ ਰਹੀਆਂ, ਦੋਨੋਂ ਅਦਾਲਤਾਂ ਦੇ ਨਾਲ ਸੰਬੰਧਿਤ ਨੇ, ਦੋਨੋਂ ਪ੍ਰਸ਼ਾਸਨ ਦੇ ਨਾਲ ਤੇ ਦੋਨੋਂ ਹੀ ਲੀਡਰਾਂ ਦੇ ਨਾਲ। ਆਪਾਂ ਪਹਿਲੀ ਗੱਲ ਪੰਜਾਬ ਦੇ ਕਾਲਜਾਂ ਦੀ ਕਰਦੇ ਹਾਂ, ਯੂਨੀਵਰਸਿਟੀਆਂ ਦੀ ਕਰਦੇ ਹਾਂ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਾਂਦੀ ਹੈ ਤੇ ਪਟੀਸ਼ਨ ਦੇ ਵਿੱਚ ਕੁਝ ਇੱਕ ਨੌਜਵਾਨ ਕਹਿੰਦੇ ਆ, ਗੱਭਰੂ ਤੇ ਮੁਟਿਆਰਾਂ, ਉਹ ਕਹਿੰਦੇ ਜੀ ਅਸੀਂ ਕਾਲਜਾਂ ਦੇ ਵਿੱਚ ਪੜ੍ਹਾਉਣ ਦੇ ਯੋਗ ਹਾਂ, ਅਸੀਂ ਕੁਆਲੀਫਾਈਡ ਹਾਂ, ਜਿੰਨੀ ਯੋਗਤਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਾਣੀ ਕਿ UGC ਉਹਨਾਂ ਨੇ ਨਿਰਧਾਰਿਤ ਕੀਤੀ ਹੈ, ਅਸੀਂ ਉਨੀ ਯੋਗਤਾ ਪ੍ਰਾਪਤ ਕੀਤੀ ਹੋਈ ਹੈ। ਕਾਲਜਾਂ ਦੇ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਨੇ, ਇਸ ਕਰਕੇ ਸਰਕਾਰਾਂ ਨੂੰ ਹੁਕਮ ਦਿਓ ਕਿ ਸਾਨੂੰ ਉੱਥੇ ਭਰਤੀ ਕੀਤਾ ਜਾਵੇ, ਅਸੀਂ ਆਪਣੀਆਂ ਸੇਵਾਵਾਂ ਉੱਥੇ ਦੇਣੀਆਂ ਚਾਹੁੰਦੇ ਹਾਂ। ਹੁਣ ਜਦੋਂ ਇੱਕ ਪਟੀਸ਼ਨ ਪੈਂਦੀ ਹੈ ਕਿ ਜੀ ਅਸਾਮੀਆਂ ਖਾਲੀ ਆ ਤੇ ਤੁਹਾਡੇ ਨਿਯਮ ਨੇ ਤੇ ਅਸੀਂ ਨਿਯਮਾਂ ਦੇ ਉੱਤੇ ਖਰੇ ਉਤਰਦੇ ਹਾਂ, ਸਾਡੀ ਭਰਤੀ ਕਰੋ, ਜਾਇਜ਼ ਗੱਲ ਲੱਗਦੀ ਹੈ। ਮੂਹਰੇ ਉਹ ਸਰਕਾਰ ਨੇ ਕੀ ਕਿਹਾ? ਸਰਕਾਰ ਦੇ ਵਕੀਲ ਵੀ ਸੱਦਣੇ ਸੀ ਅਦਾਲਤ ਨੇ। ਸਰਕਾਰ ਦੇ ਵਕੀਲ ਨੇ ਕਿਹਾ ਜੀ ਪਿਛਲੇ ਸਮੇਂ ਦੇ ਵਿੱਚ ਇਦਾਂ ਹੋਈ ਹੈ, 20 ਸਾਲ ਪਹਿਲਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿ ਉਦੋਂ ਅਸੀਂ ਬੰਦੇ ਭਰਤੀ ਕਰਨੇ ਸੀ, ਪੰਜਾਬ ਨੇ ਜਾਣੀ ਮੌਜੂਦਾ ਸਰਕਾਰ ਨੇ ਨਹੀਂ, ਕਿ ਸਰਕਾਰ ਨੇ ਬੰਦੇ ਭਰਤੀ ਕਰਨੇ ਸੀ ਪਰ ਉਦੋਂ ਕਈਆਂ ਨੇ ਰਿਟ ਕਰ ਦਿੱਤੀ, ਕਈ ਕਾਰਨਾਂ ਦੇ ਕਰਕੇ ਰਿਟ ਕਰਕੇ ਭਰਤੀ ਦੇ ਉੱਤੇ ਰੋਕ ਲੱਗ ਗਈ ਤੇ ਅਸੀਂ ਪਾਰਟ ਟਾਈਮ ਜਿਹੜੇ ਬੰਦੇ ਨੇ ਉਹ ਭਰਤੀ ਕਰ ਲਿਆ ਸੀ। ਤੇ ਪਿਛਲੇ 2 ਦਹਾਕਿਆਂ ਤੋਂ ਪੰਜਾਬ ਦੇ ਕਾਲਜਾਂ ਦੇ ਵਿੱਚ ਉਹ ਬੰਦੇ ਪੜ੍ਹਾ ਰਹੇ ਨੇ। 20 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, 20 ਸਾਲ ਪਟੀਸ਼ਨਾਂ ਹੀ ਨਹੀਂ ਮੁੱਕੀਆਂ। ਚਲੋ, ਤੇ ਨਾਲ ਹੀ ਸਰਕਾਰ ਨੇ ਕਹਿਤਾ ਜੀ ਅਸੀਂ ਹੁਣ ਨਾ ਉਹ ਜਿਹੜੇ ਪਾਰਟ ਟਾਈਮ ਬੰਦੇ ਉਹਨਾਂ ਨੂੰ ਪੱਕੇ ਕਰਨ ਜਾ ਰਹੇ ਹਾਂ, ਉਹ ਜਿਹੜੇ ਬੰਦੇ ਪਾਰਟ ਟਾਈਮ ਕੰਮ ਕਰਦੇ ਆ।
ਪਹਿਲੀ ਗੱਲ ਕਿ ਜਿਹੜੇ ਬੰਦਿਆਂ ਨੂੰ 20 ਸਾਲ ਕੰਮ ਕਰਦਿਆਂ ਨੂੰ ਹੋ ਗਿਆ, ਸਰਕਾਰ ਨੂੰ ਲੱਗਾ ਹੀ ਹੋਊਗਾ ਯੋਗ ਆ ਤੇ ਸਰਕਾਰ ਉਹ ਨਤੀਜੇ ਦਿੰਦੇ ਹੋਣਗੇ। ਹੁਣ 20 ਸਾਲਾਂ ਬਾਅਦ ਉਹ ਜਾਣ ਕਿੱਥੇ, ਇੱਕ ਬਹੁਤ ਜੈਨੂਅਨ ਸਵਾਲ ਹੈ। ਤੇ ਜਦੋਂ ਅਦਾਲਤ ਦੇ ਸਾਹਮਣੇ ਕਿਹਾ ਤਾਂ ਜੱਜ ਸਾਹਿਬ ਨੇ ਕਿਹਾ ਕਿ ਦੇਖੋ ਜਿਹੜੇ ਬੰਦੇ ਕੁਆਲੀਫਾਈਡ ਨਹੀਂ ਨਾ ਹੈਗੇ ਉਹ ਨਹੀਂ ਤੁਸੀਂ ਪੱਕੇ ਕਰ ਸਕਦੇ, ਕਿ ਜਿਨ੍ਹਾਂ ਦੀ ਯੋਗਤਾ ਹੀ ਨਹੀਂ ਇੰਨੀ ਕਿ ਉਹ ਕਾਲਜ ਦੇ ਵਿੱਚ ਪੜ੍ਹਾਉਣ ਦੀ ਯੋਗਤਾ ਹੀ ਨਹੀਂ ਰੱਖਦੇ, ਤੁਸੀਂ ਉਹਨਾਂ ਨੂੰ ਕਿੱਦਾਂ ਬੈਕਡੋਰ ਤੋਂ ਪੱਕੇ ਕਰ ਦਿਓਗੇ। ਹੁਕਮ ਕੀ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਕਿ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਜਿੰਨੀਆਂ ਅਸਾਮੀਆਂ ਖਾਲੀ ਨੇ ਉਹਨਾਂ ਦੀ ਭਰਤੀ ਦਾ ਇਸ਼ਤਿਹਾਰ 30 ਦਿਨ ਦੇ ਅੰਦਰ ਅੰਦਰ ਜਾਰੀ ਕੀਤਾ ਜਾਵੇ ਕਿ ਭਾਈ ਇਸ ਵਿਸ਼ੇ ਦੇ ਇੰਨੇ ਲੈਕਚਰਰ, ਅਸਿਸਟੈਂਟ ਪ੍ਰੋਫੈਸਰ ਅਸੀਂ ਭਰਤੀ ਕਰਨੇ ਆ ਤੇ ਇੰਨੀ ਤਰੀਕ ਤੱਕ ਅਰਜ਼ੀਆਂ ਦੇ ਦੇਣ। ਤੇ ਅਗਲੇ 4 ਮਹੀਨਿਆਂ ਦੇ ਵਿੱਚ ਉਹ ਕਹਿੰਦੇ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ। ਕੁੱਲ 5 ਮਹੀਨਿਆਂ ਦੇ ਵਿੱਚ 1 ਮਹੀਨਾ ਇਸ਼ਤਿਹਾਰ ਜਾਰੀ ਕਰਨ ਦਾ ਤੇ ਉਹਦੇ ਤੋਂ ਬਾਅਦ 4 ਮਹੀਨੇ, ਕਿਉਂਕਿ ਪੇਪਰ ਵੀ ਲਿਆ ਜਾਣਾ, ਇੰਟਰਵਿਊ ਵੀ ਹੋ ਸਕਦਾ ਹੋਵੇ, ਫਿਰ ਲੰਬੀਆਂ ਚੌੜੀਆਂ ਲਿਸਟਾਂ ਵੀ ਲੱਗਣੀਆਂ, ਕਈ ਕੁਝ ਹੋ ਸਕਦਾ ਹੈ। ਅਦਾਲਤ ਨੇ ਕੁੱਲ ਮਿਲਾ ਕੇ 5 ਮਹੀਨੇ ਦਾ ਸਮਾਂ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਭਾਈ ਤੁਸੀਂ ਇਹ ਸਾਰੀਆਂ ਖਾਲੀ ਅਸਾਮੀਆਂ ਭਰੋ। ਹੁਣ ਦੇਖਦੇ ਆ ਬਹੁਤ ਸਾਰੀਆਂ ਪਟੀਸ਼ਨਾਂ ਨੇ, ਕਈ ਵਾਰੀ ਗੈਸਟ ਫੈਕਲਟੀ ਵਾਲੇ ਵੀ ਉੱਥੇ ਕੰਮ ਕਰਦੇ ਆ, ਪਾਰਟ ਟਾਈਮ ਕੰਮ ਕਰਦੇ ਆ ਬੰਦੇ। ਉਹ ਕਹਿੰਦੇ ਜੀ ਸਾਨੂੰ 20-20 ਸਾਲ ਹੋ ਗਏ, ਅਸੀਂ ਉਮਰ ਆਪਣੀ ਇੱਥੇ ਲੰਘਾਤੀ, ਜਵਾਨੀ ਆਪਣੀ ਇੱਥੇ ਲੰਘਾਤੀ, ਅਸੀਂ ਸਾਡੇ ਰਿਜ਼ਲਟ ਦੇਖੋ 100% ਅਸੀਂ ਰਿਜ਼ਲਟ ਦਿੰਨੇ ਆ, ਹੁਣ ਸਾਨੂੰ ਕੱਢਣਗੀਆਂ ਸਰਕਾਰਾਂ। ਜਿਹੜੇ ਕੁਆਲੀਫਾਈਡ ਆ ਉਹ ਸ਼ਾਇਦ ਵਿੱਚ ਕੰਸੀਡਰ ਹੋ ਜਾਣ, ਦੂਜੇ ਰਹਿ ਜਾਣਗੇ। ਪਰ ਉੱਥੇ ਵੀ ਗਲਤੀ ਉਹਨਾਂ ਲੋਕਾਂ ਦੀ ਨਹੀਂ ਹੈ ਜਿਹੜੇ ਉੱਥੇ ਪੜ੍ਹਾ ਰਹੇ ਨੇ, ਭਾਵੇਂ ਉਹ ਕੁਆਲੀਫਾਈਡ ਪੂਰੇ ਨਹੀਂ ਵੀ। ਸਰਕਾਰਾਂ ਨੇ ਉਹ ਰੱਖੇ ਕਿਉਂ? ਉਹ ਨਾ ਰੱਖਦੇ ਤੁਸੀਂ ਉਹ ਕੁਝ ਹੋਰ ਕੰਮ ਕਰਦੇ, ਉਹ ਕਿਸੇ ਹੋਰ ਪਾਸੇ ਐਡਜਸਟ ਹੁੰਦੇ। ਹੁਣ 20 ਸਾਲਾਂ ਬਾਅਦ ਜੇ ਕਿਸੇ ਨੂੰ ਕੱਢਿਆ ਜਾਊਗਾ ਤੇ ਭੇਜਿਆ ਕਿੱਥੇ ਜਾਊਗਾ? ਦੂਸਰਾ, ਜਿਹੜੇ ਕੁਆਲੀਫਾਈਡ ਨੇ ਉਹਨਾਂ ਦੀ ਗੱਲ ਵੀ ਜਾਇਜ਼ ਹੈ। ਉਹ ਕਹਿੰਦੇ ਜੇ ਅਸੀਂ ਕੁਆਲੀਫਾਈਡ ਆ, ਅਸਾਮੀਆਂ ਖਾਲੀ ਨੇ, ਬੰਦੇ ਪਾਰਟ ਟਾਈਮ ਭਰਤੀ ਕੀਤੇ, ਸਾਨੂੰ ਰੈਗੂਲਰ ਭਰਤੀ ਕਰੋ। ਹੁਣ ਜਿਹੜੇ ਵੀ ਧਿਰ ਵਾਲੇ ਪਾਸਿਓਂ ਪੰਜਾਬ ਸਰਕਾਰ ਨੇ ਕਾਰਵਾਈ ਸ਼ੁਰੂ ਕੀਤੀ, ਦੂਸਰੀ ਧਿਰ ਨੇ ਪਟੀਸ਼ਨਾਂ ਪਾਉਣੀਆਂ। ਇਹ ਬਹੁਤ ਵੱਡੀ ਮਾਰਕੇ ਵਾਲੀ ਗੱਲ ਹੋਏਗੀ ਕਿ ਜੇ ਭਰਤੀ ਪ੍ਰਕਿਰਿਆ ਮੁਕੰਮਲ ਹੋ ਜਾਏ। ਹਾਂਜੀ, ਉਹ ਵੀ ਗੱਲ ਹੈਗੀ ਆ। ਦੂਜੀ ਗੱਲ ਮੈਨੂੰ ਲੱਗਦਾ ਹੁੰਦਾ WhatsApp ਕਿ ਵੀ ਇਹ ਕਿਤੇ ਨਾ ਅੱਜ ਤੇ ਚਿਚੜੀਆਂ ਛੜੀਆਂ ਨਹੀਂ, ਇਹ ਕਿਤੇ ਨਾ ਕਿਤੇ ਪਹਿਲਾਂ ਤੋਂ ਚਿਚੜੀਆਂ ਛੜੀਆਂ ਨੇ। ਕਿਸੇ ਨੇ ਕੋਈ ਰਾਹ ਕੱਢਿਆ ਵੀ ਇੱਦਾਂ ਨਹੀਂ ਇੱਦਾਂ ਕਰ ਲਈਏ, ਉੱਦਾਂ ਨਹੀਂ ਉੱਦਾਂ ਕਰ ਲਈਏ। ਹੋ ਸਕਦਾ ਵੀ ਉਸ ਵੇਲੇ ਦੇ ਕਿਸੇ ਸਿਆਣੇ ਅਫਸਰ ਨੇ ਇਹ ਸਲਾਹ ਦਿੱਤੀ ਹੋਵੇ ਵੀ ਮਹਾਰਾਜ ਇਹਦੇ ਨਾਲ ਖਜ਼ਾਨੇ ਦੇ ਪੈਸੇ ਬਚ ਜਾਣਗੇ। ਤੇ ਮੇਰਾ ਖਿਆਲ ਆਪਾਂ ਅੱਗੇ ਵੀ ਬੜੀ ਵਾਰਾਂ ਕਹਿ ਚੁੱਕੇ ਹਾਂ ਵੀ ਯਾਰ ਖਜ਼ਾਨੇ ਦੇ ਪੈਸੇ ਬਚਾਉਣ ਦੀ ਲੋੜ ਨਹੀਂ ਹੁੰਦੀ, ਖਜ਼ਾਨੇ ਦੇ ਪੈਸੇ ਬਚਾਉਣ ਦੀ ਲੋੜ ਨਹੀਂ ਹੁੰਦੀ। ਖਜ਼ਾਨੇ ਦੇ ਪੈਸੇ ਹੋਰ ਉਹਦੇ 'ਚ ਖਜ਼ਾਨੇ 'ਚ ਪਾਉਣ ਦੀ ਲੋੜ ਹੁੰਦੀ ਹੈ ਤੇ ਲੋਕਾਂ 'ਚ ਵਰਤਾਉਣ ਦੀ ਲੋੜ ਹੁੰਦੀ। ਕਿਉਂਕਿ ਪ੍ਰੋਸਪੈਰਿਟੀ ਤੇ ਤਾਂ ਹੀ ਆਉਣੀ ਹੈ ਨਾ ਵੀ ਤੁਸੀਂ ਇਮਾਨਦਾਰੀ ਦੇ ਨਾਲ ਟੈਕਸ ਉਗਰਾਇਆ, ਉਸ ਟੈਕਸ ਨੂੰ ਤੁਸੀਂ ਬਾਅਦ ਦੇ ਵਿੱਚ ਲੋਕਾਂ ਦੇ ਉੱਪਰ ਲਾਇਆ, ਚਾਹੇ ਉਹ ਮੁਲਾਜ਼ਮ ਰੱਖ ਕੇ ਉਹਨਾਂ ਨੂੰ ਸਹੂਲਤਾਂ ਦੇਣੀਆਂ ਹੋਣ ਜਾਂ ਕੁਝ ਹੋਰ ਦੇਣਾ ਹੋਵੇ। ਪਰ ਜੇ ਆਪਾਂ ਮੰਨ ਲਓ ਇਹੀ ਲੱਭ ਲਿਆ ਵੀ ਉਹ ਯਾਰ ਉਹ ਫਲਾਣੇ ਥਾਂ ਦੇ ਉੱਪਰ ਤੇ ਆਪਣਾ ਹਿੱਸਾ ਪੱਤੀ ਹੋ ਗਿਆ ਸੀ ਉੱਧਰੋਂ, ਤੇ ਹੁਣ ਫਿਰ ਇਹ ਟੈਕਸ ਆਇਆ ਨਹੀਂ, ਕਿੱਦਾਂ ਕਰੀਏ, ਇੱਧਰ ਤਨਖਾਹਾਂ ਵੀ ਦੇਣੀਆਂ ਨੇ, ਕਿੰਨੀ ਤਨਖਾਹ ਦੇਣੀ ਹੈ? ਉਹ ਕਹਿੰਦੇ ਜੀ ਇਹਨੂੰ ਆਪਾਂ 100 ਰੁਪਈਆ ਦੇਣਾ। ਉਹ ਯਾਰ ਕੋਈ 25 ਕਾਲਾ ਲੱਭ ਕੇ ਲਾ ਦਿਓ ਯਾਰ, ਬੰਦਾ ਤੇ ਉੱਥੇ ਭਰਤੀ ਕਰ ਲਓ। ਹੁਣ ਉੱਧਰੋਂ ਤਾਂ ਨਹੀਂ ਆਪਾਂ ਕੰਮ ਕਰ ਸਕਦੇ, ਹੁਣ ਮਹਾਂ ਤੇ ਆਪਣੀ ਦਾ ਲੱਗਾ, ਆਪਣਾ ਕੁਰਸੀ ਮਿਲੀ। ਮੈਂ ਨਹੀਂ ਕਹਿੰਦਾ ਵੀ ਇਹ ਇੱਦਾਂ ਹੀ ਹੋਇਆ, ਪਰ ਇਹ ਇਸੇ ਤਰ੍ਹਾਂ ਦੀ ਕੋਈ ਰਲਦੀ ਮਿਲਦੀ ਸਕੀਮ ਕਦੀ ਕਦਾਈ ਕਿਤੇ ਸ਼ੁਰੂ ਹੋਈ ਹੋਊਗੀ। ਮੈਂ ਨਹੀਂ ਕਹਿੰਦਾ ਪੰਜਾਬ ਤੋਂ ਸ਼ੁਰੂ ਹੋਈ ਹੋਵੇ, ਕਿਸੇ ਹੋਰ ਸਟੇਟ 'ਚੋਂ ਸ਼ੁਰੂ ਹੋਈ ਹੋਊਗੀ। ਫਿਰ ਵੇਖੀ ਉਹ ਬਿਮਾਰੀ ਚੱਲਦੀ ਅੱਜ ਦੀ ਡੇਟ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹੀ ਆਪਾਂ ਦੇਖਦੇ ਹਾਂ ਵੀ ਠੇਕੇ ਤੇ ਭਰਤੀਆਂ ਅਡੌਕ ਤੇ ਬੰਦੇ ਰੱਖੇ ਜਾਓ ਤੇ ਉਸ ਤੋਂ ਬਾਅਦ ਉਹਨਾਂ ਨੂੰ ਥੋੜ੍ਹੀਆਂ ਤਨਖਾਹਾਂ ਦੇ ਉੱਪਰ ਦਹਾਕਿਆਂ ਬੱਧੀ ਤੁਸੀਂ ਕੰਮ ਕਰਾਈ ਜਾਓ। ਸੋ ਇਹ ਸਿਸਟਮ ਸ਼ੁਰੂ ਤੋਂ ਵਿਗਾੜ ਲਿਆ ਗਿਆ। ਹੁਣ ਇਹ ਦਰੁਸਤ ਹੁੰਦਾ ਕਿ ਨਹੀਂ ਹੁੰਦਾ ਇਹ ਤਾਂ ਸਮੇਂ ਨੇ ਦੱਸਣਾ। ਪਰ ਇੱਕ ਜਿਹੜਾ ਸਿਸਟਮ ਆ ਉਹਦੀ ਆਸ ਲੱਗਦੀ ਆ WhatsApp ਕਿ ਵੀ ਸ਼ਾਇਦ ਦਰੁਸਤ ਨਾ ਹੋਵੇ। ਉਹ ਹੈ ਕਿ ਵੀ ਜਿਹੜੇ ਗੱਠਜੋੜਾਂ ਦਾ ਰੌਲਾ ਨਾ, ਉਹਦੇ ਵਿੱਚ ਪਿਛਲੇ ਦਿਨ ਹੀ ਆਪਾਂ ਸੁਣਿਆ ਸੀ ਕਿ ਵੀ ਸਿਰਸਾ ਸਾਹਿਬ ਕਹਿੰਦੇ ਵੀ ਸਾਡਾ ਕੋਈ ਗੱਠਜੋੜ ਨਹੀਂ, ਅਸੀਂ ਇਕੱਲਿਆਂ ਇਲੈਕਸ਼ਨ ਲੜਨੀ ਆ। ਆਮ ਆਦਮੀ ਪਾਰਟੀ ਵਾਲਿਆਂ ਨੇ ਆਖਿਆ ਸੀ 15 ਦਿਨ ਹੋ ਗਿਆ, ਗੱਲਬਾਤ ਇਹਨਾਂ ਦੀ ਨਿਬੜ ਗਈ ਆ। BJP ਨਹੀਂ ਮੰਨਦੀ, ਅਕਾਲੀ ਦਲ ਤੇ ਪੂਰਾ ਜ਼ੋਰ ਲਾ ਰਿਹਾ। ਅਕਾਲੀ ਦਲ ਦਾ ਉਧਰੋਂ ਬਿਆਨ ਇਹ ਆਇਆ ਸੀ ਵੀ ਸਾਨੂੰ ਲੋੜ ਹੀ ਕੋਈ ਨਹੀਂ, ਸਾਡਾ ਤੇ ਬਸਪਾ ਦੇ ਨਾਲ ਗੱਠਜੋੜ, ਐਵੇਂ ਜਿਹੜਾ ਕਿਹੜਾ ਮਰਜ਼ੀ ਉੱਠ ਕੇ ਬਿਆਨ ਦੇ ਦਿੰਦਾ, ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ। ਹੁਣ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਦਾ ਵੀ ਇੱਕ ਬਿਆਨ ਉਹਦੇ ਵਿੱਚ ਚੱਲ ਰਿਹਾ, ਕਿਉਂਕਿ ਅਕਾਲੀ ਦਲ 'ਚੋਂ ਨਿਕਲੇ ਨੇ ਅੱਜ ਕੱਲ੍ਹ ਅਕਾਲੀ ਦਲ ਸੰਯੁਕਤ ਦੇ ਲੀਡਰ ਨੇ। ਉਹ ਕਹਿੰਦੇ ਦੇਖੋ 6 ਮਹੀਨੇ ਹੋ ਗਏ ਇਹਨਾਂ ਨੂੰ ਤੇ ਜ਼ੋਰ ਲਾਉਂਦੇ ਆ ਅਕਾਲੀ ਦਲ ਵਾਲਿਆਂ ਨੂੰ ਵੀ ਯਾਰ ਸਾਡਾ ਗੱਠਜੋੜ ਹੋ ਜੇ, ਕਿਸੇ ਤਰ੍ਹਾਂ ਗੱਲ ਬਣ ਜੇ। ਉਹਦੇ BJP ਨਹੀਂ ਮੂੰਹ ਲਾ ਰਹੀ, ਉਹ ਕਹਿੰਦੇ ਨਹੀਂ ਯਾਰ ਸਾਡਾ ਸਰਦਾ, ਅਸੀਂ ਤੁਹਾਡੇ ਤੋਂ ਬਿਨਾਂ ਹੀ ਚੰਗੇ ਆ। ਹੁਣ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦਾ ਬਿਆਨ ਆ ਗਿਆ। ਉਹ ਕਹਿੰਦੇ ਯਾਰ ਹੱਦ ਹੋ ਗਈ ਆ ਢੀਂਡਸਾ ਸਾਹਿਬ, ਤੁਸੀਂ ਆਪਣਾ ਅਕਾਲੀ ਦਲ ਵੇਖੋ, ਅਸੀਂ ਕਿਸੇ ਨਾਲ ਗੱਠਜੋੜ ਕਰਦੇ ਆ ਨਹੀਂ ਕਰਦੇ, ਸਾਡੇ ਨਾਲ ਕੋਈ ਮੰਨਦਾ, ਅਸੀਂ ਕਿਸੇ ਨਾਲ ਨਹੀਂ ਮੰਨਦੇ। ਉਹ ਯਾਰ ਅਸੀਂ ਆਪਣੀ ਪਾਰਟੀ ਵੇਖ ਲਾਂਗੇ, ਤੁਸੀਂ ਵਿੱਚੋਂ ਕੀ ਲੈਣਾ ਦੇਣਾ? ਮਤਲਬ ਤੁਸੀਂ ਦੇਖੋ ਵੀ ਗੱਠਜੋੜ ਕਿਤੇ ਆ, ਹੋਣਾ ਨਹੀਂ ਹੋਣਾ, ਹੋਇਆ ਨਹੀਂ ਹੋਇਆ, ਫਿਕਰ ਦੇਖ ਲਓ ਕਿੱਥੋਂ ਤੱਕ ਆ। ਸੰਧਾਲੀਆ ਸਾਹਿਬ ਗੱਲ ਇੱਦਾਂ ਕਿ ਠੀਕ ਹੈ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੇ ਬਿਆਨ ਦਿੱਤਾ, ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੇ ਕਾਊਂਟਰ ਕੀਤਾ। ਮੈਨੂੰ ਇਹ ਲੱਗਦਾ ਕਿ
ਅਕਾਲੀ ਦਲ ਸੰਯੁਕਤ ਵਾਲੇ ਜਿਹੜੇ ਢੀਂਡਸਾ ਸਾਹਿਬ ਆ ਨਾ, ਉਹਨਾਂ ਨੂੰ ਦੂਸਰੇ ਪਾਸੇ ਕੰਧ ਦੇ ਉੱਪਰ ਦੀ ਨਿਗਾਹ ਮਾਰਨ ਤੋਂ ਪਹਿਲਾਂ ਆਪ ਦਾ ਅਕਾਲੀ ਦਲ ਮਜ਼ਬੂਤ ਕਰਨਾ ਚਾਹੀਦਾ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਆਈਆਂ, ਪਰਮਿੰਦਰ ਸਿੰਘ ਢੀਂਡਸਾ ਸਾਹਿਬ ਖੁਦ ਲਹਿਰਾ ਗਾਗੇ ਤੋਂ ਚੋਣ ਲੜੇ, ਬਾਕੀ 6 ਉਮੀਦਵਾਰ ਉਹਨਾਂ ਦੇ ਹੋਰ ਸੀ, ਭਾਜਪਾ ਨੇ ਇੰਨੀਆਂ ਕਿ ਸੀਟਾਂ ਛੱਡੀਆਂ ਸੀ। ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੂੰ ਤਾਂ ਚੰਗੀਆਂ ਵੋਟਾਂ ਮਿਲੀਆਂ, ਜਿੱਤ ਜੁੱਤ ਨਹੀਂ ਸਕੇ, ਪਰ ਬਾਕੀ ਉਮੀਦਵਾਰ ਕਿੱਥੇ ਕੁ ਰਹੇ। ਉਹਦੇ ਤੋਂ ਬਾਅਦ ਸੰਗਰੂਰ ਦੀ ਲੋਕ ਸਭਾ ਚੋਣ ਆਈ ਹੈ। ਸੰਗਰੂਰ ਦੀ ਲੋਕ ਸਭਾ ਚੋਣ ਦੇ ਵਿੱਚ ਇਹ ਹੀ ਇੱਕ ਲੋਕ ਸਭਾ ਹਲਕਾ ਜਿੱਥੇ ਅਕਾਲੀ ਦਲ ਸੰਯੁਕਤ ਢੀਂਡਸਾ ਸਾਹਿਬ ਦਾ ਅਕਾਲੀ ਦਲ ਮਜ਼ਬੂਤ ਹੈ ਥੋੜਾ ਬਹੁਤ, ਉਹ ਸੀਟ ਵੀ ਭਾਰਤੀ ਜਨਤਾ ਪਾਰਟੀ ਲੜਦੀ ਹੈ। ਨਾ ਤਾਂ ਤੁਸੀਂ ਆਪ ਦੀ ਲੋਕ ਸਭਾ ਸੀਟ ਲੜਦੇ ਹੋ, ਨਾ ਤੁਸੀਂ ਕੋਈ ਵਿਧਾਨ ਸਭਾ ਦੀ ਸੀਟ ਜਿੱਤਦੇ ਹੋ। ਇਸ ਕਰਕੇ ਤੁਸੀਂ ਤਾਂ ਸਾਰਾ ਜ਼ੋਰ ਭਾਈ ਆਪਦੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਉੱਤੇ ਲਾ ਦਿਓ, ਤਾਂ ਫੇਰ ਗੱਲ ਜਿਹੜੀ ਹੈ ਉਹ ਜ਼ਿਆਦਾ ਚੰਗੀ ਰਹਿੰਦੀ ਹੈ। ਪਰ ਜੇ ਤੁਸੀਂ ਦੂਸਰੇ ਪਾਸੇ ਨੂੰ ਤੁਰਦੇ ਹੋ ਕਿ ਨਹੀਂ ਭਾਈ ਇਦਾਂ ਕਰਨਾ ਹੈ, ਆਪਾਂ ਉੱਦਾਂ ਕਰਨਾ, ਫੇਰ ਔਖਾ। ਹਾਂ, ਕੌਣ ਮਿੰਨਤਾਂ ਕਰਦਾ ਰਿਹਾ, ਕੌਣ ਨਹੀਂ ਮਿੰਨਤਾਂ ਕਰਦਾ ਰਿਹਾ, ਇਹ ਤਾਂ ਹੁਣ ਬਾਅਦ ਵਿੱਚ ਪਤਾ ਲੱਗੂਗਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇ ਅਕਾਲੀ ਦਲ ਦਾ ਭਾਜਪਾ ਦੇ ਨਾਲ ਕਦੇ ਗੱਠਜੋੜ ਹੋਇਆ, ਜੇ ਕਦੇ, ਕਿਉਂਕਿ ਮੇਰੇ ਪ੍ਰੇਮ ਸਿੰਘ ਚੰਦੂ ਮਹਾਰਾਜ ਸਾਹਿਬ ਨੇ 3 ਦਿਨ ਨਹੀਂ ਅਜੇ ਹੋਏ ਕਹਿ ਨੂੰ ਕਿ ਭਾਈ ਇਹ ਸਿਆਸਤ ਹੈ, ਇੱਥੇ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਗੱਲ ਹੋ ਜਾਣੀ ਹੈ। ਅਕਾਲੀ ਦਲ ਤਾਂ ਸੰਘੀ ਢਾਂਚੇ ਦੀ ਹਮਾਇਤੀ ਧਿਰ ਦੇ ਨਾਲ ਹੀ ਗੱਠਜੋੜ ਕਰੂਗਾ। ਜੇ ਕਿਤੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਕਿਸੇ ਵੀ ਮੋੜ ਦੇ ਉੱਤੇ ਆ ਕੇ ਦੁਬਾਰਾ ਮਿਲ ਗਏ, ਤੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਤੇ ਸਭ ਤੋਂ ਖਰਾ ਸਵਾਲ ਇਹੀ ਹੋਣਾ ਕਿ ਭਾਈ ਹੁਣ ਢੀਂਡਸਾ ਸਾਹਿਬ ਦੀ ਪਾਰਟੀ ਕਿੱਧਰ ਜਾਏਗੀ। ਹੁਣ ਢੀਂਡਸਾ ਸਾਹਿਬ ਦੀ ਪਾਰਟੀ ਦਾ ਕੀ ਬੀਜੇਪੀ ਦੇ ਨਾਲ ਗੱਠਜੋੜ ਕਾਇਮ ਰਹੇਗਾ, ਇਹ ਸਵਾਲ ਰਾਤ ਦਿਨ ਸਵੇਰੇ ਦੁਪਹਿਰੇ ਤੜਕੇ ਮੂੰਹ ਨੇਰੇ ਤੰਗ ਤਾਂ ਢੀਂਡਸਾ ਸਾਹਿਬ ਦੀ ਪਾਰਟੀ ਨੂੰ ਕਰਦਾ ਹੀ ਹੋਣਾ। ਉਹ WhatsApp ਜੇ ਤੁਹਾਨੂੰ ਲੱਗਦਾ ਵੀ ਅਗਲਿਆਂ ਦੇ ਨਾਲ ਮਨਮੁਟਾਵ ਸੀ, ਉਹਨਾਂ ਦੇ ਨਾਲ ਅਗਲਿਆਂ ਦਾ ਗੱਠਜੋੜ ਹੋ ਜਾਊਗਾ, ਦੋਵੇਂ ਧਿਰਾਂ ਮੰਨ ਲਓ ਜਿਹੜੀਆਂ ਹੁਣ ਕਹਿੰਦੇ ਵੀ ਰਾਜੀ ਨਹੀਂ, ਉਹ ਆਪਸ ਦੇ ਵਿੱਚ ਰਾਜੀ ਹੋ ਜਾਣਗੀਆਂ, ਤੇ ਢੀਂਡਸਾ ਸਾਹਿਬ ਦਾ ਤੇ ਅੱਗੇ ਹੀ ਗੱਠਜੋੜ ਆ, ਉਹ ਕਿਤੇ ਰਿਕਸ਼ਾ ਲੈ ਕੇ ਪਾਸੇ ਥੋੜਾ ਚੱਲ ਉਹਨਾਂ ਕਿਹੜਾ ਵੀ ਸਾਡਾ ਤੇ ਪਹਿਲਾਂ ਹੈਗਾ ਸੀ, ਇਹੋ ਹੀ ਮਗਰੋਂ ਆਣ ਕੇ ਲੱਗੇ ਆ ਵਿੱਚ, ਇਹਦੇ 'ਚ ਜਿਹੜੀ ਗੱਲ। ਤੇ ਕੈਂਡੀਡੇਟ ਹੀ ਖੜੇ ਕਰਨੇ ਆ। ਮੰਨ ਲਓ ਜੇ ਆਪਾਂ ਇਹ ਮੰਨ ਕੇ ਚੱਲਦੇ ਵੀ ਉਹਨਾਂ ਦਾ ਲੋਕ ਸਭਾ ਚੋਣਾਂ ਦੇ ਵਿੱਚ ਹੀ ਗੱਠਜੋੜ ਹੋ ਜਾਂਦਾ, ਹੁਣ ਚਲੋ 13 ਸੀਟਾਂ ਨੇ, 13 ਦੇ ਵਿੱਚ ਹੁਣ ਢੀਂਡਸਾ ਸਾਹਿਬ ਦੇ ਹਿੱਸੇ ਹੋ ਸਕਦਾ ਇੱਕ ਆ ਜਾਵੇ, ਤੇ ਇੱਕ ਸੰਗਰੂਰ ਵਾਲੀ ਆਉਣੀ, ਉਸ ਸੀਟ ਦੇ ਉੱਪਰ ਬੀਜੇਪੀ ਵੀ ਜ਼ੋਰ ਲਾਊਗੀ, ਸ਼੍ਰੋਮਣੀ ਅਕਾਲੀ ਦਲ ਵੀ ਲਾਊਗਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੀ ਲਾਊਗਾ। ਮੈਂ ਨਾ ਵੀ ਜੇ ਗੱਠਜੋੜ ਹੋ ਜਾਏ ਤੇ ਢੀਂਡਸਾ ਸਾਹਿਬ ਦਾ ਤਾਂ ਸਗੋਂ ਸੈੱਟ ਆ ਜਾਣਾ, ਭਾਵੇਂ ਵੱਡੇ ਢੀਂਡਸਾ ਸਾਹਿਬ ਇਲੈਕਸ਼ਨ ਲੜ ਲੈਣ, ਭਾਵੇਂ ਛੋਟੇ ਢੀਂਡਸਾ ਸਾਹਿਬ। ਮੇਰੀ ਗੱਲ ਸੁਣੋ ਸੰਧਾਲੀਆ ਸਾਹਿਬ, ਮੈਂ ਰੋਕਦਾ। ਅੱਛਾ, ਜਾਨੀ ਸਾਰੇ ਜਾਣੇ ਜੇ ਵੱਡੇ ਢੀਂਡਸਾ ਸਾਹਿਬ ਚੋਣ ਲੜਦੇ ਆ ਤਾਂ ਉਹਨਾਂ ਨੂੰ ਜਿਤਾਉਣ ਲਈ ਜ਼ੋਰ ਲਾਉਣਗੇ। ਅਕਾਲੀ ਦਲ ਨੇ ਬੜੀ ਵਾਰੀ ਚੋਣ ਲੜੀ, ਢੀਂਡਸਾ ਸਾਹਿਬ ਨੇ ਬੜਾ ਜ਼ੋਰ ਲਾਇਆ ਸਾਰਿਆਂ ਨੇ, ਪਰ ਕਾਹਦੇ ਲਈ ਲਾਇਆ ਉਹ ਤੁਹਾਨੂੰ ਪਤਾ। ਨਹੀਂ ਹਾਂ, ਗੱਲਾਂ ਜਿਹੜੀਆਂ ਹੁਣ ਤੁਸੀਂ ਕਰਦੇ ਇਹ ਥੋੜਾ ਗੱਲਾਂ ਹੁੰਦੀਆਂ ਕਰਨ ਵਾਲੀਆਂ, ਆਹ ਤੇ ਫਿਰ ਗੱਲਾਂ ਮਾੜੀਆਂ। ਚਲੋ ਖੈਰ, ਆਪਾਂ ਹੁਣ ਬਹੁਤੀਆਂ ਗੱਲਾਂ ਦੇ ਵਿੱਚ ਪੈ ਨਹੀਂ ਸਕਦੇ, ਕਾਰਨ ਹੈ ਵੀ ਸਮਾਂ ਸਮਾਪਤੀ ਵਾਲੇ ਪਾਸੇ ਆ। ਬਹੁਤ ਸ਼ੁਕਰੀਆ ਜੀ ਸੰਧਾਲੀਆ ਸਾਹਿਬ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।